can join later. ਸਿੰਘ ਜੀ ਖਾਲਸਾ ਵਾਹਿਗੁਰੂ ਫਤਿਹ ਜੀ ਖਾਲਸਾ ਜੀ ਕੀ ਫਤਿਹ ਜੈਸਨ ਬੱਚੇ ਤੁਸੀਂ ਸਭ ਨੂੰ ਮਿਊਟ ਕਰ ਦਿਓ ਹੁਣ ਬੇਸ਼ੱਕ so that then we can start now. Uncle G, everyone is muted. Yeah, you just need to unmute yourself. Okay, yeah, perfect. I ready did. to go. Look at that. So today's session, as Kamalveer ji from Toronto had written to me some time ago to talk about the Anand Karaj di ceremony या लावां दे ਜਿਹੜੇ ਚਾਰ ਲਾਵਾਂ ਜਿਹੜੀਆਂ ਹਨ ਜਿਹੜੀਆਂ ਆਂਦੀਆਂ ਹਨ ਗੁਰਬਾਣੀ ਵਿੱਚ ਉਹਨਾਂ ਤੇ ਡਿਸਕਸ਼ਨ ਅੱਜ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰੇ. And if the discussion does not finish at the end of today's session, we will pick up these pieces on Wednesday ਨੂੰ ਜਦੋਂ Wednesday evening ਜਿਹੜਾ session ਹੁੰਦਾ 5:30 ਦਾ ਉਹਦੇ ਵਿੱਚ then we can conclude it there then. But before I start on the actual going through the lavan though, then the 4 stages that are defined in Gurmat though, ek gal main from a cultural angle it's very important to understand ki India de culture de purana jehda culture si jehda traditional Hinduism de culture vich jehda grihast ashram jehda hai jadon banda vyah karanda hai fir bacche hunde ne parivar vich rehnda hai जनरल बिलीफ ਇਹ ਸੀ ਕਿ ਇਸ ਰਸਤੇ ਤੇ ਜਿਹੜਾ ਚੱਲਦਾ ਹੈ ਉਹਦੇ ਚ ਉਹਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਣੀ ਬਹੁਤ ਮੁਸ਼ਕਿਲ ਹੈ because ਹਰ ਤਰਫ ਮਾਇਆ ਦਾ ਪ੍ਰਭਾਵ ਹੈ. you have a wife, your husband with you, you have your daily chores ਕਿ ਬੱਚੇ ਹਨ ਨਾਲ ਮਾਪਿਓ ਨਾਲ ਰਹਿੰਦੇ ਹਨ ਕੰਮਕਾਜ ਕਰਨਾ ਹੈ friends ਹਨ ਨਾਲ. so ਇਹ ਬਿਲੀਫ ਬੜੀ ਸਟਰੋਂਗ ਸੀ ਕਿ ਗ੍ਰਹਿਸਥ ਵਿੱਚ ਰਹਿ ਕੇ ਪਰਿਵਾਰ ਦੇ ਅੰਦਰ ਰਹਿ ਕੇ परमात्मा दी भक्ति करनी परमात्मा दा कीर्तन करना उस परमेश्वर नाल जुड़ना बहुत मुश्किल है. सो ये जनरल बिलीफ होंदी सी कि एक टाइम आंदा है जदों तुसी अपने घर दे जदों सारे रिश्ते निभा बैंदे हो जदों ते उस तो बाद फिर बंदा घर बार छोड़ के बाहर किधरे जांदा है ते ये बिलीफ सी कि जे घर बार छोड़ के किधरे बाहर जाएगा ते ये जिहड़े माया दे प्रभाव नाल जिहड़ा घिरिया होया सी जिद्दां ਉੱਥੇ ਧੀਆਂ ਪੁੱਤਰ ਤੰਗ ਨਹੀਂ ਕਰਨਗੇ ਉੱਥੇ ਮਾਪਿਓ ਦੀ ਸੇਵਾ ਕਰਨ ਦੀ ਲੋੜ ਨਹੀਂ ਪੈਗੀ ਉੱਥੇ ਵਾਈਫ ਜਾਂ ਹਸਬੈਂਡ ਦੀ ਇਸ਼ੂ ਨਹੀਂ ਹੈ ਕੋਈ ਉੱਥੇ ਕੋਈ ਪੈਸੇ ਕਮਾਉਣ ਦਾ ਚੱਕਰ ਨਹੀਂ ਹੈ ਕੋਈ ਇਸ ਵਾਸਤੇ ਤੁਸੀਂ ਇਹਨਾਂ ਇਤੋਂ ਛੁਟਕਾਰਾ ਮਿਲ ਜਾਏਗਾ and therefore you will have an easier time in getting close to God. That was the general belief ਉਹਨਾਂ ਦਿਨਾਂ ਵਿੱਚ. ਤੇ ਗ੍ਰਹਿਸਥ ਨੂੰ ਇੱਕ generally speaking ਗ੍ਰਹਿਸਥ ਦੇ ਆਸ਼ਰਮ ਨੂੰ ਇਸ ਤਰ੍ਹਾਂ ਮੰਨਿਆ ਜਾਂਦਾ ਸੀ ਕਿ ਜਿਸ ਤਰ੍ਹਾਂ ਸੰਸਾਰ ਚਲਾਉਣ ਦਾ ਰਸਤਾ ਹੈ ਬੱਚੇ ਪੈਦਾ ਕਰਨ ਦਾ ਹੈ ਜਿਹੜੀਆਂ ਬਾਡੀਲੀ ਫਿਜ਼ੀਕਲ ਪਲੇਜ਼ਰ ਹੈ ਉਹ ਹੈ ਜਾਂ ਸੰਸਾਰ ਵਿੱਚ ਰਹਿਣ ਦੀ ਇੱਕ ਗੱਲ ਹੈ ਜਾਂ ਅੱਗੇ ਜਾ ਕੇ ਸੰਸਾਰ ਨੂੰ ਤੋਰਨਾ ਹੈ ਉਸ ਵਾਸਤੇ ਵਿਆਹ ਲੋਕ ਕਰਾਉਂਦੇ ਹਨ. ਕੋਈ ਸਪਿਰਿਚੁਅਲਿਟੀ ਦੇ ਨਾਲ ਇਹਦੇ ਨਾਲ ਕੋਈ ਮਤਲਬ ਨਹੀਂ ਸੀ. ਹੁਣ ਵੀ ਤੁਸੀਂ ਦੇਖੋਗੇ ਜਿਹੜੇ ਵੱਡੇ ਧਰਮਾਂ ਵਿੱਚ ਹਿੰਦੂਇਜ਼ਮ ਵਿੱਚ ਇਸਲਾਮ ਵਿੱਚ ਕ੍ਰਿਸਚੀਅਨਿਟੀ ਵਿੱਚ ਕੋਈ ਜਿਹੜੀਆਂ ਲਿੱਤੀਆਂ ਜਾਂਦੀਆਂ ਹਨ ਉਹਦੇ ਵਿੱਚ ਕੋਈ ਬਹੁਤੀਆਂ ਕੋਈ ਸਪਿਰਿਚੁਅਲ ਵਾਉਜ਼ ਨਹੀਂ ਲਿੱਤੀਆਂ ਜਾਂਦੀਆਂ. Christianity ਵਿੱਚ ਕੋਈ ਇਹੋ ਜਿਹੀ ਵਾਅ ਨਹੀਂ ਹੈ ਕਿ I promise to each other that we will find God before we die. ਉਹ ਜਿਹੀਆਂ ਕੋਈ ਵਾਅਜ਼ ਨਹੀਂ ਹਨ. ਹਾਂਜੀ ਵਾਅਜ਼ ਇਹ ਹਨ ਕਿ we will be together through good times and bad times and through illness, sickness and health and through rich or poor ਜਿੱਦਾਂ ਵੀ ਹੋਵਾਂਗੇ we will sail through this storm and we will always be together. But ਇਹੋ ਜਿਹੀਆਂ ਕੋਈ ਵਾਅ ਨਹੀਂ ਹਨ ਕਿ we promise to hold each other's hand and learn kirtan together or we promise to hold each other's hand and go to some different place or we will do परमात्मा ਦੀ ਸੇਵਾ ਜਾਂ ਮਾਤਾ ਸੇਵਾ ਕਰ ਉਹ ਜੀ ਕੋਈ ਵਾਉਜ਼ ਨਹੀਂ ਹੈ ਕਿਸੇ ਰਿਲੀਜਨ ਵਿੱਚ. ਸਿੱਖ ਧਰਮ ਵਿੱਚ ਗੁਰੂ ਨਾਨਕ ਦੇ ਘਰ ਇਥੋਂ ਰਸਤਾ ਮੁੜ ਗਿਆ ਇਥੋਂ ਅਲੱਗ ਹੋ ਗਏ ਉਸ ਤੋਂ. ਪਹਿਲੀ ਗੱਲ ਤੇ ਗੁਰੂ ਨਾਨਕ ਦੇਵ ਜੀ ਨੇ ਇਸ ਗੱਲ ਨੂੰ ਬਿਲਕੁਲ ਟ੍ਰੈਸ਼ ਕਰ ਦਿੱਤਾ ਬਿਲਕੁਲ ਇਸ ਗੱਲ ਦੀ ਰੱਦ ਕਰ ਦਿੱਤਾ ਇਸ ਨੂੰ ਕਿ ਘਰ-ਬਾਰ ਛੋੜਨ ਦੇ ਨਾਲ परमात्मा ਮਿਲਣ ਨਾਲ ਕੋਈ ਸੰਬੰਧ ਹੈ ਆਪਸ ਵਿੱਚ. ਉਹਨਾਂ ਨੇ ਬਿਲਕੁਲ ਐਗਜ਼ੈਕਟ ਆਪੋਜ਼ਿਟ ਸੰਦੇਸ਼ ਦਿੱਤਾ ਕਿ ਨਹੀਂ ਤੁਸੀਂ ਸਭ ਕੁਝ ਕਰਨਾ ਹੈ ਤੁਸੀਂ ਵਿਆਹ ਵੀ ਕਰਾਣੇ ਹਨ ਬੱਚੇ ਵੀ ਹੋਣੇ ਹਨ ਮਾਪਿਓ ਨਾਲ ਰਹਿਣਾ ਹੈ ਕਿਰਤ ਵੀ ਕਰਨੀ ਹੈ ਸਭ ਕੁਝ ਕਰਨਾ ਹੈ ਗੁਰਦੁਆਰੇ ਵੀ ਜਾਣਾ ਹੈ ਕੀਰਤਨ ਵੀ ਕਰਨਾ ਹੈ ਸਭ ਕੁਝ ਨਾਲ ਰਹਿ ਕੇ ਕਰਨਾ ਹੈ. ਤੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਤੇ ਇਹ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਬੰਦਾ ਘਰ ਵਿੱਚ ਰਹਿ ਕੇ ਵੀ ਅਲੇਪ ਰਵੇ ਮਾਇਆ ਤੋਂ. ਹਾਂਜੀ ਤੇ ਦਸਮ ਬਾਣੀ ਚੋਂ ਇੱਕ ਸ਼ਬਦ ਪੜ੍ਹਦੇ ਹੁਣ ਵੀ ਪੜ੍ਹਦੇ ਹੁੰਦੇ ਕਹਿੰਦੇ ਕਿ ਉਹ ਹੈ ਕਿ ਕਿਸ ਤਰ੍ਹਾਂ ਤੁਸੀਂ ਘਰ ਵਿੱਚ ਰਹਿ ਕੇ ਬਨਵਾਸ ਲੈਣਾ ਹੈ. ਹਾਂਜੀ ਘਰ ਵਿੱਚ ਰਹਿ ਕੇ
ਘਰ ਵਿੱਚ ਰਹਿ ਕੇ ਜਿਸ ਤਰ੍ਹਾਂ ਲੱਗਦਾ ਕਿ ਬਨਵਾਸ ਵਿੱਚ ਹੈ, ਘਰ ਵਿੱਚ ਰਹਿ ਕੇ ਵੀ ਲੱਗੇ ਕਿ ਤੁਸੀਂ ਘਰ ਵਾਲੇ ਨਾਲ ਨਹੀਂ ਹੋ। ਭਾਵ ਮਾਇਆ ਵਿੱਚ ਰਵੇ, ਪੈਸੇ ਵੀ ਕਮਾਏ, ਲੇਕਿਨ ਉਸ ਪ੍ਰਮਾਤਮਾ ਨੂੰ ਭੁੱਲੇ ਨਾ। ਹਾਂਜੀ, ਸੁਖਮਨੀ ਸਾਹਿਬ ਦੀ ਡਿਸਕਸ਼ਨ ਜਿਹੜੀ ਚੱਲਦੀ ਪਈ ਅੱਜ ਕੱਲ, ਸੁਖਮਨੀ ਸਾਹਿਬ ਦੀਆਂ ਅਸ਼ਪਦੀਆਂ ਤੋਂ ਜਦੋਂ ਅਸੀਂ ਨਿਕਲਾਂਗੇ ਤੇ 24th ਅਸ਼ਪਦੀ ਜਦੋਂ ਪਹੁੰਚਾਂਗੇ, whenever that happens by 2 or 3 or 4 years away, but whenever we reach that point though, ਸੁਖਮਨੀ ਦੀਆਂ I think 6ਵੇਂ ਸਟੈਂਜ਼ਾ ਵਿੱਚ ਜਾਂ 7ਵੇਂ ਸਟੈਂਜ਼ਾ ਦੀ 24th ਅਸ਼ਪਦੀ ਚ, I forgot the exact stanza number, ਉੱਥੇ ਇੱਕ ਵਰਡ ਆਏ ਹਨ, ਇਹ ਫਲ ਤਿਸ ਜਨ ਕੇ ਮੁਖ ਭਨੈ। ਜੀ, ਗੁਰੂ ਨਾਨਕ ਨਾਮ ਬਚਨ ਮਨ ਸੁਨੈ, ਉੱਥੇ ਇਹ ਵਰਡ ਆਏ ਹਨ ਕਿ ਅਗਲੀਆਂ ਜਿਹੜੀਆਂ ਅਗਲੇ ਸਟੈਂਜ਼ਾ ਵਿੱਚ ਜਿਹੜੇ ਫਲ ਜਿਹੜੇ ਆਏ ਹਨ, ਜਿਹੜੀਆਂ ਰਿਜ਼ਲਟ ਆਣਗੇ, ਇਹ ਸੁਖਮਨੀ ਦੇ ਪੜਨ ਵਾਲੇ ਨੂੰ ਇੱਕ ਸਮਝ ਲਓ ਕਿ ਬੂੰਦ ਦਿੱਤਾ ਹੋਇਆ, ਇੱਕ ਆਸ਼ੀਰਵਾਦ ਦਿੱਤਾ ਹੋਇਆ ਕਿ ਜੇ ਤੂੰ ਧਿਆਨ ਨਾਲ ਪੜੇਗਾ, ਜੇ ਮਨ ਨਾਲ ਪੜੇਗਾ ਤੇ ਇਹ ਫਲ ਤਿਸ ਜਨ ਕੇ ਮੁਖ ਭਨੈ, ਇਹ ਫਲ ਜਿਹੜੇ ਅੱਗੇ ਜਿਹੜੇ ਲਿਖੇ ਹੋਏ ਹਨ, ਜਿਹੜੇ ਫਲ ਇਹ ਉਸ ਜਨ ਨੂੰ ਪ੍ਰਾਪਤ ਹੋਣਗੇ। ਉਹਦੇ ਚ ਬੜੀਆਂ ਆਸ਼ੀਰਵਾਦ ਦਿੱਤੇ ਨੇ ਅਗਲੇ ਫਲ ਵਿੱਚ ਕੀ ਮਿਲੇਗਾ ਉਸਨੂੰ। ਉਹਦੇ ਚ ਇੱਕ ਫਲ ਬੜਾ ਜਿਹੜਾ ਔਖਾ ਮਿਲਣਾ ਹੈ, ਉਹ ਹੈ ਕਿ ਸਭ ਤੇ ਮਦ ਸਗਲ ਤੇ ਉਦਾਸ। ਆਏ ਹਨ ਵਰਡ, ਸੁਖਮਨੀ ਚ ਆਏ ਹਨ ਵਰਡ, ਸਭ ਕੇ ਮਦ ਸਗਲ ਤੇ ਉਦਾਸ। ਸਭ ਕੇ ਮਦ ਮਤਲਬ ਕਿ ਸਭ ਵਿੱਚ ਰਹੇਗਾ, ਮਾਇਆ ਦੇ ਵਿੱਚ ਘਿਰਿਆ ਰਹੇਗਾ। ਇਹ ਵਿਆਹ ਵੀ ਗ੍ਰਹਿਸਥ ਆਸ਼ਰਮ ਵਿੱਚ ਹੀ ਰਹੇਗਾ, ਇਹਦੇ ਬੱਚੇ ਵੀ ਹੋਣਗੇ, ਬੱਚਿਆਂ ਦੇ ਵਿਆਹ ਵੀ ਹੋਣਗੇ, ਮਾਪਿਓ ਨਾਲ ਰਹਿਣਗੇ। ਇਹ ਸਵੇਰੇ ਕਿਰਤ ਵੀ ਕਰੇਗਾ, ਕਿਰਤ ਕਰਕੇ ਵਾਪਸ ਆਏਗਾ ਘਰ, ਘਰ ਆ ਕੇ ਪ੍ਰਮਾਤਮਾ ਨੂੰ ਭੁੱਲੇਗਾ ਨਹੀਂ, ਉੱਥੇ ਆਫਿਸ ਵਿੱਚ ਹੋਏਗਾ ਤਾਂ ਨਹੀਂ ਭੁੱਲੇਗਾ। ਇਹ ਫਿਰ ਵੀ ਕੀਰਤਨ ਸਿੱਖੇਗਾ, ਇਹ ਫਿਰ ਵੀ ਕੀਰਤਨ ਕਰੇਗਾ, ਇਹ ਬਾਣੀ ਨਾਲ ਪਿਆਰ ਕਰੇਗਾ, ਮਾਨਵਤਾ ਦੀ ਸੇਵਾ ਕਰੇਗਾ, ਸੇਵਾ ਵਿੱਚ ਆਪਣਾ ਮਨ ਰੁਝਾਏਗਾ, ਗੁਰਦੁਆਰੇ ਵੀ ਆਏਗਾ, ਗੁਰਦੁਆਰੇ ਜਾ ਕੇ ਸੇਵਾ ਵੀ ਕਰੇਗਾ ਤੇ ਪਰਿਵਾਰ ਦੀ ਪ੍ਰਤਪਾਲਨਾ ਵੀ ਕਰੇਗਾ। ਇਹ ਹੈ ਸਭ ਕੇ ਮਦ ਤੇ ਸਗਲ ਤੇ ਉਦਾਸ। ਸਗਲ ਤੇ ਉਦਾਸ ਮਤਲਬ ਅਲੇਪ ਰਹੇਗਾ ਇਹਦਾ ਜੀਵਨ। ਇਹ ਸਿਰਫ ਆਪਣੇ ਪੁੱਤਰਾਂ ਧੀਆਂ ਨਾਲ ਰੁੱਝ ਨਹੀਂ ਜਾਏਗਾ, ਇਹ ਉੱਤੋਂ ਉੱਚੇ ਉੱਠ ਕੇ ਆਪਣੀ ਜੀਵਨ ਕਰੇਗਾ। ਇਹ ਗੁਰੂ ਨਾਨਕ ਦੇਵ ਜੀ ਦਾ ਇੱਕ ਬਹੁਤ ਵੱਡੇ ਇਸ ਘਰ ਦਾ ਅਸੂਲ ਰਿਹਾ ਹੈ ਸ਼ੁਰੂ ਤੋਂ। ਤੇ ਭਾਈ ਗੁਰਦਾਸ ਜੀ ਨੇ, ਮੈਂ ਇੱਕ ਕਬਿਤ ਹੁਣ ਕੋਟ ਕਰਨ ਵਾਲਾ, ਜਿਹੜਾ ਮੈਂ ਪਹਿਲੇ ਜੈਸਮੀਨ ਨੂੰ ਕੋਟ ਜਿਹੜਾ ਕਰਵਾ ਰਿਹਾ ਸੀ ਕਬਿਤ, ਇਸ ਕਬਿਤ ਵਿੱਚ ਦੇਖੋਗੇ ਕਿ ਭਾਈ ਸਾਹਿਬ ਨੇ ਐਗਜ਼ਾਮਪਲ ਦਿੱਤੀਆਂ ਬਣੀਆਂ, ਤੇ ਐਗਜ਼ਾਮਪਲ ਦੇ ਕੇ ਲਾਸਟ ਵਿੱਚ ਕਹਿੰਦੇ ਹਨ ਕਿ ਗ੍ਰਹਿਸਥ ਸਭ ਤੋਂ ਵੱਡੀ ਜਗ੍ਹਾ ਹੈ, ਗ੍ਰਹਿਸਥ ਵਰਗੀ ਹੋਰ ਕੋਈ ਜਗ੍ਹਾ ਨਹੀਂ। let me read the kabit for you. ਜੈਸੇ ਸਰ ਸਰੀਤਾ ਸਕਲ ਮੇ ਸਮੁੰਦਰ ਬਡੋ। ਹੁਣ ਇਹ ਲੈਂਗੁਏਜ ਜਿਹੜੀ ਹੈ ਭਾਈ ਗੁਰਦਾਸ ਦੀਆਂ ਵਾਰਾਂ ਦੀ ਲੈਂਗੁਏਜ ਪੰਜਾਬੀ ਹੈ, ਲੇਕਿਨ ਕਬਿਤ ਜਿਹੜੇ ਲਿਖੇ ਹਨ ਉਹਨਾਂ ਨੇ ਉਹਦੀ ਲੈਂਗੁਏਜ ਬ੍ਰਜ ਹੈ। ਸੋ ਇਹ ਬ੍ਰਜ ਵਿੱਚ ਲਿਖਿਆ ਹੋਇਆ ਹੈ। ਤੇ ਭਾਈ ਸਾਹਿਬ ਦੀ ਇੱਕ ਟਿਪੀਕਲ ਸਟਾਈਲ ਹੈ ਪੋਇਟਰੀ ਦਾ ਕਿ ਉਹ ਸੈਵਰਲ ਐਗਜ਼ਾਮਪਲਸ ਦੇਣਗੇ, ਪਹਿਲੀਆਂ 3 ਲਾਈਨਾਂ ਵਿੱਚ, 4 ਲਾਈਨਾਂ ਵਿੱਚ, ਲਾਸਟ ਵਿੱਚ ਆ ਕੇ ਜਿਹੜੀ ਤੱਤ ਦੀ ਗੱਲ ਜਿਹੜੀ ਹੈ ਉਹ ਗੱਲ ਕਰਨਗੇ, ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਹੈ। ਸੋ ਪਹਿਲੇ ਐਗਜ਼ਾਮਪਲ ਦਿੰਦੇ ਹਨ, ਜੈਸੇ ਸਰ ਸਰਿਤਾ ਸਕਲ ਮੇ ਸਮੁੰਦਰ ਬਡੋ। ਜਿਸ ਤਰ੍ਹਾਂ ਸਾਰੀਆਂ ਨਦੀਆਂ ਤੋਂ, ਸਾਰੇ ਬਾਡੀਜ਼ ਆਫ ਵਾਟਰ ਵਿੱਚੋਂ ਸਮੁੰਦਰ ਸਭ ਤੋਂ ਵੱਡਾ ਹੈ, ਸਮੁੰਦਰ ਬਡੋ। ਮੇਰ ਮੇ ਸੁਮੇਰ ਬਡੋ ਜਗਤ ਬਖਾਨ ਹੈ। ਤੇ ਮੇਰ ਕਹਿੰਦੇ ਹਨ ਪਰਬਤ ਨੂੰ, ਮਾਊਂਟੇਨਸ ਨੂੰ, ਤੇ ਸਾਰੇ ਮਾਊਂਟੇਨ ਵਿੱਚੋਂ ਸੁਮੇਰ ਪਰਬਤ ਹਿਸਟਰੀ ਵਿੱਚ ਆਇਆ ਹੈ, ਇੱਕ ਮਾਈਥੋਲੋਜੀਕਲ ਜਗ੍ਹਾ ਕਹਿ ਲਓ, ਜੋ ਵੀ ਕਹਿ ਲਓ, ਉਹ ਸਭ ਤੋਂ ਵੱਡਾ ਪਰਬਤ ਮੰਨਿਆ ਜਾਂਦਾ ਹੈ। ਉਸੀ ਤਰ੍ਹਾਂ ਤਰਬਰ ਵਿਖੇ ਜੈਸੇ ਚੰਦਨ ਬਿਰਖ ਬਡੋ। ਸਾਰੀ ਬਨਸਪਤੀ ਵਿੱਚੋਂ, ਸਾਰੀ ਵੈਜੀਟੇਸ਼ਨ ਵਿੱਚੋਂ ਚੰਦਨ ਦਾ ਜਿਹੜਾ ਬ੍ਰਿਖ ਹੈ, ਜਿਹੜਾ ਉਹ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। ਉਹ ਸੈਂਡਲਵੁੱਡ ਦਾ, ਉਹਨੂੰ ਸਭ ਤੋਂ ਵੱਡੀ ਦਾਤ ਪ੍ਰਾਪਤ ਹੈ, ਖੁਸ਼ਬੂ ਆਉਂਦੀ ਉਹਦੇ ਵਿੱਚੋਂ। ਤੇ ਅਗਲੀ ਐਗਜ਼ਾਮਪਲ ਦਿੰਦੇ ਹਨ, ਧਾਤ ਮੈਂ ਕਨਕ ਅਤ ਉੱਤਮ ਕੇ ਮਾਨ ਹੈ। ਤੇ ਸਾਰੀਆਂ ਧਾਤਾਂ ਵਿੱਚੋਂ, ਸਾਰੇ ਐਲੀਮੈਂਟ ਵਿੱਚੋਂ ਕਨਕ ਮਨੇ ਸੋਨਾ, ਗੋਲਡ, ਧਾਤ ਮੈਂ ਕਨਕ ਅਤ ਉੱਤਮ ਕੇ ਮਾਨ ਹੈ। ਸਭ ਤੋਂ ਵੱਡੀ ਧਾਤ ਜਿਹੜੀ ਹੈ ਉਹ ਸੋਨਾ ਮੰਨਿਆ ਜਾਂਦਾ ਹੈ, ਸੋਨੇ ਨੂੰ ਸਭ ਤੋਂ ਕੀਮਤੀ ਮੰਨਿਆ ਜਾਂਦਾ ਹੈ। ਪਛੀਅਨ ਮੇ ਹੰਸ। ਇਸੇ ਤਰ੍ਹਾਂ ਜਿਤਨੇ ਉੱਡਦੇ ਵਾਲੇ ਜਾਨਵਰ ਜਿਹੜੇ ਹਨ ਉਹਨਾਂ ਵਿੱਚੋਂ ਹੰਸ ਜਾਂ ਸਵਾਨ ਉੱਤਮ ਮੰਨੀ ਜਾਂਦੀ ਹੈ। ਮ੍ਰਿਗ ਰਾਜਨ ਮੇ ਸਾਰਦੂਲ। ਤੇ ਜੰਗਲਾਂ ਦੇ ਰਾਜੇ ਵਿੱਚ ਸਾਰਦੂਲ ਸ਼ੇਰ। ਸ਼ੇਰ ਸਭ ਤੋਂ ਵੱਡਾ ਜਾਨਵਰ ਜਿਹੜਾ ਰਾਜਾ ਦਾ ਸ਼ੇਰ ਹੈ ਜੰਗਲ ਦਾ, ਉਸ ਤੋਂ ਸਾਰੇ ਡਰਦੇ ਹਨ। ਤੇ ਹੁਣ ਸੰਗੀਤ ਬਾਰੇ ਗੱਲ ਆਈ ਹੈ, ਮੇਰਾ ਫੇਵਰੇਟ ਟਾਪਿਕ। ਔਰ ਦੇਖੋ ਸ਼੍ਰੀ ਰਾਗ ਨੂੰ ਕਿਤਨਾ ਉੱਤਮ ਸਥਾਨ ਦਿੱਤਾ ਹੈ ਭਾਈ ਗੁਰਦਾਸ ਜੀ ਨੇ। ਰਾਗਨ ਮੇ ਸ਼੍ਰੀ ਰਾਗ। ਇਸੀ ਵਾਸਤੇ ਸ਼੍ਰੀ ਨੂੰ ਸਭ ਤੋਂ ਪਹਿਲਾ ਦਰਜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਰਾਗਾਂ ਦੀ ਤਰਤੀਬਾਂ ਵਿੱਚੋਂ
श्री राग ਨੂੰ ਪਹਿਲਾ ਦਰਜਾ ਦਿੱਤਾ ਗਿਆ ਹੈ ਕਿਉਂਕਿ ਰਾਗਾਂ ਵਿੱਚੋਂ श्री सब तो प्रधान है। रागन में श्री राग पारस पखान है। पखान कहते हैं पत्थर ਨੂੰ ਤੇ ਪੱਥਰਾਂ ਵਿੱਚੋਂ ਪਾਰਸ ਜਿਹਦੇ ਨਾਲ ਛੂ ਕੇ ਸਾਰੇ ਸੋਨਾ ਹੋ ਜਾਂਦੀ ਹਨ। ਇਹ ਵੀ ਇੱਕ ਮਾਈਥੋਲੋਜੀਕਲ ਹੈ। ਪਾਰਸ ਹੁਣ ਹੈ, ਪਹਿਲੇ ਹੁੰਦੇ ਸਨ ਪਾਰਸ। ਪਾਰਸ ਪਖਾਨ ਹੈ, ਪੱਥਰਾਂ ਵਿੱਚੋਂ ਪਾਰਸ ਵੱਡਾ ਹੈ, ਰਾਗਾਂ ਵਿੱਚੋਂ ਸ਼੍ਰੀ ਵੱਡਾ ਹੈ, ਜੰਗਲ ਵਿੱਚ ਸ਼ੇਰ ਵੱਡਾ ਹੈ ਤੇ ਪੰਛੀਆਂ ਵਿੱਚੋਂ ਹੰਸ ਵੱਡਾ ਹੈ। ਤੇ ਹੁਣ ਕਹਿੰਦੇ ਹਨ ਗਿਆਨਨ में ज्ञान और ध्यानन में ध्यान गुर सकल धर्म में गृहस्थ प्रधान है। ਤੇ ਸਭ ਤੋਂ ਵੱਡੇ ਗਿਆਨਨ ਵਿੱਚੋਂ ਸਭ ਤੋਂ ਵੱਡਾ ਗਿਆਨ, ਧਿਆਨ ਵਿੱਚੋਂ ਸਭ ਤੋਂ ਵੱਡਾ ਧਿਆਨ ਗੁਰੂ ਕੋਲੋਂ ਮਿਲਦਾ ਹੈ। ਲੇਕਿਨ ਧਰਮ ਵਿੱਚੋਂ ਸਭ ਤੋਂ ਵੱਡਾ ਧਰਮ ਸਕਲ ਧਰਮ में गृहस्थ प्रधान है। ਸਭ ਤੋਂ ਵੱਡਾ ਧਰਮ ਜਿਹੜਾ ਵੈ ਉਹ ਗ੍ਰਹਿਸਥ ਆਸ਼ਰਮ ਹੈ, ਗ੍ਰਹਿਸਥ ਹੈ, ਜਿੱਥੇ ਉਸ ਪ੍ਰਮਾਤਮਾ ਦੀ ਮਰਜ਼ੀ ਅਨੁਸਾਰ ਜਿਸ ਤਰ੍ਹਾਂ ਉਸਨੇ ਦੁਨੀਆ ਬਣਾਈ ਹੋਈ ਹੈ ਉਹਦੀ ਮਰਜ਼ੀ ਅਨੁਸਾਰ ਇਹ ਰਹਿੰਦਾ ਹੈ ਤੇ ਗ੍ਰਹਿਸਥ ਵਿੱਚ ਜਾ ਕੇ ਪ੍ਰਮਾਤਮਾ ਦੀ ਪ੍ਰਾਪਤੀ ਕਰਦਾ ਹੈ। ਜਿਸ ਤਰ੍ਹਾਂ ਸਾਰੇ ਗੁਰੂਆਂ ਨੇ ਵਿਆਹ ਕੀਤੇ ਹਨ, ਸਾਰੇ ਗੁਰੂਆਂ ਦੇ ਧੀਆਂ ਪੁੱਤਰ ਹਨ, ਲੇਕਿਨ ਉਹ ਅਵਸਥਾ ਉਹਨਾਂ ਨੇ ਪ੍ਰਾਪਤ ਕੀਤੀ ਹੈ ਜਿਹੜੀ ਅਵਸਥਾ ਸਾਧੂ ਜਨ ਪ੍ਰਾਪਤ ਕਰਨ ਜਾਂਦੇ ਹਨ ਜੰਗਲਾਂ ਵਿੱਚ, ਉਹ ਨਹੀਂ ਪ੍ਰਾਪਤ ਕਰ ਸਕੇ ਜਿਹੜੇ ਗ੍ਰਹਿਸਥ ਪ੍ਰਾਪਤ ਕਰ ਗਏ। ਇਸ ਵਾਸਤੇ ਗ੍ਰਹਿਸਥ ਆਸ਼ਰਮ ਨੂੰ ਬਹੁਤ ਵੱਡਾ ਇੱਕ ਸਥਾਨ ਗੁਰਪੰਥ ਨੇ ਦਿੱਤਾ ਹੈ। ਤੇ ਆਈ ਐਮ ਗੋਇੰਗ ਟੂ ਕੰਟੀਨਿਊ ਮਾਈ ਥਾਟ ਪ੍ਰੋਸੈਸ। I'm going to stop for a few seconds and see if anybody had a question on this particular kabit that I just read from Bhai Gurdas. Vijay, I want you to explain sometimes about the Paras stone. I know it's a mythological stone, so many things there. So I know. and you have time, you don't have to do it. Yeah, sure. Badi example Gurbani chahiye hoyi hain, you know, and what is really, is it really a stone, or is it really something, or is pehle it hona hai ਕਈ ਚੀਜ਼ਾਂ ਪਹਿਲੇ ਸਨ ਜਿਹੜੀਆਂ ਨਹੀਂ ਰਹੀਆਂ ਹੁਣ, you know. ਸੋ ਜਿਸ ਤਰ੍ਹਾਂ ਬੜੀਆਂ ਐਗਜ਼ਾਮਪਲ ਗੁਰਬਾਣੀ ਚ ਹੋਰ ਵੀ ਇਹੋ ਜਿਹੀਆਂ ਬੜੀਆਂ ਐਗਜ਼ਾਮਪਲਸ ਗੁਰਬਾਣੀ ਚ ਆਈਆਂ ਹਨ ਜਿਹੜੀਆਂ ਉਸ ਵੇਲੇ ਚੀਜ਼ਾਂ ਸਨ ਜਿਹੜੀਆਂ ਹੁਣ ਨਹੀਂ ਰਹੀਆਂ, you know. ਸੋ ਪਾਰਸ ਉਹਨਾਂ ਵਿੱਚੋਂ ਹੈ। ਬਟ ਇਹ ਮੇਰਾ ਫੇਵਰਿਟ, ਵਨ ਆਫ ਮਾਈ ਫੇਵਰਿਟਸ ਕਬਿਤ ਹੈ। ਇਹਦੇ ਵਿੱਚ ਭਾਈ ਸਾਹਿਬ ਬੜੀ ਕਲੈਰਿਟੀ ਕਰ ਦਿੰਦੇ ਹਨ ਹਰ ਚੀਜ਼ ਦੀ ਕਿ ਗ੍ਰਹਿਸਥ ਕਿੰਨਾ ਵੱਡਾ ਧਰਮ ਔਰ ਕਿਤਨੀ ਵੱਡੀ ਹੈ, ਕਿਤਨਾ ਵੱਡਾ ਇਸ ਚੀਜ਼ ਨੂੰ ਦਰਜਾ ਮਹਾਰਾਜ ਨੇ। ਦੇਖੋ, I'm not kidding when I say this though, ki just imagine when Guru Nanak spoke about this stuff though 500-550 ਸਾਲ ਪਹਿਲੇ 5000 ਤੋਂ ਇੱਕ ਚੀਜ਼ ਤੁਹਾਨੂੰ ਸਿਖਾਈ ਜਾ ਰਹੀ ਹੈ ਤੁਹਾਨੂੰ, ਹਾਂਜੀ। 5000 ਸਾਲ ਬਾਅਦ 4500 ਸਾਲ ਬਾਅਦ ਇੱਕ ਅਗਮ ਇਹੋ ਜਿਹਾ ਪੁਰਖ ਪੈਦਾ ਹੁੰਦਾ ਹੈ ਜਿਹੜਾ ਕਹਿੰਦਾ ਨਹੀਂ ਇਹ ਠੀਕ ਨਹੀਂ ਹੈ। We don't care ਅਗਰ ਤੁਸੀਂ 4500 ਸਾਲ ਤੋਂ ਕਰ ਰਹੇ ਹੋ। I don't agree with that. So ek bahut we don't need the shlok in the front now, Jasmine. We can go back to the regular screen. Agar kisi no I saw a comment there, somebody needed a shlok kabit number 376 hai Gurjeet Virji, if you want to look it up though. If you have a book at home, you can look it up. If you don't have it, I can make a photocopy of that and take a picture and send it to you. That's not a problem. So yeah, so Gurbani ਵਿੱਚ ਤੁਸੀਂ ਦੇਖ ਕੇ ਦੇਖੋ ਕਿਤਨੀ ਵੱਡੀ revolutionary thought ਉਸ ਵੇਲੇ ਮਹਾਰਾਜ ਨੇ ਦਿੱਤੀ ਸਾਨੂੰ ਇਸ ਬਾਰੇ। ਤੇ ਇੱਕ ਹੋਰ ਮੈਂ ਗੱਲ ਕਵਾਂ before I delve into the lama itself, you know, ਕਿ ਉਸ ਵੇਲੇ ਸਾਡੀਆਂ ਪੁਰਾਣੀਆਂ ਕਿਤਾਬਾਂ ਵਿੱਚੋਂ ਇੱਕ ਭਾਈ ਦਇਆ ਸਿੰਘਰਾਂ ਦਾ ਰਹਿਤਨਾਮਾ ਤੇ ਇੱਕ ਪ੍ਰੇਮ ਸੋ ਮਾਰਗ ਗ੍ਰੰਥ, ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਈਮ ਦੀਆਂ ਰਚਨਾਵਾਂ ਹਨ ਦੋਨੋਂ। ਤੇ ਉਸ ਵੇਲੇ ਇਹ ਇੱਕ ਮੰਨਿਆ ਜਾਂਦਾ ਸੀ ਕਿ ਜਦੋਂ ਕੁੜੀ ਜਾਂ ਮੁੰਡਾ ਵਿਆਹਣ ਜੋਗਾ ਹੋ ਜਾਵੇ ਤੇ ਉਹਦਾ ਜੋਗ ਵਰ ਢੂੰਡਿਆ ਜਾਏ ਜਾਂ ਕੁੜੀ ਢੂੰਡੀ ਜਾਏ ਉਹਦੇ ਵਾਸਤੇ। ਤੇ 3-4 ਗੱਲਾਂ ਦੀ ਹੁੰਦੀ ਸੀ। ਇੱਕ ਮੈਂ ਪੜ੍ਹ ਕੇ ਸੁਣਾਣਾ ਤੁਹਾਨੂੰ ਬੜਾ ਅਜੀਬ ਲੱਗੇਗਾ ਕਿ ਗੁਰਮਤ ਅਨੁਸਾਰ ਸਭ ਤੋਂ ਵੱਡੇ ਗੁਣ ਕੁੜੀ ਵਿੱਚ ਜਾਂ ਮੁੰਡੇ ਵਿੱਚ ਕਿਹੜੇ ਹੋਣੇ ਚਾਹੀਦੇ ਨੇ ਜਿਹੜੇ ਮਾਪਿਓ ਉਸ ਵੇਲੇ 400 ਸਾਲ ਪਹਿਲੇ ਦੇਖਦੇ ਸਨ। I don't think so. ਅੱਜ ਕੱਲ ਮਾਪਿਓ don't have a big role in selecting a spouse for your son and children when those days are long gone. I think but still ਉਸ ਵੇਲੇ ਜੋ ਸਨ ਜੋ ਰੂਲ ਜਿਹੜੇ ਮੈਂ ਕਈ ਵਾਰੀ ਪੜ੍ਹ ਕੇ ਆਪ ਹੈਰਾਨ ਹੋ ਜਾਂਦਾ ਕਿ ਉਸ ਵੇਲੇ ਕਿਤਨੇ ਲੋਕਾਂ ਦੀ ਉੱਚੀ ਸੋਚ ਤੇ ਮਤ ਕਿਤਨੀ ਉੱਚੀ ਸੀ। ਇਹ ਪ੍ਰੇਮ ਸੋ ਮਾਰਗ ਵਿੱਚੋਂ ਹੈ ਜਿਹੜੀ ਬੁੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਈਮ ਉਹਨਾਂ ਦੇ ਹੁੰਦਿਆਂ ਇਹ ਬੁੱਕ ਪ੍ਰਕਾਸ਼ਿਤ ਹੋਈ, ਗੁਰਸਿੱਖਾਂ ਨੇ ਲਿਖੀ ਹੈ। ਤੇ ਕਹਿੰਦੇ ਨੇ ਕਿ
पहली शर्त यह है कि गरीब होवे। गरीब इत्थे मने कि नहीं कि पैसे ना होण उहदे कोलों, इत्थे गरीब दा मतलब है कि अत निम्रता वाला होवे, चाहे कुड़ी होवे चाहे मुंडा होवे, अत निम्रता होवे, हद तो ज्यादा ह्यूमिलिटी होवे उहदे विच। फिर किरती होवे, पैसे कमाण वाला होवे, नहीं कि किरत ना करदा होवे। फिर किरती होवे ते खालस होवे, भाव अमृत छकिया होवे है जी, गुरु नूं मंदा होवे, ककारां दा धारणी होवे। मैंने याद है अज तो माय डैड यूज्ड टू टेल मी एंड माय ग्रैंडफादर यूज्ड टू टेल मी, अजकल ते नहीं पर पहले जो विआह कराउण तो पहले पुछदे सन अमृत छकिया होया है। अजकल ये कहंदे ने जे नहीं छकिया ते छक लो है जी, ये नहीं कहंदे कि नहीं छकोगे तो विआह नहीं करावांगे। पर एक टाइम सी जदों विआह नहीं हो सकदा सी लोगां दा जद तक अमृत छकिया ना होवे। ते इत्थे वर्ड आए हन संजोग ऐसी, ए हुण ब्रज है, संजोग ऐसी कुल विखे करे जिथे सिखी अकाल पुरख दी होवे। मैं आई एम कोटिंग फ्रॉम प्रेम सुमारक तो। सिखी अकाल पुरख दी होवे भाव एक परमात्मा नूं मिलन वाला गुरु ग्रंथ साहिब महाराज विश्वास रखण वाला सिख होवे हां जी, धागियां सूतियां वाला सिख ना होवे, जोशियां कोल जाण वाला सिख ना होवे है जी, ककारां वाला सिख होवे, एक अकाल नूं मंदा होवे, दसम पिता नूं अपना गुरु मने है जी, ओ जा सिख होवे। संजोग ऐसी कुल विखे करे जिथे सिखी अकाल पुरख दी होवे, खालसा होवे, गरीब है, किरती है, तां संजोग बिना पुछे करे। ते अगे लिखिया होया है करजाई ना होवे, मने बहुता लोन ना लेता होवे, भाव करजे दे भार दे थले परिवार ना होवे उहदा। ते इहो जे परिवार विच अपनी धी या अपना पुत्र लोग उस वेले विआह दे टाइम, प्रेम सुमारक तो बड़ा लंबा चैप्टर, आई डोंट वांट टू रीड द होल थिंग। अगे जाके लिखिया है गुरु निरंकार की आंख भरोसे ऊपर देवे, आनंद करे, मने आनंद कारज करे, गुरु भावे तां बेटी बहुत सुखी होवे, अत माता पिता नूं बहुत खुशी देगी। ये हुण उस वेले दी लैंग्वेज है प्रेम सुमारक तो। If anybody wants to read it, you can though. भाई कान सिंह नाभा ने गुरमत मारतंड विच सेकंड पार्ट ऑफ द गुरमत मारतंड विच इस टॉपिक नु खोलिया। मैं उसी पेज नु कॉपी करके तुहानू सुनाया हुणे इस वेले। उन्होंने भाई साहब ने दूसरियां बड़ियां एग्जाम्पल दित्तियां हन ते रहतनामा भाई दया सिंह जी दा रहतनामा उस वेले जिहड़े पंज प्यारियां विचों एक सन, आनंद बिना विवाह ना करे उहदे चों आया, बगैर आनंद कारज दे और किसी रीति रसूल नु गुरसिख मन्ने ना। हां जी, तो इस बैकग्राउंड ते अगे लावां दी डिस्कशन हुण शुरू करांगे फॉर्मली। ते लाम या लाम दे जिहड़े अखरी अर्थ हैं वो हैं टू गो अराउंड इन सर्कल्स। कईयां ने रस्सी भी लिखिया है, कईयां ने बड़े मीनिंग लिखे हैं, बट बेसिकली इफ यू व्हेन यू गो अराउंड इन अ सर्कुलर फैशन नु लाम कहंदे हन। ते चार लावां गुरु रामदास पातशाह दी लिखियां हुईयां हैं जिहड़ियां विआह दे टाइम पढ़ियां जांदियां हन आनंद कारज दे टाइम। ते ये लावां उन्हां दा विआह अपना विआह जदों उन्हां दी खुद दी शादी होई, जदों when he got married himself, उन्हां दा विआह इस कारज आनंद कारज विच आप उन्हां ने इस तरह कीता। ते बाकी गुरुआं दे जितनियां फिर उस तो बाद होए विआह होए, उन्हां दी जो शादी दा टाइम आया, विवाह दा टाइम आया, जो ते सारियां दे आनंद कारज जिहड़े हैं इसी तरह होए। उस तो बाद गुरु हरगोबिंद महाराज दे भी उंची होया, गुरु हरराय साहब दा जितने भी शादियां जदों भी होईयां जिन्हां दियां ਉਹ ਸਾਰੇ ਵਿਵਾਹ ਜਿਹੜੇ ਹਨ ਆਨੰਦ ਕਾਰਜ ਦੇ ਰੂਪ ਵਿੱਚ ਹੋਏ ਹਨ। ਅੱਗੇ ਜਾ ਕੇ ਇਹ ਰੂਲ ਫਿਰ ਕਾਇਮ ਰਿਹਾ ਜਦੋਂ ਸਿੱਖ ਜੰਗਲਾਂ ਵਿੱਚ ਰਹਿੰਦੇ ਸਨ, ਜਦੋਂ ਵਹੀਰਾਂ ਵਿੱਚ ਰਹਿੰਦੇ ਸਨ, ਜਦੋਂ ਛੋਟੇ ਘੱਲੂਘਾਰੇ ਵਿੱਚੋਂ ਵੱਡੇ ਘੱਲੂਘਾਰੇ ਵਿੱਚੋਂ ਜਿਤਨੇ ਆਨੰਦ ਕਾਰਜ ਉਸ ਵੇਲੇ ਹੁੰਦੇ ਸਨ ਸਭ ਇਸ ਟਾਈਮ ਦੇ ਹੁੰਦੇ ਸਨ ਸਾਰੇ। ਇਹ ਅਸੂਲ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੱਕ ਚੱਲਦਾ ਰਿਹਾ। ਉਹਨਾਂ ਦੀ ਡੈਥ ਤੋਂ ਬਾਅਦ ਫਿਰ ਕੰਮ ਖਰਾਬ ਹੋ ਗਿਆ ਬੜਾ। ਅੰਗਰੇਜ਼ਾਂ ਦਾ ਰਾਜ ਆ ਗਿਆ 1849 ਵਿੱਚ, ਐਜ਼ ਆਈ ਸੈਡ ਬਿਫੋਰ। ਤੇ ਉਹਨਾਂ ਨੇ ਫਿਰ ਸਿੱਖ ਧਰਮ ਦੇ ਵਿੱਚ ਕਾਫੀ ਕੁਝ ਹਿੰਦੂਇਜ਼ਮ ਦਾ ਬਹੁਤ ਵੱਡਾ ਇਨਫਲੂਐਂਸ ਆਣਾ ਸ਼ੁਰੂ ਹੋ ਗਿਆ। ਹੁੰਦਿਆਂ ਇਹ ਟਾਈਮ ਆ ਗਿਆ ਕਿ 1880s ਤੱਕ, 1885 1890 ਤੱਕ ਆਲਮੋਸਟ ਆਨੰਦ ਕਾਰਜ ਦੀ ਰਸਮ ਸਿੱਖ ਰੀਤੀ ਰਿਵਾਜ ਤੋਂ ਬਿਲਕੁਲ ਖਤਮ ਹੋ ਗਈ। ਹਾਂਜੀ, ਸੋ ਤੁਸੀਂ ਸੋਚ ਕੇ ਦੇਖੋ ਕਿ what we went through and then how it all got restarted in 1909 ਵਿੱਚ ਜਾ ਕੇ ਆਨੰਦ ਕਾਰਜ ਦਾ ਐਕਟ ਜਿਹੜਾ ਪਾਸ ਹੋਇਆ। ਉਸ ਤੋਂ ਬਾਅਦ we will go through that again though। ਪਰ ਹੁਣ ਲਾਵਾਂ ਦੀ ਜਿਹੜੀ ਮੇਨ ਜਿਹੜਾ ਫੋਕਸ ਜਿਹੜਾ ਹੈ ਅੱਜ ਦਾ, ਇਹ ਬੈਕਗਰਾਉਂਡ ਮੈਂ ਬਿਲਡ ਅਪ ਕਰਨੀ ਸੀ ਤੁਹਾਨੂੰ, ਤੁਹਾਡੇ ਵਾਸਤੇ ਪਹਿਲੇ ਸਿਖਾਉਣ ਵਾਸਤੇ ਕਿ ਗ੍ਰਹਿਸਥ ਆਸ਼ਰਮ ਦੇ ਕਿੰਨਾ ਵੱਡਾ ਸਥਾਨ ਮਹਾਰਾਜ ਨੇ ਦਿੱਤਾ ਹੈ।
let me read the first few lines of the first lama. Te Suhi Mahalla Chotha, Har Pehli Lam Pravriti Karam Didaya Balram Jiyo, Bani Brahma Ved Taram Dido Pap Tajaya Balram Jiyo, Taram Dido Har Naam Te Avo Simrit Naam Didaya, Satgur Gur Pura Aradho Sab Kilbik Pap Gavaya, Sahaj Anand Hoawat Bhagi Man Har Har Meetha Laya, Jan Kahe Nanak Lam Pehli Arambh Kaj Rachaya. ਤੇ ਪਹਿਲੀ ਲਾਮ ਦੀ ਜਿਹੜੀ ਸਭ ਤੋਂ ਇੰਪੋਰਟੈਂਟ ਜਿਹੜੀ ਲਾਈਨ ਹੈ, ਜਿਹੜੀ ਫਰਸਟ ਲਾਈਨ, ਉਹ ਹੈ ਕਿ ਹਰ ਪੈਰੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਪ੍ਰਵਿਰਤੀ ਕਰਮ ਨੂੰ ਗੁਰੂ ਨੇ ਦ੍ਰਿੜਾ ਦਿੱਤਾ ਪਹਿਲੀ ਲਾਮ ਵਿੱਚ। ਸੋ ਆਬਵੀਅਸ ਕੁਐਸਚਨ ਹੈ ਕਿ ਪ੍ਰਵਿਰਤੀ ਕਰਮ ਕੀ ਹੈ, ਪ੍ਰਵਿਰਤੀ ਕੀ ਹੈ। एंशिएंट हिंदुइज्म ਵਿੱਚ ਦੋ ਰਸਤੇ ਹਨ ਪ੍ਰਮਾਤਮਾ ਤੱਕ ਜਾਣ ਦੇ, ਜਾਂ ਪ੍ਰਮਾਤਮਾ ਤੱਕ ਇੱਕ ਨਾ ਜਾਣ ਦਾ ਰਸਤਾ ਹੈ ਔਰ ਇੱਕ ਜਾਣ ਦਾ ਰਸਤਾ ਹੈ। ਜਾਣ ਦਾ ਰਸਤਾ ਹੈ, ਇੱਕ ਹੈ ਪ੍ਰਵਿਰਤੀ, ਇੱਕ ਹੈ ਨਿਵ੍ਰਿਤੀ। ਨਿਵ੍ਰਿਤੀ ਦੇ ਰਸਤੇ ਵਿੱਚ ਪ੍ਰਮਾਤਮਾ ਮਿਲਦਾ ਹੈ, ਨਿਵ੍ਰਿਤੀ ਦੇ ਰਸਤੇ ਵਿੱਚ ਘਰ-ਬਾਰ ਛੋੜਨਾ ਹੈ, ਨਿਵ੍ਰਿਤੀ ਦੇ ਰਸਤੇ ਵਿੱਚ ਮਾਇਆ ਤੋਂ ਮੋਹ ਘਟਾਣਾ ਹੈ, ਨਿਵ੍ਰਿਤੀ ਦੇ ਰਸਤੇ ਵਿੱਚ ਬਾਕੀ ਚੀਜ਼ਾਂ ਨੂੰ ਇੰਨੀ ਇੰਪੋਰਟੈਂਸ ਨਹੀਂ ਦੇਣੀ ਤੇ ਪ੍ਰਮਾਤਮਾ ਬਾਰੇ ਚਿੰਤਨ ਕਰਕੇ ਉੱਤਕ ਪਹੁੰਚਣਾ ਹੈ। ਪ੍ਰਵਿਰਤੀ ਦੇ ਰਸਤਾ ਹੈ ਜਿਹੜਾ ਹੈ, ਉਹ ਹੈ ਵਰਲਡਲੀ ਵੇ, ਦੁਨੀਆ ਦਾ ਰਸਤਾ। ਉਹਦੇ ਵਿੱਚ ਚੇਂਜਸ ਹਨ ਬੜੀਆਂ, ਹਾਂਜੀ, ਉੱਚ ਨੀਚਤਾ ਬੜੀ ਹੈ, ਕਦੀ ਗਰੀਬ ਹੈ ਕਦੀ ਨਹੀਂ ਹੈ, ਕਦੀ ਸਰੀਰ ਠੀਕ ਹੈ ਕਦੀ ਬਿਮਾਰ ਹੈ, ਕਦੀ ਅਮੀਰ ਹੈ ਕਦੀ ਗਰੀਬ ਹੈ, ਕਦੀ ਰੂਪ ਬੜਾ ਸੋਹਣਾ ਹੈ ਕਦੀ ਕੁਰੂਪਤਾ ਹੈ, ਕਦੀ ਬੜਾ ਪਤਲਾ ਹੈ ਫਿਰ ਕਈ ਵਾਰੀ ਅੱਗੇ ਜਾ ਕੇ ਇਤਨਾ ਪਤਲਾ ਸ਼ਾਇਦ ਨਾ ਰਵੇ, ਕਿਧਰੇ ਜਨਮ ਹੈ ਫਿਰ ਕਿਧਰੇ ਮਰਨ ਹੈ। ਹਰ ਜਗ੍ਹਾ ਡੁਆਲਿਟੀ ਚਲਦੀ ਹੈ ਪ੍ਰਵਿਰਤੀ ਕਰਮ ਵਿੱਚ। ਤੇ ਪ੍ਰਵਿਰਤੀ ਕਰਮ ਦੀ ਜਿਹੜੀ ਡੁਆਲਿਟੀ ਹੈ, ਜਿਹੜੀ ਕਿਉਂਕਿ ਸੰਸਾਰ 'ਚ ਹੋਇਆ, ਸੰਸਾਰ 'ਚ ਰਹਿਣਾ ਹੈ, ਸੰਸਾਰ ਵਿੱਚ ਦੁੱਖ ਸੁੱਖ ਚਲਦੇ ਹਨ ਨਾਲ ਨਾਲ। ਅੱਜ ਦੁੱਖ ਹੈ ਕੱਲ ਸੁੱਖ ਹੈ, ਕੱਲ ਫਿਰ ਪਰਸੋਂ ਫਿਰ ਸੁੱਖ ਹੈ ਫਿਰ ਦੁੱਖ ਹੈ। ਅੱਜ ਹਨੇਰਾ ਹੈ ਕੱਲ ਰੋਸ਼ਨੀ ਹੈ, ਹਾਂਜੀ, ਅੱਜ ਅਮੀਰ ਹੈ ਕੱਲ ਗਰੀਬ ਹੈ, ਅੱਜ। ਸੋ ਇਹ ਜਿਹੜੀ ਡੁਆਲਿਟੀ ਜਿਹੜੀ ਚਲਦੀ ਹੈ ਪ੍ਰਵਿਰਤੀ ਕਰਮ ਦੀ, ਇਸ ਕਰਮ ਨੂੰ ਮਹਾਰਾਜ ਕਹਿੰਦੇ ਹਨ ਕਿ ਪਹਿਲੀ ਲਾਮ ਵਿੱਚ ਜਿਹੜੇ ਵਿਆਹਣ ਵਾਲੇ ਦੰਪਤੀ ਜਿਹੜੇ ਹਨ, ਜਿਹੜੇ ਜਿਨ੍ਹਾਂ ਦਾ ਵਿਆਹ ਹੁਣ ਹੋਣ ਜਾ ਰਿਹਾ ਹੈ, ਇਹਨਾਂ ਨੂੰ ਤੁਸੀਂ ਹੁਣ ਪ੍ਰਵਿਰਤੀ ਕਰਮ ਦ੍ਰਿੜ ਕਰ ਲਵੋ, ਜਾਂ ਗੁਰੂ ਨੇ ਤੁਹਾਨੂੰ ਪ੍ਰਵਿਰਤੀ ਕਰਮ ਵਿੱਚ ਦ੍ਰਿੜ ਕਰਾਣਾ ਹੈ ਕਿ ਇਹ ਦੇਖੋ ਵਿਆਹ ਜਿਹੜੇ ਵਿਆਹ ਕਰਾ ਰਹੇ ਹੋ, ਕਿ ਇਹ ਹੁਣ ਅੱਗੇ ਲਾਈਫ ਵਿੱਚ ਇਹ ਵਰਲਡਲੀ ਵੇ ਤੁਸੀਂ ਅਡਾਪਟ ਕਰਨ ਜਾ ਰਹੇ ਹੋ। ਤੇ ਇਸ ਵਰਲਡਲੀ ਵੇ ਦੇ ਦੋ ਪਹਿਲੂ ਤੁਹਾਡੇ ਜੀਵਨ 'ਚ ਆਣਗੇ। ਅੱਜ ਗਰੀਬ ਹੋ ਕੱਲ ਅਮੀਰ ਹੋ ਸਕਦੇ ਹੋ, ਜਾਂ ਅੱਜ ਅਮੀਰ ਬੜੇ ਹੋ ਕੱਲ ਗਰੀਬ ਹੋ ਸਕਦੇ ਹੋ। ਅੱਜ ਵੱਡੇ ਘਰ 'ਚ ਰਹਿੰਦੇ ਹੋ, ਕੋਈ ਵੱਡੀ ਗੱਲ ਨਹੀਂ, ਕੱਲ ਛੋਟੇ 'ਚ ਰਹਿਣਾ ਪੈ ਜਾਏ। ਅੱਜ ਤੁਹਾਡਾ ਹਸਬੈਂਡ ਜਾਂ ਤੁਹਾਡੀ ਵਾਈਫ ਬੜੀ ਅਟਰੈਕਟਿਵ ਲੱਗਦੀ ਹੈ, ਤੇ ਹੋ ਸਕਦਾ ਅੱਜ ਤੋਂ 20 ਇਅਰਸ ਬਾਅਦ ਉਹ ਫਿਜ਼ੀਕਲ ਅਟਰੈਕਸ਼ਨ ਨਾ ਹੋਵੇ ਜੋ ਪਹਿਲੇ ਸੀ, ਹਾਂਜੀ। ਅੱਜ ਸਰੀਰ ਬੜਾ ਸਵਸਥ ਹੈ, ਬੜਾ ਠੀਕ ਹੈ, ਹੱਥ ਪੈਰ ਠੀਕ ਚੱਲਦੇ ਹਨ, ਅੱਖਾਂ ਠੀਕ ਦੇਖਦੀਆਂ ਹਨ, ਮੂੰਹ ਠੀਕ ਬੋਲਦਾ ਹੈ, ਕੰਨ ਠੀਕ ਸੁਣਦੇ ਹਨ। ਹੋ ਸਕਦਾ ਹੈ 25-30 ਸਾਲਾਂ ਬਾਅਦ ਇਹ ਗੱਲ ਨਾ ਰਵੇ, ਜਾਂ 5 ਸਾਲਾਂ ਬਾਅਦ ਗੱਲ ਨਾ ਰਵੇ, ਹਾਂਜੀ। ਤੇ ਇਹ ਪ੍ਰਵਿਰਤੀ ਕਰਮ ਨੂੰ ਦ੍ਰਿੜਾਣਾ ਹੈ ਕਿ ਇਹ ਨਾ ਹੋਵੇ ਕਿ ਕੁਝ ਉੱਚ ਨੀਚ ਹੋ ਜਾਵੇ ਕੱਲ ਪਰਸੋਂ, ਜਾਂ ਸਾਲ ਬਾਅਦ, 2 ਸਾਲ ਬਾਅਦ, 4 ਸਾਲ ਬਾਅਦ, 5 ਸਾਲ ਬਾਅਦ, ਤੇ ਤੁਹਾਡੇ ਆਪਸ ਦੇ ਰਿਲੇਸ਼ਨਸ਼ਿਪ ਕੁਝ ਵਿਗੜ ਜਾਣ ਆਪਸ ਵਿੱਚ, ਹੈ ਨਾ। ਇਹ ਨਾ ਹੋਵੇ ਕਿ ਅੱਜ ਬੜੇ ਅਮੀਰ ਹਾਂ ਤੇ ਕੱਲ ਗਰੀਬ ਹੋ ਜਾਈਏ, ਤੁਸੀਂ ਇੱਕ ਦੂਸਰੇ ਨੂੰ ਐਡਜਸਟ ਨਾ ਕਰ ਸਕੋ। ਤੇ ਇਹ ਪ੍ਰਵਿਰਤੀ ਕਰਮ ਨੂੰ ਦ੍ਰਿੜਾਇਆ ਹੈ ਇੱਥੇ। ਤੇ ਆਮ ਬੰਦੇ ਦੀ ਸੋਚ ਹੋਏਗੀ ਕਿ ਪ੍ਰਵਿਰਤੀ ਕਰਮ ਨੂੰ ਦ੍ਰਿੜਾ ਕਿਉਂ ਰਹੇ ਹਨ, ਹਾਂਜੀ। ਜਾਣਾ ਤੇ ਨਿਵ੍ਰਿਤੀ, ਜਾਣਾ ਤੇ ਪ੍ਰਮਾਤਮਾ ਦੇ ਮੇਲ ਦੀ ਤਰਫ ਹੈ ਅਸੀਂ, ਤੇ ਪ੍ਰਵਿਰਤੀ ਕਰਮ ਨੂੰ ਕਿਉਂ ਦ੍ਰਿੜਾ ਰਹੇ ਹਨ? ਕਿਉਂਕਿ ਨਾਨਕ ਦੇ ਘਰ ਵਿੱਚ ਨਿਵ੍ਰਿਤੀ ਦਾ ਰਸਤਾ ਪ੍ਰਵਿਰਤੀ ਦੇ ਵਿੱਚੋਂ ਹੋ ਕੇ ਜਾਂਦਾ ਹੈ, ਹਾਂਜੀ। ਨਿਵ੍ਰਿਤੀ ਪ੍ਰਵਿਰਤੀ ਦੇ ਵਿੱਚ ਹੈ। ਇਹ ਹੁਣ ਚੌਥੀ ਲਾਮ ਵਿੱਚ ਇਸ ਗੱਲ ਦੀ ਕਲੈਰਿਟੀ ਹੋ ਜਾਏਗੀ। ਤੀਸਰੀ ਲਾਮ ਦੇ ਬਿਗਨਿੰਗ ਵਿੱਚ ਇਸ ਪ੍ਰੋਸੈਸ ਦੀ ਕਲੈਰਿਟੀ ਆਣੀ ਸ਼ੁਰੂ ਹੋ ਜਾਏਗੀ ਕਿ ਕਿਤਨੀ ਉੱਚ ਸੋਚ ਸੀ। ਦੇਖ ਕੇ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਕਿ ਪਹਿਲੇ ਪ੍ਰਵਿਰਤੀ ਕਰਮ ਨੂੰ ਦ੍ਰਿੜਾਉਂਦੇ ਹਨ, ਤੇ ਪ੍ਰਵਿਰਤੀ ਕਰਮ ਨੂੰ ਇੱਥੇ ਪੋਜ਼ਿਟਿਵ ਕੋਨੋਟੇਸ਼ਨ ਚ ਵਰਡ ਆਇਆ ਹੈ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। हे ਬਲਰਾਮ, हे ਮੇਰੇ ਪ੍ਰਮਾਤਮਾ ਜੀਓ, ਇਸ ਪਹਿਲੜੀ ਲਾਮ ਵਿੱਚ ਇੱਕ ਨਵੇਂ ਵਿਆਹਣ ਵਾਲੇ ਦੰਪਤੀ ਨੂੰ ਪ੍ਰਵਿਰਤੀ ਕਰਮ ਦ੍ਰਿੜਾਓ, ਜਾਂ ਦ੍ਰਿੜਾ ਦਿੱਤਾ ਹੈ ਤੁਸੀਂ ਪ੍ਰਵਿਰਤੀ ਕਰਮ, ਕਿਉਂਕਿ ਇਹ ਪ੍ਰਵਿਰਤੀ ਕਰਮ ਵਿੱਚ ਦ੍ਰਿੜ ਹੋਣਗੇ ਤੇ ਇਹਨਾਂ ਦੀ ਰਿਲੇਸ਼ਨਸ਼ਿਪ ਆਪਸ ਵਿੱਚ ਠੀਕ ਰਹੇਗੀ, ਤੇ ਪਰਮਾਤਮਾ ਦੀ ਰਿਲੇਸ਼ਨਸ਼ਿਪ ਇਹਨਾਂ ਨਾਲ ਵੀ ਠੀਕ ਰਹੇਗੀ। ਇਹਨਾਂ ਨੂੰ ਇਹ ਗੱਲ ਦ੍ਰਿੜਾ ਦਿਓ। ਪਰ ਬਹੁਤ ਜਗ੍ਹਾ ਗੁਰਬਾਣੀ ਵਿੱਚ ਮੈਂ ਤਾਂ ਮੈਂਸ਼ਨ ਕੀਤੀ ਗੱਲ ਕਿ ਪ੍ਰਵਿਰਤੀ ਕਰਮ ਨੂੰ ਜਾਂ ਪ੍ਰਵਿਰਤੀ ਨੂੰ ਨੈਗੇਟਿਵ ਕੋਨੋਟੇਸ਼ਨ ਵਿੱਚ ਹੀ ਬੜੀ ਵਰਡ ਆਇਆ ਹੈ। ਉਹਦਾ ਇੱਕ ਸ਼ਲੋਕ ਮੈਂ ਸੰਸਕ੍ਰਿਤ ਚ ਚੁਣਿਆ ਹੈ, ਜਿਹੜਾ ਮੈਂ ਡਿਸਕਸ ਕਰਾਂਗਾ ਹੁਣੇ। ਉਸ ਸ਼ਲੋਕ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ
ਪ੍ਰਵਿਰਤੀ ਕਰਮ ਜਿਹੜੇ ਪ੍ਰਵਿਰਤੀ ਤੱਕ ਰੁਕ ਜਾਂਦੇ ਹਨ ਨਾ, ਜਿਹੜੇ ਅੱਗੇ ਨਹੀਂ ਵੱਧ ਸਕਦੇ, ਜਿਹੜੇ ਕਹਿੰਦੇ ਹਨ ਵਰਲਡਲੀ ਵੇ ਤੱਕ ਹੀ ਸਾਰਾ ਕੁਝ ਹੈ, ਅੱਗੇ ਕੁਝ ਨਹੀਂ ਹੈ, ਉਹਨਾਂ ਬੰਦਿਆਂ ਨੂੰ ਘੋਰ ਚੇਤਾਵਨੀ ਦਿੱਤੀ ਹੈ ਤੇ ਕਿਹਾ ਹੈ ਜਿਹੜੇ ਇੱਥੇ ਰੁਕ ਜਾਂਦੇ ਹਨ ਉੱਥੇ ਵਰਡ ਆਏ ਹਨ ਵ੍ਰਿਤੰਤ ਵਿਨਾਸ਼ਨੰ। Jasmine, if you can bring that shlok up on the screen if you're listening though. Let me read the shlok out to you pehle कि जन्मं त मरणं हरखं त सोगं भोगं त रोगं ऊचं त नीचं नाना सो मूचं राजं त मानं अभिमानं त हीनं प्रवृत्त मार्गं वर्तंत विनाशनं गोविंद भजन साध संगेन अस्थिरं नानक भगवंत भजनासनं। सहस्कृति है, एक अलग लैंग्वेज है जिहड़ी उस वेले काशी दे आस-पास संत जना कोल जिहड़े पढ़े लिखे सन, जिहड़े इंटैलेक्चुअल जिहड़ी कम्युनिटी जिहड़ी सी ਉਹ संस्कृति बोलदी सी उस वेले। जिहड़ी संस्कृत ते प्राकृत दा मिश्रण है, ਇਹ ਸ਼ਲੋਕ ਸਾਰੇ संस्कृति ਦੇ ਉਚਾਰਨ ਹੋਏ ਹਨ ਤੇ ਇੱਥੇ ਪ੍ਰਵਿਰਤੀ ਦੇ ਮਾਰਗ ਦੀ ਡਿਸਕ੍ਰਿਪਸ਼ਨ ਦਿੰਦੇ ਹਨ ਗੁਰੂ। ਔਰ ਇਸ ਤੋਂ ਅੱਛੀ ਕੋਈ ਐਗਜ਼ਾਮਪਲ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ। ਜਨਮੰ ਤਾਂ ਮਰਣੰ ਹਰਖੰ ਤਾਂ ਸੋਗੰ, ਇਹ ਪ੍ਰਵਿਰਤੀ ਦਾ ਮਾਰਗ ਹੈ। ਕਿਹੜਾ? ਜਿੱਥੇ ਜਨਮ ਹੈ ਉੱਥੇ ਮਰਨ ਹੈ। ਦੋਨੋਂ ਚੀਜ਼ਾਂ ਨਾਲ ਨਾਲ ਚਲਦੀਆਂ ਹਨ ਦੁਨਿਆਵੀ ਜਗ੍ਹਾ ਵਿੱਚ। ਮਰਨ ਤੋਂ ਬਿਨਾ ਜਨਮ ਨਹੀਂ ਹੈ, ਜਨਮ ਤੋਂ ਬਿਨਾ ਮਰਨ ਨਹੀਂ ਹੈ। ਹਰਖੰ ਤਾਂ ਸੋਗੰ, ਅੱਜ ਖੁਸ਼ੀ ਹੈ ਤੇ ਸੋਗ ਮਨੇ ਗਮੀ। ਜਿੱਥੇ ਖੁਸ਼ੀ ਹੈ ਉੱਥੇ ਗਮੀ ਵੀ ਹੈ। ਹਰਖੰ ਤਾਂ ਸੋਗੰ, ਅੱਜ ਖੁਸ਼ੀ ਹੈ ਕੱਲ ਗਮੀ ਹੈ, ਪਰਸੋਂ ਗਮੀ ਹੈ ਫਿਰ ਸੁਖੀ ਹੈ। ਤੇ ਭੋਗੰ ਤਾਂ ਰੋਗੰ, ਤੇ ਜੇ ਭੋਗ ਹਨ ਦੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਖਾਣੀਆਂ ਪਸੰਦ ਹਨ, ਜਿਹੜੀਆਂ ਚੀਜ਼ਾਂ ਤੁਹਾਨੂੰ ਸੂਟ ਨਹੀਂ ਕਰਦੀਆਂ, ਇਹ ਕਈ ਚੀਜ਼ਾਂ ਜਿਹੜੀਆਂ ਤੁਸੀਂ ਕਰਦੇ ਹੋ ਜਿਹੜੀਆਂ ਕਰਕੇ ਤੁਹਾਨੂੰ ਬਾਅਦ ਤਕਲੀਫ ਹੁੰਦੀ ਹੈ, ਉਹ ਬੰਦਾ ਫਿਰ ਵੀ ਕਰਦਾ ਹੈ। ਭੋਗੰ, ਉਹ ਭੋਗ ਕਰਦਾ ਤੇ ਨਾਲ ਰੋਗ ਲੱਗਦੇ ਹਨ, ਉਸ ਰੋਗੰ ਲੱਗਦੇ ਹਨ। ਊਚੰ ਤਾਂ ਨੀਚੰ ਨਾਨਾ ਸੋ ਮੂਚੰ, ਤੇ ਊਚੰ ਕਹਿੰਦੇ ਹਨ ਉੱਚੇ ਨੂੰ, ਨੀਚ ਕਹਿੰਦੇ ਹਨ ਨੀਚ ਨੂੰ। ਅੱਜ ਉੱਚਾ ਹੈ ਕੱਲ ਨੀਵਾਂ ਹੈ, ਕੱਲ ਨੀਵਾਂ ਹੈ ਪਰਸੋਂ ਫਿਰ ਉੱਚਾ ਹੈ। ਤੇ ਨਾਨਾ ਸੋ ਮੂਚੰ, ਮੂਚੰ ਕਹਿੰਦੇ ਨੇ ਵੱਡਾ ਨੂੰ, ਨਾਨਾ ਕਹਿੰਦੇ ਨੇ ਛੋਟੇ ਨੂੰ। ਅੱਜ ਛੋਟਾ ਹੈ ਕੱਲ ਵੱਡਾ ਹੈ, ਕੱਲ ਉੱਚਾ ਹੈ ਕੱਲ ਨੀਵਾਂ ਹੈ। ਭਾਵ ਡੁਆਲਿਟੀ ਚਲਦੀ ਹੈ ਨਾਲ ਨਾਲ ਇਸ ਵਰਲਡਲੀ ਵੇ ਵਿੱਚ। ਇਹੀ ਪ੍ਰਵਿਰਤੀ ਦਾ ਮਾਰਗ ਹੈ। ਰਾਜੰ ਤਾਂ ਮਾਨੰ ਅਭਿਮਾਨੰ ਤਾਂ ਹੀਨੰ, ਕਈ ਜੇ ਰਾਜ ਹੈ ਤੇ ਰਾਜ ਨਾਲ ਫਿਰ ਮਾਨ ਆ ਜਾਂਦਾ ਹੈ ਅੰਦਰ, ਤੇ ਮਾਨ ਨਾਲ ਅਭਿਮਾਨ ਆ ਜਾਂਦਾ ਹੈ। ਤੇ ਬਹੁਤਾ ਅਭਿਮਾਨ ਬਣ ਜਾਏ, ਬਹੁਤਾ ਅਭਿਮਾਨੀ ਹੋ ਜਾਵੇ ਤੇ ਫਿਰ ਹੀਣਕ ਹੋ ਜਾਂਦੀ ਹੈ। ਭਾਵ ਇੱਕ ਦਿਨ ਉਹਦੀ ਅਭਿਮਾਨ ਗਿਰ ਜਾਂਦਾ ਉਹਦਾ। ਤੇ ਮਹਾਰਾਜ ਇੱਥੇ ਪੰਡਤਾਂ ਨੂੰ ਉਪਦੇਸ਼ ਦਿੰਦੇ ਹਨ, ਸਿਰਫ ਪ੍ਰਵਿਰਤੀ ਦੇ ਮਾਰਗ ਵਿੱਚ ਜਿਹੜਾ ਰਹਿ ਗਿਆ, ਪ੍ਰਵਿਰਤ ਮਾਰਗੰ ਵਰਤੰਤ ਵਿਨਾਸ਼ਨੰ, ਜਿਹੜਾ ਸਿਰਫ ਵਰਲਡਲੀ ਵੇ ਵਿੱਚ ਇਨਗ੍ਰੋਸ ਹੋ ਜਾਵੇ, ਜਿਹੜਾ ਸਭ ਇੱਥੇ ਦਾ ਇੱਥੇ ਹੀ ਕੰਮ ਰਹਿ ਜਾਵੇ, ਉਹਦਾ ਵਿਨਾਸ਼ ਹੋ ਜਾਂਦਾ ਹੈ। ਉਹ ਰਹਿ ਨਹੀਂ ਸਕਦਾ ਬਹੁਤੇ ਦਿਨ। ਲੇਕਿਨ ਗੋਇੰਗ ਬੈਕ ਟੂ ਦ ਲਾਵਾ ਨਾਓ, ਹਰ ਪੈਰਡੀ ਲਾਮ we can take that away। ਹਰ ਪੈਰਡੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ। ਪਰ ਇੱਥੇ ਪ੍ਰਵਿਰਤੀ ਕਰਮ ਨੂੰ ਦ੍ਰਿੜਾਉਂਦੇ ਹਨ ਮਹਾਰਾਜ, ਇੱਥੇ ਸਮਝਾਉਂਦੇ ਹਨ। ਦੇਖੋ ਪ੍ਰਮਾਤਮਾ ਦੇ ਰਸਤੇ ਤੇ ਚੱਲਣ ਵਾਲਿਓ, ਵਿਆਹ ਨਵਾਂ ਕਰਾਉਣ ਵਾਲਿਓ, ਤੁਹਾਡੇ ਅੰਦਰ ਇਹ ਦੁੱਖ ਸੁੱਖ ਤੁਹਾਡੇ ਜੀਵਨ ਚ ਆਣਗੇ, ਊਚ ਨੀਚ ਤੁਹਾਡੇ ਜੀਵਨ ਵਿੱਚ ਆਏਗਾ, ਰੁਕ ਨਹੀਂ ਸਕਦੇ ਤੁਸੀਂ ਇਸ ਨੂੰ। ਹਨੇਰਾ ਰੋਸ਼ਨੀ ਤੁਹਾਡੇ ਜੀਵਨ ਚ ਆਣਗੀਆਂ, ਗਰੀਬੀ ਅਮੀਰੀ ਤੁਹਾਡੇ ਜੀਵਨ ਚ ਆਏਗੀ। ਇਸ ਗੱਲ ਨੂੰ ਮੰਨ ਲਵੋ ਤੁਸੀਂ, ਇਸ ਗੱਲ ਨੂੰ ਦ੍ਰਿੜ ਕਰਾ ਲਵੋ ਤੁਸੀਂ, ਕਿਉਂਕਿ ਇਹ ਪ੍ਰਵਿਰਤੀ ਦਾ ਮਾਰਗ ਹੈ, ਇਹ ਦੁਨਿਆਵੀ ਰਸਤਾ ਹੈ ਸਾਰਾ। ਰਾਜੰ ਤਾਂ ਮਾਨੰ ਅਭਿਮਾਨੰ ਤਾਂ ਹੀਨੰ ਵਾਲਾ ਕੰਮ ਹੋਣਾ ਹੈ ਤੁਹਾਡੇ ਨਾਲ, ਪਰ ਤੁਸੀਂ ਦ੍ਰਿੜ ਰਹਿਣਾ ਹੈ। ਫਿਰ ਅੱਗੇ ਉਪਦੇਸ਼ ਦਿੰਦੇ ਹਨ, ਇਹ ਦ੍ਰਿੜ ਕਲਿਆ ਨਹੀਂ ਹੋ ਸਕਦਾ, ਇਹ ਬੜਾ ਮੁਸ਼ਕਲ ਹੈ ਇਸ ਸਟਾਰਮ ਨੂੰ ਵੈਦਰ ਕਰਨਾ। ਇਸ ਸਟਾਰਮ ਦੇ ਵਿੱਚੋਂ ਚੱਲਣਾ ਹੋਵੇ ਤੁਹਾਨੂੰ, ਤੇ ਫਿਰ ਤੁਹਾਨੂੰ ਗੁਰਬਾਣੀ ਦੀ ਸਹਾਇਤਾ ਲੈਣੀ ਪਏਗੀ। ਬਾਣੀ ਤੁਹਾਡੀ ਮਦਦ ਕਰੇਗੀ। ਬਾਣੀ ਨੂੰ ਆਪਣੇ ਜੀਵਨ ਦਾ ਸਥੰਭ ਬਣਾਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਜੇ ਬਾਣੀ ਨੂੰ ਜਿਹੜਾ ਉਸ ਬ੍ਰਹਮ ਨੂੰ, ਬ੍ਰਹਮਾ ਵੇਦ ਦੱਦ ਨੂੰ ਔਕੜ ਗਿਆਨ। ਹਾਂਜੀ, ਵੇਦ ਜਦੋਂ ਬਾਏ ਦਾ ਵੇ ਫਰਮ ਅ ਗ੍ਰਾਮੈਟਿਕਲ ਐਂਗਲ ਵੀ ਸਮਝ ਲਓ ਇਸ ਗੱਲ ਨੂੰ ਕਿ ਕਈ ਵਾਰੀ ਕਨਫਿਊਜ਼ਨ ਹੋ ਜਾਂਦੀ ਹੈ ਇਸ ਕਨਸੈਪਟ ਤੇ। ਐਜ਼ ਅ ਜਨਰਲ ਰੂਲ, ਕਿਧਰੇ ਐਕਸੈਪਸ਼ਨ ਵੀ ਹੈ ਦੀਆਂ, ਪਰ ਐਜ਼ ਅ ਜਨਰਲ ਰੂਲ ਜਦੋਂ ਵੇਦ ਦਾ ਦੱਦਾ ਮੁਕਤਾ ਹੋਏਗਾ ਜਦੋਂ, ਤੇ ਉੱਥੇ ਵੇਦ ਦਾ ਮਤਲਬ ਹੈ ਚਾਰ ਵੇਦ, ਚਾਰੋਂ ਵੇਦ। ਹਾਂਜੀ, ਸੋ ਫॉर एग्जांपल ਸੁਖਮਨੀ ਵੀ ਜਦੋਂ ਵੇਦ ਦੀ ਗੱਲ ਆਏਗੀ, ਜਦੋਂ ਆਣੀ ਹੈ ਸਿਮਰੋ ਸਿਮਰੋ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਇ ਮਿਟਾਵੋ, ਸਿਮਰੋ ਜਾਸ ਬਿਸੰਬਰ ਏਕ ਹੈ, ਨਾਮ ਜਪਤ ਅਗੰਤ ਅਨੇਕ ਹੈ, ਸਿਮਰਤ ਵੇਦ ਪੁਰਾਨ ਸੁਧ ਆਖਿਰ, ਉੱਥੇ ਵੇਦ ਦਾ ਦੱਦਾ ਮੁਕਤਾ ਹੈ। ਹਾਂਜੀ,
ਕਿਉਂਕਿ ਉੱਥੇ ਰੈਫਰੈਂਸ ਹੈ ਚਾਰਾਂ ਵੇਦਾਂ ਦੀ। ਪਰ ਜਦੋਂ ਵੇਦ ਗਿਆਨ ਰੂਪ ਵਿੱਚ ਆਏਗਾ ਐਜ਼ ਅ ਜਨਰਲ ਰੂਲ, ਡੋਂਟ ਹੈਂਗ ਮੀ ਇਫ ਆਈ ਐਮ ਰੋਂਗ, ਕਿਧਰੇ ਕਿਧਰੇ ਐਕਸੈਪਸ਼ਨਸ ਵੀ ਹਨ, ਜਿੱਥੇ ਵੇਦ ਦੇ ਦੱਦੇ ਨੂੰ ਔਕੜ ਹੋਏਗਾ ਉੱਥੇ ਵੇਦ ਗਿਆਨ ਰੂਪ ਵਿੱਚ ਆਇਆ ਹੈ। ਬ੍ਰਹਮ ਤੇ ਬ੍ਰਹਮ ਦਾ ਗਿਆਨ, ਬਾਣੀ ਵਿੱਚ ਉਸ ਪ੍ਰਮਾਤਮਾ ਬ੍ਰਹਮਾ ਜਾਂ ਬ੍ਰਹਮ, ਉਹ ਇੱਕ ਜਿਹੜਾ ਪੈਦਾ ਕਰਨ ਵਾਲਾ ਸਭ ਨੂੰ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਇਹ ਬਾਣੀ ਜਿਹੜੇ ਉਸ ਪ੍ਰਮਾਤਮਾ ਦੇ ਨੌਲੇਜ ਨੂੰ ਦ੍ਰਿੜ ਵਾਲੀ ਹੈ, ਜਿਹੜੀ ਪ੍ਰਮਾਤਮਾ ਦਾ ਨੌਲੇਜ ਦੇਣ ਵਾਲੀ ਹੈ, ਉਸ ਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਉੱਚੀ ਥਾਂ ਦਿਓ। ਇਸ ਬਾਣੀ ਨੂੰ ਦ੍ਰਿੜ ਕਰ ਲਵੋ। ਇਹ ਗੁਰਬਾਣੀ ਜਿਹੜੀ ਗੁਰੂਆਂ ਨੇ ਲਿਖੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ, ਤੇ ਪਾਪ ਨੂੰ ਤਜ ਦਿਓ, ਨੈਗੇਟਿਵ એનર્ਜੀ ਨੂੰ ਤਿਆਗ ਦਿਓ। ਜੇ ਨੈਗੇਟਿਵ એનર્ਜੀ ਤੋਂ ਦੂਰ ਰਹੋਗੇ ਤੇ ਨੈਗੇਟਿਵ એનર્ਜੀ ਤੋਂ ਦੂਰ ਰਹਿ ਕੇ ਇਸ ਬਾਣੀ ਨੂੰ ਦ੍ਰਿੜ ਕਵੋਗੇ, ਤੇ ਇਹ ਬਾਣੀ ਦ੍ਰਿੜ ਕੀਤੀ ਹੋਈ ਤੁਹਾਡੇ ਪ੍ਰਵਿਰਤੀ ਕਰਮ ਨੂੰ ਦ੍ਰਿੜ ਕਰਾਏਗੀ। ਇਹ ਤੁਹਾਨੂੰ ਸਿਖਾਏਗੀ ਬਾਣੀ ਕਿ ਦੁੱਖ ਸੁੱਖ ਤੁਹਾਡੇ ਜੀਵਨ ਦਾ ਹਿੱਸਾ ਹੈ। ਦੁੱਖ ਸੁੱਖ ਆਣਗੇ ਤੁਹਾਡੇ ਜੀਵਨ ਵਿੱਚ, ਉੱਚ ਨੀਚ ਆਏਗੀ ਤੁਹਾਡੀ ਜ਼ਿੰਦਗੀ ਵਿੱਚ, ਅਪ ਐਂਡ ਡਾਊਨ ਹੋਏਗੀ ਤੁਹਾਡੀ ਲਾਈਫ ਵਿਆਹ ਤੋਂ ਬਾਅਦ। ਇੱਕ ਸਰ ਕਿਸੇ ਦੀ ਲਾਈਫ ਨਹੀਂ ਰਹਿੰਦੀ। ਅਸੀਂ ਸਾਰੇ, ਮੋਸਟ ਆਫ ਦ ਪੀਪਲ ਹੇਅਰ ਸਿਟਿੰਗ ਹੇਅਰ, ਏਜ ਵਾਲੇ ਸਭ ਬੜਿਆਂ ਦੇ ਵਿਆਹ ਹੋਏ, we all know that there is no such thing as ਕਿ every time you're all in a honeymoon mode ਵਿੱਚ ਬੰਦਾ ਰਹੇ। there is no such thing। ਬੰਦਾ ਉੱਚ ਨੀਚ ਆਂਦੀ ਹੈ, ਅਮੀਰੀ ਗਰੀਬੀ ਆਂਦੀ ਹੈ, ਹਾਂਜੀ, ਦਿਨ ਰਾਤ ਬਦਲਦੇ ਹਨ, ਸੁੱਖ ਦੁੱਖ ਆਂਦੇ ਹਨ, ਵੱਡੇ ਘਰ ਛੋਟੇ ਘਰ ਹਨ, ਛੋਟੇ ਘਰ ਤੋਂ ਵੱਡੇ ਘਰ ਵਿੱਚ ਜਾਂਦਾ ਹੈ। ਕਈ ਵਾਰੀ ਅੱਛੀ ਜੌਬ ਹੁੰਦੀ ਹੈ, ਕਈ ਵਾਰੀ ਨਹੀਂ ਹੁੰਦੀ, ਕਈ ਵਾਰੀ ਫਿਜ਼ੀਕਲ ਰੂਪ ਬਦਲ ਜਾਂਦਾ ਹੈ। ਮਹਾਰਾਜ ਉਪਦੇਸ਼ ਦਿੰਦੇ ਹਨ ਪਹਿਲੀ ਲਾਮ ਵਿੱਚ ਨਵੇਂ ਦੰਪਤੀ ਨੂੰ ਕਿ ਹੇ ਮੇਰੇ ਦੰਪਤੀ ਜੀਓ, ਪਰਮਾਤਮਾ ਦੇ ਰਸਤੇ ਵਿੱਚ ਵੀ ਤੇ ਨਵੇਂ ਵਿਆਹਣ ਵਾਲੇ ਦੇ ਰਸਤੇ ਵਿੱਚ ਵੀ ਪਹਿਲੇ ਪ੍ਰਵਿਰਤੀ ਮਾਰਗ ਨੂੰ ਅਪਣਾ ਲਵੋ। ਪ੍ਰਵਿਰਤੀ ਧਰਮ ਨੂੰ ਦ੍ਰਿੜ ਕਰ ਲਵੋ। ਪ੍ਰਵਿਰਤੀ ਧਰਮ ਨੂੰ ਦ੍ਰਿੜ ਕਰੋਗੇ, ਅੱਗੇ ਜਿਹੜੇ ਸਟਾਰਮਸ ਆਣਗੇ ਉਹਨਾਂ ਨੂੰ ਵੈਦਰ ਕਰਨ ਵਿੱਚ ਤੁਹਾਨੂੰ ਆਸਾਨੀ ਰਹੇਗੀ ਬਹੁਤ। ਪਹਿਲੇ ਹੀ ਸਮਝ ਜਾਓ ਕਿ ਸਟਾਰਮ ਆਣਗੇ, ਪਹਿਲੇ ਹੀ ਸਮਝ ਜਾਓ ਕਿ ਵਰਲਡਲੀ ਵੇ ਹੈ। ਤੇ ਪੂਰੀ ਬਾਕੀ ਦੀ ਲਾਮ ਮੈਂ ਹਰ ਇੱਕ ਲਾਈਨ ਦੀ ਟ੍ਰਾਂਸਲੇਸ਼ਨ ਨਹੀਂ ਕਰਨੀ, otherwise it will become a too long a session though। ਧਰਮ ਦ੍ਰਿੜੋ ਹਰ ਨਾਮ ਤੇ ਆਵੋ, ਸਿਮਰਤ ਨਾਮ ਦ੍ਰਿੜਾਇਆ। ਤੇ ਧਰਮ ਨੂੰ, ਇਹ ਧਰਮ ਪ੍ਰਵਿਰਤੀ ਦੇ ਧਰਮ ਨੂੰ, ਬਾਣੀ ਦੇ ਧਰਮ ਨੂੰ ਦ੍ਰਿੜ ਕਰ ਲਵੋ। ਤੇ ਦ੍ਰਿੜ ਕੀ ਹੁੰਦਾ ਹੈ? ਵਾਟ ਇਜ਼ ਦ ਡੈਫੀਨੇਸ਼ਨ ਆਫ ਦ੍ਰਿੜ? ਦ੍ਰਿੜ ਹੁੰਦਾ ਹੈ ਕਿ ਤੁਹਾਡੇ ਵਿੱਚ ਉਹ ਨੈਚੁਰਲ ਅਵਸਥਾ ਵਿੱਚ ਚੱਲੇ। ਹਾਂਜੀ, ਜੇ 4 ਸਾਲ 5 ਸਾਲ ਦੀ ਉਮਰ ਵਿੱਚ ਬਾਈਕ ਚਲਾਣੀ ਸਿੱਖੀ ਹੋਵੇ, ਤੇ ਜੇ ਕੋਈ 50 ਸਾਲ ਨਾ ਚਲਾਏ ਤੇ 55 ਈਅਰ 올ਡ ਤੇ ਕੋਈ ਬਾਈਕ ਚਲਾਏ ਤਾਂ ਉਹਨੂੰ ਯਾਦ ਆਏ ਕਿ ਚਲਾਣੀ ਹੈ। ਜੀ, ਤੇ ਕੋਈ ਆਸਾ ਰਾਗ ਦੀ ਰੀਤ 10 ਸਾਲ ਦੀ ਉਮਰ ਵਿੱਚ ਝਪਤਾਲ ਵੀ ਸਿੱਖੀ ਹੋਵੇ ਤੇ ਇਤਨੀ ਦ੍ਰਿੜ ਹੋਵੇ ਕਿ 40 ਸਾਲ ਗਾਏ ਨਾ ਉਸਨੂੰ, ਤੇ 40 ਸਾਲ ਤੋਂ ਬਾਅਦ ਕੋਈ ਗਾ ਦਿਓ ਜੀ ਉਸਨੂੰ, ਤੇ ਫਟਾਫਟ ਗਾ ਦੇ ਜਿਸ ਤਰ੍ਹਾਂ ਪਹਿਲੇ ਦਿਨ ਗਾਈ ਸੀ, ਤੇ ਸਮਝ ਲਓ ਕਿ ਉਹ ਰੀਤ ਦ੍ਰਿੜ ਹੈ ਇਹਦੇ ਚ। ਬਾਣੀ ਨੂੰ ਉਸੇ ਤਰ੍ਹਾਂ ਆਪਣੇ ਜੀਵਨ ਵਿੱਚ ਦ੍ਰਿੜ ਕਰ ਲਵੋ ਤੇ ਨਾਮ ਨੂੰ ਧਿਆਵੋ ਇਸ ਤਰ੍ਹਾਂ ਕਿ ਸਿਮਰਤ ਨਾਮ ਰੂਪੀ ਨਾਮ ਦ੍ਰਿੜਾਇਆ ਹੋਵੇ, ਭਾਵ ਯਾਦ ਵਰਗਾ ਹੋਵੇ, ਸਿਮਰਤ ਰੂਪ ਹੋਵੇ, ਭਾਵ ਉਹਦੀ ਯਾਦ ਨਾਲ ਹੋਵੇ, ਪਿਆਰ ਨਾਲ, ਪ੍ਰੇਮਾ ਭਗਤੀ ਵਾਲੇ ਭਜਨ ਬੰਦਗੀ ਹੋਵੇ ਉਹਦੀ ਜ਼ਿੰਦਗੀ ਵਿੱਚ, ਕੋਈ ਓਲੇ ਵਾਲੀ ਨਾ ਹੋਵੇ, ਕੋਈ ਜ਼ਬਰਦਸਤੀ ਵਾਲੀ ਨਾ ਹੋਵੇ ਕੋਈ। ਤੇ ਉਸ ਆਪਣੇ ਪੂਰੇ ਸਤਿਗੁਰ ਨੂੰ, ਜਿਹੜਾ ਸਤਿਗੁਰ ਬਾਣੀ ਰੂਪ ਵਿੱਚ ਹੈ, ਜਿਹੜਾ ਪਹਿਲੇ ਹੀ ਕਹੇ ਆਏ ਹਨ ਕਿ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਸਤਿਗੁਰ ਗੁਰ ਪੂਰਾ ਆਰਾਧੋ ਸਭ ਕਿਲਬਿਕ। ਜੇ ਉਸ ਪ੍ਰਮਾਤਮਾ ਨੂੰ ਆਰਾਧੋਗੇ ਤੇ ਸਾਰੇ ਫਿਰ ਸਹਿਜ ਆਨੰਦ ਹੋਆ ਵਡਭਾਗੀ। ਫਿਰ ਇਹ ਆਨੰਦ ਜਿਹੜੇ ਬਾਣੀ ਦੇ ਹਨ, ਇਹਦੇ ਵਿੱਚੋਂ ਪ੍ਰਵਿਰਤੀ ਧਰਮ ਨੂੰ ਦ੍ਰਿੜ ਕਰ ਲਵੋਗੇ, ਤੁਸੀਂ ਪ੍ਰਵਿਰਤੀ ਦੇ ਰਸਤੇ ਨੂੰ ਦ੍ਰਿੜ ਕਰ ਲਵੋਗੇ। ਇਹ ਇੱਕ ਪ੍ਰੈਕਟੀਕਲ ਐਡਵਾਈਸ ਦਿੰਦੇ ਹਨ ਪਹਿਲੀ ਲਾਮ ਵਿੱਚ ਪ੍ਰਵਿਰਤੀ ਕਰਮ ਨੂੰ ਦ੍ਰਿੜ ਕਰਾਉਣ ਦੀ। ਹਾਂਜੀ, ਤੇ ਇਹਦੇ ਨਾਲ ਤੁਸੀਂ ਅਗਰ ਕ੍ਰਿਸਚੀਅਨਿਟੀ ਦੇ ਅਗਰ ਤੁਸੀਂ ਦੇਖੋਗੇ ਤੇ ਕ੍ਰਿਸਚੀਅਨਿਟੀ ਵਿੱਚ ਵੀ ਕਾਫੀ ਸਿਮਿਲਰ ਟਰਮ ਦੀਆਂ ਵਾਉਸ ਹਨ। ਹਾਂਜੀ, ਇਹਨਾਂ ਸਿਕਨੈਸ ਐਂਡ ਹੈਲਥ ਵਾਲੀ ਹੈ, ਪੂਅਰ ਔਰ ਰਿਚ ਵਾਲੀ ਹੈ, ਇਹ ਵੀ ਉਹ ਵੀ ਪ੍ਰਵਿਰਤੀ ਕਰਮ ਹੈ, ਇਹ ਵੀ ਪ੍ਰਵਿਰਤੀ ਹੈ। ਤੇ ਪ੍ਰਵਿਰਤੀ ਦੀਆਂ ਹੋਰ ਐਗਜ਼ਾਮਪਲ ਵੀ ਗੁਰਬਾਣੀ ਚ ਆਈਆਂ। ਸ਼ਲੋਕ ਸੰਸਕ੍ਰਿਤੀ ਵਿੱਚ 2 ਸ਼ਲੋਕ ਹੋਰ ਵੀ ਹਨ ਜਿਹੜੀ ਪ੍ਰਵਿਰਤੀ ਨਾਲ ਡੀਲ ਕਰਦੇ ਹਨ, ਲੇਕਿਨ ਉਹ ਦੋਨੋਂ ਨੈਗੇਟਿਵ ਕੋਨੋਟੇਸ਼ਨ ਵਿੱਚ ਆਏ ਹਨ। ਜਿਹੜਾ ਪਹਿਲਾ ਜਨਮਨ ਤੇ ਮਰਨ ਵਾਲਾ ਸ਼ਲੋਕ ਵੀ ਨੈਗੇਟਿਵ ਕੋਨੋਟੇਸ਼ਨ ਵਾਲਾ ਸੀ, ਤੇ ਇੱਥੇ ਪੋਜ਼ਿਟਿਵ ਕੋਨੋਟੇਸ਼ਨ ਚ ਵਰਡ ਆਇਆ ਹੈ, ਕਿਉਂਕਿ ਇੱਥੇ ਗੁਰੂ ਨੇ ਤੁਹਾਨੂੰ ਇੱਕ ਲਾਮ ਨਹੀਂ 4 ਲਾਵਾਂ ਦੇ ਥਰੂ ਲੈ ਕੇ ਜਾਣਾ ਹੈ। ਪ੍ਰਵਿਰਤੀ ਤੋਂ ਰਸਤਾ ਸ਼ੁਰੂ ਹੁੰਦਾ ਹੈ, ਪ੍ਰਵਿਰਤੀ ਬਿਗਨਿੰਗ ਹੈ ਲਾਈਫ ਦੀ, ਲੇਕਿਨ ਐਂਡਿੰਗ ਹੈ ਹਰ ਚੌਥੜੀ ਲਾਮ, ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ।
ਚੌਥੜੀ ਲਾਮ ਵਿੱਚ ਐਂਡਿੰਗ ਹੈ ਉਹ ਸਹਿਜ ਹੈ, ਉਹ ਪ੍ਰਾਪਤੀ ਹੈ, ਹਾਂਜੀ, ਉਹ ਮਨਨ ਹੈ, ਉੱਥੇ ਪ੍ਰਾਪਤੀ ਹੈ, ਉੱਥੇ ਪੂਰੀ ਉੱਥੇ ਜੀਵਨ ਮੁਕਤ ਵਾਲੀ ਅਵਸਥਾ ਹੈ ਉਹ। ਤੇ ਇਹ ਜਰਨੀ ਪ੍ਰਵਿਰਤੀ ਤੋਂ ਜਰਨੀ ਸ਼ੁਰੂ ਹੋ ਕੇ ਸਹਿਜ ਤੱਕ ਪਹੁੰਚਦੀ ਹੈ ਤੇ ਵਿਚਕਾਰ ਕਈ ਪੜਾਅ ਹਨ ਰਸਤੇ ਵਿੱਚ ਜਿਹੜੇ ਅਸੀਂ ਕਵਰ ਕਰ ਰਹੇ ਹਾਂ ਦੂਜੀ ਤੇ ਤੀਜੀ ਲਾਮ ਵਿੱਚ, ਹਾਂਜੀ। ਸੋ ਇਹ ਪਹਿਲੀ ਲਾਮ ਦਾ ਮੁੱਖ ਭਾਵ ਹੈ ਕਿ ਆਪਣੇ ਜੀਵਨ ਵਿੱਚ ਪ੍ਰਵਿਰਤੀ ਕਰਮ ਨੂੰ, ਪ੍ਰਵਿਰਤੀ ਧਰਮ ਨੂੰ ਦ੍ਰਿੜ ਕਰੋ ਔਰ ਇਹ ਇਸ ਜੀਵਨ ਦੀ ਮਰਿਆਦਾ ਨੂੰ, ਇਸ ਵਰਲਡਲੀ ਵੇ ਨੂੰ ਸਮਝੋ। ਉਚਾਵ ਜਿਹੜੇ ਤੁਹਾਡੇ ਜੀਵਨ ਵਿੱਚ ਆਣੇ ਹਨ ਜਾਂ ਆ ਰਹੇ ਹਨ ਉਹਨਾਂ ਨੂੰ ਤੁਸੀਂ ਖੇੜੇ ਨਾਲ ਐਕਸੈਪਟ ਕਰੋ। ਇਹ ਉਹਨੂੰ ਉਹਦਾ ਹੁਕਮ ਸਮਝ ਕੇ ਦੋਨੋਂ ਗਲਵਕੜੀ ਪਾ ਕੇ ਦੁੱਖ ਨੂੰ ਸੁੱਖ ਜਿਹਾ ਇੱਕੋ ਜਿਹਾ ਐਕਸੈਪਟ ਕਰਕੇ ਉਹਦਾ ਦਿੱਤਾ ਹੋਇਆ ਪ੍ਰਸ਼ਾਦ ਸਮਝ ਕੇ ਲਵੋ। ਤੇ ਇਹ ਤਾਂ ਹੋ ਸਕਦਾ ਹੈ ਜਦੋਂ ਕਿ ਉਹਨਾਂ ਦੀਆਂ ਅਗਲੀਆਂ ਲਾਈਨਾਂ ਵਿੱਚ ਜਿਹੜੀਆਂ ਆਈਆਂ ਹਨ, ਜੇ ਉਹ ਕਰੋਗੇ ਤਾਂ ਉਹ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤ ਜਾਣਾ ਧਰਮ ਦ੍ਰਿੜੋ, ਹਰ ਨਾਮ ਧਿਆਓ ਵਾਲੀ ਅਵਸਥਾ, ਸਤਗੁਰ ਗੁਰ ਪੂਰਾ ਆਰਾਧੋ ਵਾਲੀ ਅਵਸਥਾ, ਸਭ ਕਿਲ ਬਿਕ ਪਾਪ ਗਵਾਇਆ ਵਾਲੀ ਅਵਸਥਾ। ਫਿਰ ਜੇ ਕਰੋਗੇ ਤੇ ਸਹਿਜ ਆਨੰਦ ਹੋਆ ਵਡਭਾਗੀ, ਮਨ ਹਰ ਹਰ ਮੀਠਾ ਲਾਇਆ। ਤੇ ਫਿਰ ਪ੍ਰਮਾਤਮਾ ਦਾ ਨਾਮ ਮਿੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਬਾਣੀ ਨੂੰ ਇਤਨਾ ਪਿਆਰ ਨਾਲ ਪੜੋਗੇ। ਤੇ ਜਨ ਕਹੇ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ। ਤੇ ਕਾਜ ਵਰਡ ਬਾਈ ਦਾ ਵੇ ਸੰਥਿਆ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਦਾ ਬੜਾ ਵੱਡਾ ਨੋਟ ਹੈ ਇਹਦੇ ਉੱਤੇ, ਨਿਰੁਕਤ ਕੀਤਾ ਨੇ ਕਾਜ ਨੂੰ। ਨਿਰੁਕਤ ਇੰਗਲਿਸ਼ ਵਿੱਚ ਅਗਰ ਮੈਂ ਕਹਾਂ ਤੇ ਇਟੀਮੋਲੋਜੀ ਹੈ। ਇਟੀਮੋਲੋਜੀ ਅਗਰ ਨਾ ਸਮਝ ਆਏ ਵਰਡ ਤੇ ਵਰਡ ਦੀ ਸਾਇੰਸ ਹੈ, ਵਰਡ ਦੇ ਪਿੱਛੇ ਕੀ ਹੈ। ਤੇ ਭਾਈ ਸਾਹਿਬ ਲਿਖਦੇ ਹਨ ਸੰਥਿਆ ਵਿੱਚ ਕਿ ਬਹਾਵਲਪੁਰ ਤੋਂ ਲੈ ਕੇ ਲਾਹੌਰ ਤੱਕ ਸਦਨ ਪੰਜਾਬ ਦੇ ਰੀਜਨ ਵਿੱਚ ਹੁਣ ਤੱਕ ਵਿਆਹ ਨੂੰ ਕਾਰਜ ਕਿਹਾ ਜਾਂਦਾ ਹੈ। ਆਰੰਭ ਕਾਰਜ ਰਚਾਇਆ, ਇਹ ਆਰੰਭ ਇਹ ਇੱਕ ਨਵੇਂ ਦੋ ਫਿਜ਼ੀਕਲ ਬਾਡੀਜ਼ ਨੂੰ ਮੇਲ ਦਾ ਇੱਕ ਮੇਲ ਰੂਪ ਵਿੱਚ ਦੇਣ ਵਾਸਤੇ ਇਹ ਕਾਰਜ ਆਰੰਭ ਹੋਇਆ ਹੈ। ਗੁਰੂ ਰਾਮਦਾਸ ਪਾਤਸ਼ਾਹ ਅਰਦਾਸ ਕਰਦੇ ਹਨ ਕਿ ਇਹਨਾਂ ਦੋਨਾਂ ਨੂੰ ਪ੍ਰਵਿਰਤੀ ਮਾਰਗ ਹੈ ਮੇਰੇ ਗੁਰੂ, ਪ੍ਰਵਿਰਤੀ ਮਾਰਗ ਦ੍ਰਿੜ ਕਰਾ ਦਿਓ ਇਹਨਾਂ ਦੋਨਾਂ। ਇਹ ਇਸ ਪਹਿਲੀ ਲਾਮ ਦਾ ਭਾਵ ਹੈ ਜੀ, ਜਿਹੜੇ ਤੁਹਾਡੇ ਸਾਹਮਣੇ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। I'm going to stop for a few seconds or few minutes and I'm going to take a rest to my voice also, and I'm going to let everybody ask their question if they have any questions. Surinder ji, I have a question. Hanji. Pravritti dharam dhrado, jehda dharm hai, is this the religion or this is kind of a discipline? Dharam ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਮੀਨਿੰਗਸ ਆਏ ਹਨ ਅੰਕਲ ਜੀ। ਧਰਮ ਦੇ ਮਤਲਬ ਕਿ ਮਲਟੀ ਡਾਇਮੈਂਸ਼ਨਲ ਵਰਡ ਹੈ ਧਰਮ। ਪ੍ਰਵਿਰਤੀ ਵੀ ਇੱਕ ਧਰਮ ਹੈ। ਧਰਮ ਮਤਲਬ ਜੋ ਤੁਹਾਡਾ ਕਰਤੱਵ ਹੈ ਕਰਨ ਦਾ, ਹਾਂਜੀ, ਜੋ ਤੁਹਾਡਾ ਧਰਮ ਹੈ। ਤੇ ਇੱਕ ਧਰਮ ਹੈ ਸਿੱਖੀ ਧਰਮ, ਸਿੱਖ ਧਰਮ। ਉਹਦੇ ਵਿੱਚ ਤੁਹਾਡੀਆਂ ਜਿਹੜੀਆਂ ਕਰਨ ਦੀਆਂ ਚੀਜ਼ਾਂ ਹਨ, ਤੁਸੀਂ ਬੰਦਾ ਜਿਹੜਾ ਕਰਦਾ ਹੈ ਉਹ ਵੀ ਧਰਮ ਹੈ। ਇੱਕ ਧਰਮ ਹੈ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਗ੍ਰਹਿਸਥ ਧਰਮ, ਉਹਦੇ ਵਿੱਚ ਗ੍ਰਹਿਸਥੀ ਦੇ ਰੂਲਸ ਹਨ। ਇੱਕ ਧਰਮ ਹੈ ਐਜ਼ ਅ ਗੁਰਸਿੱਖ ਤੁਹਾਡੇ ਰੂਲ ਹਨ, ਹਾਂਜੀ। ਸੋ ਇੱਕ ਧਰਮ ਹੈ ਤੁਹਾਡਾ ਐਜ਼ ਅ ਸਿਟੀਜ਼ਨ ਆਫ ਦਾ ਕੰਟਰੀ ਦੈਟ ਯੂ ਲਿਵ ਇਨ, ਉਹ ਵੀ ਧਰਮ ਹੈ ਤੁਹਾਡਾ। ਸੋ ਧਰਮ ਬੜਾ ਇੱਕ ਮਲਟੀ ਡਾਇਮੈਂਸ਼ਨਲ ਵਰਡ ਹੈ ਔਰ ਜਿਸ ਤਰ੍ਹਾਂ ਦਾ ਵਰਤਿਆ ਗਿਆ ਹੈ ਉਹਦੇ ਵਿੱਚ, ਜਿਸ ਤਰ੍ਹਾਂ ਦੀ ਕੰਟੈਕਸਟ ਵਿੱਚ ਵਰਤਿਆ ਗਿਆ ਹੈ ਉਸ ਤਰ੍ਹਾਂ ਤੁਸੀਂ ਲਾਣਾ ਹੈ। ਇੱਥੇ ਹਰ ਪਹਿਲੀ ਲਾਮ ਪ੍ਰਵਿਰਤੀ ਦੇ ਧਰਮ ਨੂੰ ਜਾਂ ਪ੍ਰਵਿਰਤੀ ਦੇ ਰਸਤੇ ਨੂੰ ਦ੍ਰਿੜ ਕਰਾਉਂਦੇ ਹਨ ਗੁਰੂ ਇੱਥੇ। ਤੇ ਪ੍ਰਵਿਰਤੀ ਨੂੰ ਸਮਝਾਉਂਦੇ ਹਨ ਕਿ ਜੇ ਪ੍ਰਵਿਰਤੀ ਨੂੰ ਦ੍ਰਿੜ ਕਰੋਗੇ ਤਾਂ ਜੇ ਅਗਲੀਆਂ ਲਾਈਨਾਂ ਵਿੱਚ ਜੋ ਲਿਖਿਆ ਹੋਇਆ ਹੈ, ਜੇ ਬਾਣੀ ਦਾ ਆਸਰਾ ਲਵੋਗੇ, ਗੁਰੂ ਦੀ ਆਰਾਧਨਾ ਦਾ ਆਸਰਾ ਲਵੋਗੇ, ਤਾਂ ਫਿਰ ਤੁਹਾਨੂੰ ਪ੍ਰਵਿਰਤੀ ਧਰਮ ਵਿੱਚ ਦ੍ਰਿੜ ਹੋਣ ਚ ਆਸਾਨੀ ਹੋਏਗੀ। ਹਾਂਜੀ, that is the power of that. ਠੀਕ ਹੈ ਜੀ, ਥੈਂਕ ਯੂ ਜੀ। No problem. Vijay, can you explain difference between Sanskrit and Sanskrit? ਸੰਸਕ੍ਰਿਤ ਜਿਹੜੀ ਹੈ ਏਂਸ਼ੀਅੰਟ ਲੈਂਗੁਏਜ ਹੈ ਇੰਡੀਆ ਦੀ, ਜਿਹਦੇ ਚ ਪੁਰਾਣੇ ਧਰਮ ਗ੍ਰੰਥ ਲਿਖੇ ਗਏ ਹਨ। ਤੇ ਹਰ ਇੱਕ ਲੈਂਗੁਏਜ ਹਮੇਸ਼ਾ ਇਵੋਲਵ ਹੁੰਦੀਆਂ ਰਹੀਆਂ ਹਨ, ਐਜ਼ ਵੀ ਆਲ ਨੋ। ਹਮੇਸ਼ਾ ਹੁਣ ਵੀ ਜਿਹੜੀ ਪੰਜਾਬੀ ਅਸੀਂ ਹੁਣ ਬੋਲਦੇ ਹਾਂ, ਤੁਸੀਂ ਪੰਜਾਬੀ ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਦੀ ਪੰਜਾਬੀ ਨੂੰ ਦੇਖੋ ਜਾਂ ਬਾਬਾ ਫਰੀਦ ਜੀ ਦੀ ਪੰਜਾਬੀ ਨੂੰ ਦੇਖੋ, ਤੇ ਉਹ ਵੀ ਲੈਂਗੁਏਜ ਜਿਹੜੀ ਹੈ ਇਵੋਲਵ ਹੋ ਗਈ ਹੈ। ਤਾਂ ਸੰਸਕ੍ਰਿਤ ਵੀ ਇਵੋਲਵ ਹੋਈ ਹੈ। ਤੇ 2-3 ਹਜ਼ਾਰ ਸਾਲ ਬਾਅਦ ਸੰਸਕ੍ਰਿਤ ਵਿੱਚ ਪ੍ਰਾਕ੍ਰਿਤ ਇੱਕ ਹੋਰ ਲੈਂਗੁਏਜ ਹੈ ਨਾਰਦਰਨ ਇੰਡੀਆ ਦੀ, ਜਿਹਦੇ ਵਿੱਚ ਬੌਧ ਧਰਮ ਦੇ ਬੜੇ ਗ੍ਰੰਥ ਲਿਖੇ ਗਏ ਹਨ। ਉਸ ਲੈਂਗੁਏਜ ਨਾਲ ਮਿਕਸ ਹੋ ਕੇ ਸੰਸਕ੍ਰਿਤ ਇੱਕ ਨਵੇਕੜੀ ਜੀ ਲੈਂਗੁਏਜ ਸਹਿਸਕ੍ਰਿਤੀ ਉਸਨੂੰ ਕਹਿੰਦੇ ਹਨ। ਹੁਣ ਕੋਈ ਨਹੀਂ ਬੋਲਦਾ ਉਹ ਲੈਂਗੁਏਜ, ਹੁਣ ਵੀ ਖਤਮ ਹੋ ਗਈ ਹੈ ਲੈਂਗੁਏਜ। ਮੇ ਵੀ ਕੋਈ ਪੰਡਿਤ ਜਨ ਬੋਲਦੇ ਹੋਣ ਕਾਸ਼ੀ ਵਿੱਚ,
ਤੇ ਇਹ ਉਸ ਪਾਸੇ ਦੀ ਇਹ ਪੜ੍ਹਿਆਂ ਲਿਖਿਆਂ ਦੀ ਲੈਂਗੁਏਜ ਸੀ ਉਸ ਵੇਲੇ, ਜਿਹੜੇ ਥੋੜੇ ਵੈਲ ਐਜੂਕੇਟਡ ਜਿਹੜੀ ਕਲਾਸ ਸੀ ਉਸ ਵੇਲੇ ਦੀ, ਉਹਨਾਂ ਦੀ ਲੈਂਗੁਏਜ ਹੈ। ਤੇ ਇਹ ਪੰਡਿਤ ਜਿਹੜੇ ਕਾਸ਼ੀ ਤੋਂ ਚੱਲ ਕੇ ਆਏ ਅੰਮ੍ਰਿਤਸਰ ਸਾਹਿਬ, ਤੇ ਉਹਨਾਂ ਨੇ ਰਿਕੁਐਸਟ ਕੀਤੀ ਕਿ ਸਾਡੀ ਜ਼ਬਾਨ ਵਿੱਚ ਤੁਸੀਂ ਇਹ ਸ਼ਲੋਕ ਉਚਾਰਨ ਕਰੋ। ਤੇ ਇਹ ਸ਼ਲੋਕ ਜਿਹੜੇ ਹਨ, ਇਹਨਾਂ ਸ਼ਲੋਕਾਂ ਦੀ ਹੈਡਿੰਗ ਉੱਪਰ ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ ਹੈ। ਇਹ ਸ਼ਲੋਕ ਸਹਿਸਕ੍ਰਿਤੀ ਦੇ ਚੈਪਟਰ ਦੇ ਥੱਲੇ ਉਚਾਰਨ ਹੋਏ ਹਨ ਵੀਰ ਜੀ। ਸੋ ਦੋ ਲੈਂਗੁਏਜ ਦੀ ਮਿਸ਼ਰਣ ਹੈ ਦੋਨੋਂ ਲੈਂਗੁਏਜ। ਵੀਰ ਜੀ ਕੁਐਸਚਨ ਹੈਗਾ ਜੀ। ਹਾਂਜੀ, ਕੁਐਸਚਨ ਇਜ਼ ਕਿ ਜਿਸ ਤਰ੍ਹਾਂ ਲਿਖੀ ਹੋਈ ਹੈ ਲਾਵਾਂ ਔਰ ਗੁਰਬਾਣੀ ਦੇ ਵਿੱਚ ਕਈ ਵਾਰ ਸੋਚਦੇ ਆ ਕਿ ਇਹ ਇੱਕ ਤਰ੍ਹਾਂ ਦੀ ਇਜ਼ ਇਟ ਲਾਈਕ ਅ ਹਿਦਾਇਤ ਕਿਸੇ ਨੂੰ, ਇਜ਼ ਇਟ ਲਾਈਕ, ਕਿਉਂਕਿ ਅਸੀਂ ਜਦੋਂ ਪੜ੍ਹਦੇ ਆ ਤੇ ਅਸੀਂ ਜਦੋਂ ਸੁਣਦੇ ਆ ਜਾਂ ਕੋਈ ਸਾਨੂੰ ਸੁਣਾਉਂਦਾ ਹੈ, ਹੁਣ is this Guruji telling us to do something? Is it something for me to do vichar on? No, Guruji telling you to do something. Okay. Absolutely. And ਇਹਦਾ ਮੈਂ ਗ੍ਰਾਮਰ ਦੇ ਇੱਕ ਹੋਰ ਰੂਲ ਸਮਝਾਉਂਦਾ ਹਾਂ ਵੀਰ ਜੀ ਕਿ ਜਿੱਥੇ ਜਿਹੜਾ ਵੀ ਵਰਬ ਵਿੱਚ ਨਾ ਅਗਰ ਕ੍ਰਿਆ ਹੋਵੇ ਜਾਂ ਵਰਬ ਹੋਵੇ ਤੇ ਕ੍ਰਿਆ ਦੇ ਐਂਡ ਹਾਹੇ ਨੂੰ ਔਂਕੜ ਵਾਲਾ ਹੋਵੇ, ਅਗਰ ਦਿੜੋ ਪੜੋ ਕਰੋ ਹਾਹੇ ਨੂੰ ਔਂਕੜ ਵਿੱਚ ਐਂਡਿੰਗ ਹੋਵੇ ਉਹਦੀ, ਅਗਰ ਤੇ ਸੈਕੰਡ ਪਰਸਨ ਵਿੱਚ ਹੈ ਹਾਂਜੀ ਤੁਹਾਨੂੰ ਕਹਿ ਕਰਨ ਵਾਸਤੇ ਹਾਂਜੀ। ਤੇ ਜੇ ਕ੍ਰਿਆ ਦੇ ਐਂਡ ਵਿੱਚ ਊੜੇ ਨੂੰ ਔਂਕੜ ਹੋਵੇ, ਉਹਦੇ ਗ੍ਰਾਮਰ ਦੇ ਰੂਲ ਵੀ ਸਮਝਣੇ ਬੜੇ ਇੰਪੋਰਟੈਂਟ ਹਨ, ਬਿਕੋਜ਼ ਵਿਆਕਰਣ ਜਿਹੜਾ ਵੈ ਗੁਰਬਾਣੀ ਦਾ ਉਹਦੇ ਸਮਝੇ ਬਿਨਾ ਕਈ ਵਾਰੀ ਗੱਲ ਦੀ ਸਮਝ ਨਹੀਂ ਪੈ ਸਕਦੀ ਪੂਰੀ ਤਰ੍ਹਾਂ। ਜੇ ਊੜੇ ਨੂੰ ਔਂਕੜ ਹੋਵੇ, ਔਂ ਹੋ ਜਾਏ ਸਿਮਰੋਂ ਕਰੋਂ ਦ੍ਰਿੜੋਂ ਹਾਂਜੀ ਧਿਆਵੋਂ, ਜਿਸ ਤਰ੍ਹਾਂ ਹੁਣ ਸ਼ਬਦ ਸਿੱਖਦੇ ਪਏ ਬਿਲਾਵਲ ਦਾ ਚਰਨ ਕਮਲ ਪ੍ਰਭ ਕੇ ਨਿਤ ਧਿਆਵੋਂ, ਉੱਥੇ ਮੈਂ ਧਿਆਵਾਂ, ਮੈਂ ਕਰਾਂ, ਮੈਂ ਸਿਮਰਾਂ ਹਾਂਜੀ ਹਾਂਜੀ। ਸੋ ਹੁਣ ਮੈਂ ਵਿਆਕਰਣ ਵਿੱਚ ਨਹੀਂ ਜਾਣਾ, ਇਟਸ ਨਾਟ ਅ ਵਿਆਕਰਣ ਕਲਾਸ ਟੁਡੇ, maybe we can devote one day to ਗੁਰਬਾਣੀ ਵਿਆਕਰਣ, but just to let you know ਕਿ ਇੱਥੇ ਵਰਡ ਇੱਥੇ ਤੁਹਾਨੂੰ ਉਪਦੇਸ਼ ਦਿੱਤਾ ਜਾ ਰਿਹਾ ਤੁਹਾਨੂੰ। ਤੇ ਦੇਖਣਗੇ ਕਿ ਔਰ ਯਾਦ ਰਹਿਣਾ ਕਿ ਲਾਵਾਂ ਦੀ ਜਿਹੜੀ ਡਿਸਕਸ਼ਨ ਜਿਹੜੀ ਹੈ ਇੱਕ ਸਕਸੈਸਫੁਲ ਮੈਰਿਜ ਦੀ ਡਿਸਕਸ਼ਨ ਨਹੀਂ ਹੈ ਖਾਲੀ, ਉਹ ਵੀ ਇਨਕਲੂਡਡ ਹੈ ਇੱਥੇ। ਇੱਕ ਸਕਸੈਸਫੁਲ ਲਾਈਫ ਦੀ ਡਿਸਕਸ਼ਨ ਹੈ, ਕਿਉਂ ਜੀ ਲਾਈਫ ਐਕਸੈਪਟੇਬਲ ਸੀ ਗੁਰੂਆਂ ਨੂੰ ਹਾਂਜੀ। ਵਿਆਹ ਹੋ ਜਾਣਾ, ਮੈਂ ਤੁਹਾਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਦਾ ਲੇਖ, ਮੈਂ ਤੁਹਾਨੂੰ ਕੁਝ ਉਹਨਾਂ ਦੀਆਂ ਲਾਈਨਾਂ ਮੈਂ ਤੁਹਾਨੂੰ ਵਰਬੇਟਮ ਪੜ੍ਹ ਕੇ ਸੁਣਾਵਾਂਗਾ ਟੁਵਰਡਸ ਦੀ ਐਂਡ। ਇੱਥੇ ਵਿਆਹ ਦਾ ਪ੍ਰਯੋਜਨ ਗੁਰਮਤ ਅਨੁਸਾਰ ਸਿਰਫ ਬੱਚੇ ਪੈਦਾ ਕਰਨਾ ਜਾਂ ਫਿਜ਼ੀਕਲ ਬਾਡੀ ਦੇ ਪਲੇਜ਼ਰ ਲੈਣਾ ਜਾਂ ਦੁਨੀਆ ਚਲਾਣੀ ਜਾਂ ਅੰਸ ਅੱਗੇ ਚਲਾਣਾ ਜਾਂ ਇਸ ਤੋਂ ਅੱਗੇ ਕੁਝ ਕਰਨਾ, ਇਹ ਨਹੀਂ ਹੈ। ਇੱਥੇ ਦੂਸਰੇ ਧਰਮਾਂ 'ਚ ਹੋਏਗਾ, ਨਾਨਕ ਦੇ ਘਰ ਵਿੱਚ ਨਹੀਂ ਹੈ ਉਂਝ। ਇੱਥੇ ਮੋਟਿਵ ਦੂਸਰਾ ਹੈ, ਔਰ ਮੈਂ ਅੱਗੇ ਜਾ ਕੇ ਉਸ ਮੋਟਿਵ ਦੀ ਕਲੈਰਿਟੀ ਆਏਗੀ। ਉਸ ਮੋਟਿਵ ਦੀ ਇੱਥੇ ਪੂਰਨ ਪ੍ਰਮਾਤਮਾ ਦੀ ਪ੍ਰਾਪਤੀ ਹੀ ਮੋਟਿਵ ਹੈ, ਜਿਹੜਾ ਬੜੀ ਕਲੈਰਿਟੀ ਆ ਜਾਏਗੀ ਥਰਡ ਜਾਂ ਚੌਥੀ ਲਾਵਾਂ ਵਿੱਚ ਆ ਕੇ ਹਾਂਜੀ। ਇਸੀ ਵਾਸਤੇ ਇਹ ਲਾਵਾਂ, ਇਹੋ ਜਿਹੀਆਂ ਲਾਵਾਂ, ਇਹੋ ਜਿਹੇ ਵਿਆਹ ਦੇ ਸੰਸਕਾਰ ਜਿਹੜੇ ਹਨ ਕਿਸੇ ਹੋਰ ਧਰਮ ਵਿੱਚ ਨਹੀਂ, ਕਿਸੇ ਹੋਰ ਧਰਮ ਵਿੱਚ ਇਹੋ ਜਿਹੀ ਗੱਲ ਨਹੀਂ ਆਈ। ਕਿਸੇ ਹੋਰ ਧਰਮ ਵਿੱਚ ਕੋਈ ਸਪਿਰਿਚੁਅਲ ਐਸਪੈਕਟ ਨਹੀਂ ਹੈ ਵਿਆਹ। ਵਿਆਹ is a more of a cultural thing as person has to go through when you're ready to get married, you know, but ਇੱਥੇ ਨਹੀਂ ਹੈ। ਤੁਸੀਂ ਦੇਖੋਗੇ as we move along ਹਾਂਜੀ। Viji, is it like, can we relate it to Taramkhand? ਬਿਲਕੁਲ, Like, absolutely we can relate it to Taramkhand। ਧਰਮਖੰਡ ਵਿੱਚ ਵੀ ਧਰਮ ਕਮਾਉਣਾ ਹੈ ਤੁਸੀਂ ਉੱਥੇ, ਜਨਰਲੀ ਧਰਮ ਕਮਾਉਣਾ ਹੈ, ਭਾਵ ਕੰਮ ਉਹ ਜੇ ਕਰਨੇ ਹਨ ਜਿਹੜੇ ਪ੍ਰਮਾਤਮਾ ਨੂੰ ਭਾਵਣ ਜਿਹੜੇ ਕੰਮ ਹਾਂਜੀ ਡੈਫੀਨਿਟਲੀ। ਪਰ ਇੱਥੇ ਮਨਪ੍ਰੀਤ ਜੀ ਫਰਕ ਇਹ ਹੈ ਕਿ ਇੱਥੇ ਇੱਕ ਸਪੈਸੀਫਿਕ ਹਿਦਾਇਤ ਹੈ ਨਵੇਂ ਵਿਆਹਣ ਵਾਲੇ ਨੂੰ ਹਾਂਜੀ। ਇੱਥੇ ਇੱਕ ਸਪੈਸੀਫਿਕ ਉਪਦੇਸ਼ ਹੈ ਕਿ ਜੇ ਤੁਸੀਂ ਹੁਣ ਇੱਕ ਕਦਮ ਚੁੱਕਿਆ ਹੈ ਨਾ ਇਹ ਵਾਲਾ ਆਨੰਦ ਕਾਰਜ ਵਾਲਾ, ਤੇ ਹੁਣ ਪ੍ਰਵਿਰਤੀਕਰਨ ਨੂੰ ਦ੍ਰਿੜ ਕਰ ਲਵੋ ਤੁਸੀਂ। ਤੇ ਕੱਲਿਆਂ ਨਹੀਂ ਜੇ ਦ੍ਰਿੜ ਹੋਣਾ ਤੁਹਾਡੇ ਕੋਲ, ਜੇ ਬਾਣੀ ਦੀ ਮਦਦ ਨਾ ਲਿੱਤੀ ਨਾ ਤੁਸੀਂ, ਜੇ ਕਲਬਿਕ ਜੇ ਪਾਪ ਨਾ ਤਜਾਇਆ ਨਾ, ਜੇ ਪੂਰਾ ਗੁਰੂ ਨਾ ਆਰਾਧਿਆ ਨਾ, ਤੇ ਤੁਹਾਡੇ ਕੋਲ ਨਹੀਂ ਹੋਣਾ ਪ੍ਰਵਿਰਤੀਕਰਨ ਵਿੱਚ ਦ੍ਰਿੜ ਕਰਾਉਣਾ। ਧਰਮਖੰਡ ਵਿੱਚ ਜਿਹੜੀ ਡਿਸਕਸ਼ਨ ਆਈ ਉਹ ਜਨਰਲ ਡਿਸਕਸ਼ਨ ਆਈ ਹੈ, that applies to everybody।
whether you're getting married or you're not getting married or whatever who you are, you know. But ਇੱਥੇ ਆਨੰਦ ਕਾਰਜ ਵਿੱਚ specific ਹੈ, ਹਾਂਜੀ, ਬਸ ਇਹ ਫਰਕ ਹੈ, ਲੇਕਿਨ concept ਬਹੁਤ similar ਹੈ ਮਨਪ੍ਰੀਤ ਜੀ, and thank you for pointing that out. I appreciate that. Okay. ਵੀਰ ਜੀ, ਹਾਂਜੀ, I want to know ਕਿ ਜਿਹੜਾ ਧਰਮ ਔਰ ਇੱਕ responsibility is the same thing or ਉਹਦੇ ਚ ਕੀ Yes. ਫਰਕ ਹੈ? ਨਹੀਂ, ਕੋਈ ਫਰਕ ਨਹੀਂ, ਸੇਮ ਹੀ ਹੈ। ਧਰਮ ਮਤਲਬ ਹੁੰਦਾ ਤੁਹਾਡਾ ਧਰਮ ਕੀ ਹੈ, you know, ਤੁਹਾਡਾ ਧਰਮ ਹੈ ਸਿੱਖੀ, ਹੈ, ਤੁਹਾਡਾ ਧਰਮ ਹੈ ਮਾਂ ਹੋਣਾ, ਤੁਹਾਡਾ ਧਰਮ ਹੈ as a mother, you know, ਉਹ ਵੀ ਤੁਹਾਡਾ ਧਰਮ ਹੈ, ਹਾਂਜੀ, ਤੇ ਕਿ as a spouse ਉਹ ਵੀ ਧਰਮ ਹੈ, as a ਗੁਰਸਿੱਖ ਉਹ ਵੀ ਧਰਮ ਹੈ, ਹਾਂਜੀ, ਸੋ ਅਲੱਗ as a citizen ਉਹ ਵੀ ਧਰਮ ਹੈ ਤੁਹਾਡਾ, ਹਾਂਜੀ। ਧਰਮ ਮਨੇ ਤੁਹਾਡੀਆਂ ਰਿਸਪੌਂਸਿਬਿਲਿਟੀਜ਼, ਜਾਂ ਧਰਮ ਮਨੇ ਇੱਕ ਧੜਾ ਵੀ ਕਹਿੰਦੇ ਆ, ਜੇ ਸਿੱਖੀ ਇੱਕ ਧੜਾ ਹੈ ਨਾ, ਉਸਦਾ ਦੇਸ਼ ਇੱਕ ਧੜਾ ਹੈ, ਫੈਮਿਲੀ ਇੱਕ ਯੂਨੀਅਨ ਹੈ, ਫੈਮਿਲੀ ਵੀ ਇੱਕ ਧੜਾ ਹੈ, you know, so ਬੜਾ broader meaning ਹੈ ਇਸ word ਤੇ, ਹਾਂਜੀ। ਸੋ contextual ਹੈ ਬੜੀ, ਹਾਂਜੀ, ਕਿਸ ਤਰ੍ਹਾਂ ਦੇ context ਵਿੱਚ ਆਏ in word ਗੁਰਬਾਣੀ ਵਿੱਚ, ਉਸ ਤਰ੍ਹਾਂ ਦੇ meaning, ਹਾਂਜੀ। Thank you. Thank you. Okay, ji. Since there are no more questions on the first lam, we'll move on to the second one. ਹੁਣ ਜੋ ਪ੍ਰਵਿਰਤੀ ਕਰਮ ਵਿੱਚ ਦ੍ਰਿੜ ਹੋਏ ਤੇ ਰਿਮੈਂਬਰ ਜਦੋਂ ਲਾਵਾਂ ਲੈਂਦੇ ਆ ਤੇ ਨਵੇਂ ਵਿਆਹਣ ਵਾਲੇ ਪਹਿਲੇ ਮਹਾਰਾਜ ਦੇ ਅੱਗੇ ਸਨਮੁਖ ਬੈਠਦੇ ਹਨ, ਤੇ ਬੈਠਣ ਤੋਂ ਬਾਅਦ ਲਾਵਾਂ ਦਾ ਪਾਠ ਪਹਿਲੇ ਉਹਨਾਂ ਨੂੰ ਸੁਣਾਇਆ ਜਾਂਦਾ ਹੈ। ਪਹਿਲੇ they have to listen. ਜਿਹੜੇ ਭਾਈ ਸਾਹਿਬ ਜਾਂ ਕੋਈ ਲੇਡੀ ਜਾਂ ਮੈਂ ਕੋਈ ਵੀ ਉੱਤੇ ਜਿਹੜੇ ਬਾਬਾ ਤਾਬਿਆ ਬੈਠਾ ਹੁੰਦਾ ਪਹਿਲੇ, ਉਹ ਫਿਰ ਪਹਿਲੇ ਲਾਵਾਂ ਦਾ ਪਾਠ ਪੜਿਆ ਜਾਂਦਾ। ਇਹ ਇੱਕ ਪੁਰਾਤਨ ਮਰਿਆਦਾ ਰਹੀ ਹੈ, ਔਰ ਇਹਦੇ ਪਿੱਛੇ ਕਾਰਨ ਵੀ ਹੈ ਕਿਉਂ ਰਹੀ ਹੈ ਉਹ ਮਰਿਆਦਾ ਇਹ ਹੈ ਕਿ ਨਵੇਂ ਵਿਆਹਣ ਵਾਲੇ ਜਦੋਂ ਅੱਗੇ ਬੈਠਦੇ ਹਨ ਤੇ ਪਹਿਲੇ ਬਾਣੀ ਦਾ ਪਾਠ, ਲਾਵਾਂ ਦਾ ਪਾਠ, ਪਹਿਲੀ ਲਾਮ ਦਾ ਪਾਠ ਭਾਈ ਸਾਹਿਬ ਜਾਂ ਜਿਹੜਾ ਵੀ ਬਾਬਾ ਤਾਬਿਆ ਬੈਠਾ ਉਹ ਪਹਿਲੇ ਸੁਣਾਏਗਾ ਉਹਨੂੰ। ਇਹਦਾ ਪਿੱਛੇ ਪ੍ਰਯੋਜਨ ਇਹ ਸੀ ਕਿ ਬੈਠਣ ਵਾਲੇ ਉਸ ਪਾਠ ਨੂੰ ਸੁਣਨਗੇ ਤੇ ਇੱਕ ਲਾਈਕ ਅ ਪ੍ਰੋਮਿਸ ਯੂ ਆਰ ਗੋਇੰਗ ਟੂ ਮੇਕ ਨਾਓ ਕਿ ਹਾਂਜੀ ਮੈਂ ਸੁਣ ਲਿੱਤਾ ਜੀ ਤੁਸੀਂ ਮੈਨੂੰ ਜੋ ਕਿਹਾ ਹੈ। ਉਸ ਤੋਂ ਬਾਅਦ ਫਿਰ ਮੱਥਾ ਟੇਕਦੇ ਹਨ, which denotes ਕਿ ਅਸੀਂ ਸੁਣ ਲਿੱਤਾ ਜੀ ਇਹ ਜੋ ਤੁਸੀਂ ਕਿਹਾ ਹੈ and we acceptable ਹੈ ਸਾਨੂੰ ਜੋ ਤੁਸੀਂ ਕਹਿ ਰਹੇ ਹੋ ਸਾਨੂੰ, ਜੀ। ਫਿਰ ਉਹ ਉੱਠਦੇ ਹਨ ਉੱਥੋਂ ਤੇ ਲਾਮ ਸ਼ੁਰੂ ਹੁੰਦੀ ਹੈ ਤੇ you're going in a circle। ਤੇ ਸਰਕਲ ਵਿੱਚ ਜਾਣਾ ਦਾ ਮਤਲਬ ਹੁੰਦਾ ਕਿ ਅਸੀਂ ਵਾਰਨੇ ਜਾਂਦੇ ਹਾਂ ਤੁਹਾਡੇ ਤੋਂ, ਤੇ ਅਸੀਂ ਤੁਹਾਨੂੰ ਸਾਖੀ ਰੱਖ ਕੇ, ਤੁਹਾਨੂੰ ਐਜ਼ ਅ ਵਿਟਨੈਸ ਰੱਖ ਕੇ ਇਹ ਗੱਲ ਮੈਂ ਔਰ ਮੇਰੀ ਵਾਈਫ ਜਾਂ ਹਸਬੈਂਡ ਤੇ ਵਾਈਫ ਜਾਂ ਦੋਨੋਂ ਜਿਹੜੇ ਵਿਆਹਣ ਵਾਲੇ ਹਨ, ਇਹ ਤੁਹਾਨੂੰ ਵਿਟਨੈਸ ਰੱਖ ਕੇ ਇਸ ਗੱਲ ਨੂੰ ਬਿਲਕੁਲ ਕਬੂਲ ਕਰਦੇ ਹਾਂ ਅਸੀਂ ਜੀ। ਇਹ ਤੁਸੀਂ ਜਿਹੜੀਆਂ ਗੱਲਾਂ ਕਹੀਆਂ ਨਾ ਜਿਹੜੀਆਂ, ਇਹ ਸਾਨੂੰ 100% ਐਕਸੈਪਟੇਬਲ ਹੈ ਸਾਨੂੰ। ਤੇ ਮਰਿਆਦਾ ਇਹ ਹੈ ਕਿ ਪਹਿਲੇ ਬਾਣੀ ਦਾ ਪਾਠ ਕਰਕੇ ਮੱਥਾ ਟੇਕਣਾ, ਉਸ ਤੋਂ ਬਾਅਦ ਫਿਰ ਕੀਰਤਨ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਉਹ ਫਿਰ ਸੂਹੀ ਰਾਗ ਵਿੱਚ, ਪੁਰਾਤਨ ਰਾਗੀ ਅਸੀਂ ਸੂਹੀ ਵੀ ਸਿੱਖੀਆਂ ਹਨ ਲਾਵਾਂ, ਤੇ ਸੂਹੀ ਵਿੱਚ ਜਾਂ ਕਿਸੇ ਵਿੱਚ ਹੋਰ ਵੀ ਉਹ ਫਿਰ ਗਾਣਾ ਸ਼ੁਰੂ ਕਰਦੇ ਹਨ। ਤੇ ਜਿਸ ਤਰ੍ਹਾਂ ਉਹ ਲਾਮ ਜਿਹੜੀ ਲਿੱਤੀ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਲੇ ਦੁਆਲੇ ਜਿਹੜਾ ਸਰਕਲ ਜਦੋਂ ਹੁੰਦਾ ਹੈ, ਤੇ ਇਹ ਹੈ ਕਿ ਇਹ ਮੰਨਿਆ ਜਾਂਦਾ ਹੈ ਕਿ ਇਹਨੂੰ ਅਸੀਂ ਵਿਟਨੈਸ ਰੱਖ ਕੇ ਇਹ ਜਿਹੜਾ ਸੁਣਾਇਆ ਜਾ ਰਿਹਾ ਦੁਬਾਰਾ ਲਾਵਾਂ ਸਾਨੂੰ, ਇਹ ਸਾਨੂੰ ਐਕਸੈਪਟੇਬਲ ਹੈ ਬਿਲਕੁਲ। ਔਰ ਅਸੀਂ ਇਹ ਪ੍ਰੂਫ ਇਹ ਹੈ ਕਿ ਤੁਹਾਨੂੰ ਅਸੀਂ ਵਿਟਨੈਸ ਰੱਖ ਕੇ ਤੁਹਾਡੀ ਅਸੀਂ ਕਹਿੰਦੇ ਤੁਸੀਂ ਬੈਠੇ ਹੋ ਨਾਲ, ਤੁਹਾਨੂੰ ਸਾਹਮਣੇ ਰੱਖ ਕੇ ਅਸੀਂ ਕਹਿੰਦੇ ਹਾਂ ਇਹ ਸਾਨੂੰ ਐਕਸੈਪਟੇਬਲ ਹੈ ਸਾਨੂੰ। ਫਿਰ ਵਾਪਸ ਆਉਂਦੇ ਹਨ ਤੇ ਵਾਪਸ ਆ ਕੇ ਫਿਰ ਮੱਥਾ ਟੇਕਦੇ ਹਨ। ਉਹਦੀ ਡਿਨੋਸ਼ਨ ਇਹ ਹੈ ਕਿ ਅਸੀਂ 2 ਵਾਰੀ ਮੱਥਾ, ਅਸੀਂ ਪਹਿਲੇ ਵੀ ਹਾਂ ਕਰ ਦਿੱਤੀ, ਹੁਣ ਤੁਹਾਨੂੰ ਅਸੀਂ ਵਿਟਨੈਸ ਰੱਖ ਕੇ ਵੀ ਮੱਥਾ ਟੇਕ ਦਿੱਤਾ, ਭਾਵ ਸਾਨੂੰ ਪਹਿਲੀ ਲਾਮ ਬਿਲਕੁਲ ਕਬੂਲ ਹੈ, ਜੋ ਤੁਸੀਂ ਤੁਹਾਨੂੰ ਕਿਹਾ ਨਾ ਸਾਨੂੰ, we have accepted that. And unfortunately most people who are listening to the Islam have no clue what's being said. That's a separate, oh sadi badqismati hai, that is a huge issue. Many of us got married and didn't have a clue of what was being read, you know. Oh ਇਹ ਹੁਣ ਇਹ ਇਸ਼ੂ ਜਿਹੜਾ ਇਹ ਪੰਥਿਕ ਤੌਰ ਤੇ ਵੱਡਾ ਇਸ਼ੂ ਹੈ ਵਾਲਾ, ਪਰਮਾਤਮਾ ਕਰੇਗਾ ਇੱਕ ਦਿਨ ਇਹ ਵੀ ਐਡਰੈਸ ਹੋਏਗਾ ਇੱਕ ਦਿਨ। ਇਹ ਉਹਦੇ ਜ਼ਿੰਮੇਵਾਰੀ ਸਾਰਿਆਂ ਦੀ ਆਪਣੀ ਹੈ ਸਾਰੀ, ਬਟ ਮੈਂ ਤੁਹਾਨੂੰ ਦੱਸ ਰਿਹਾ ਵੀ ਕਿਉਂ ਇਹ ਮੱਥਾ ਟੇਕਣ ਦੀ ਰਿਵਾਜ ਜਿਹੜਾ ਵੈ 2 ਵਾਰੀ ਕਿਉਂ ਹੈ, ਯੂ نو, ਇਹਦੇ ਪਿੱਛੇ ਕੀ ਰੀਜ਼ਨਸ ਹਨ, ਕਿਉਂ ਵੱਡਿਆਂ ਨੇ ਇਸ ਗੱਲ ਬਾਰੇ ਸੋਚਿਆ। ਔਰ ਇਹ ਰੂਲ ਅੱਜ ਤੋਂ ਨਹੀਂ ਹਨ, ਇਹ 400 ਸਾਲ ਤੋਂ ਪਹਿਲੇ ਪੁਰਾਣੇ ਰੂਲ ਹਨ ਸਾਰੇ, ਜਿਹੜੇ ਹੁਣ ਤੱਕ ਫੋਲੋ ਹੋ ਰਹੇ ਹਨ ਸਾਰੇ, ਹਾਂਜੀ। So I'm going to go into the second lam right now. In second lam with topic badalda hai.
ਪਹਿਲੇ ਟੌਪਿਕ ਸੀ ਪ੍ਰਵਿਰਤੀ ਦਾ, ਤੇ ਹੁਣ ਟੌਪਿਕ ਆਏਗਾ ਨਿਰਮਲ ਭਾਵ ਦਾ। ਤੇ ਨਿਰਮਲ ਭਾਵ ਇੱਕ ਟਰਸਟ ਦੀ ਦੀਵਾਰ, ਸਤਕਾਰ ਦੀ ਦੀਵਾਰ ਜਿਹੜੀ ਹੈ ਉਹ ਖੜੀ ਕਰਨੀ ਹੈ ਪਰਮਾਤਮਾ ਨਾਲ ਵੀ ਤੇ ਆਪਣੇ ਨਵੇਂ ਹੋਏ ਵਿਆਹੇ ਦੰਪਤੀ ਨਾਲ ਵੀ, ਦੋਨੋਂ ਨੂੰ ਉਪਦੇਸ਼ ਹੈ। ਤੇ let me first, before I even read the law though, let me first explain what nirmal bhav really means though. Bhav ਹੁੰਦਾ ਹੈ, literal meaning of the word bhav is ਡਰ। ਤੇ ਇੱਥੇ ਡਰ ਮਤਲਬ ਉਹ ਡਰ ਨਹੀਂ ਹੈ ਜਿਹੜਾ ਕਿਸੇ ਨੂੰ ਦੇਖ ਕੇ ਕੋਈ ਭੈਭੀਤ ਹੋ ਜਾਵੇ, ਕੋਈ ਸੱਪ ਆ ਜਾਏ ਜਾਂ ਕੋਈ ਸ਼ੇਰ ਆ ਜਾਏ ਜਾਂ ਕੋਈ ਡਰਾਵਣਾ ਕੋਈ ਬੰਦਾ ਡਾਕੂ ਆ ਜਾਏ ਤੇ ਪਿਸਤੌਲ ਕੱਢ ਲਏ ਤੇ ਉਹ ਡਰ ਕੇ ਥਰ ਥਰ ਕੰਬਣਾ ਸ਼ੁਰੂ ਹੋ ਜਾਵੇ, ਉਹ ਡਰ ਨਹੀਂ ਆਇਆ ਇੱਥੇ। ਇੱਥੇ ਡਰ ਦਾ ਮਤਲਬ ਹੈ ਡਿਸਪਲਿਨ। ਇੱਥੇ ਡਰ ਦਾ ਮਤਲਬ ਹੈ ਇੱਕ ਆਤਮ ਅੰਦਰੋਂ ਇੱਕ ਆਤਮਾ ਦਾ ਤੁਹਾਡਾ ਅੰਦਰਲਾ ਡਿਸਪਲਿਨ। ਉਹ ਕਿਹੜਾ ਡਿਸਪਲਿਨ ਹੈ? ਉਹ ਡਿਸਪਲਿਨ ਇਹ ਹੈ ਕਿ ਇੱਥੇ ਤੇ ਨਹੀਂ, ਜਦੋਂ ਗੁਰਦੁਆਰੇ ਕਲਾਸ ਮੈਂ ਪੜ੍ਹਾ ਰਿਹਾ ਹੋਵਾਂ ਜਦੋਂ, ਤੇ ਫਿਰ ਕੋਈ ਆਪਸ ਗੱਲ ਨਹੀਂ ਕਰਨ ਦਿੰਦਾ ਮੈਂ ਕਿਸੇ, ਉੱਥੇ ਡਿਸਪਲਿਨ ਹੈ। ਉੱਥੇ ਕੋਈ ਤੁਸੀਂ ਆਈਫੋਨ ਉੱਥੇ ਹੁਣ ਬੈਠੇ ਹੋ, ਕਈਆਂ ਦੇ ਚਿਹਰੇ ਨਜ਼ਰ ਨਹੀਂ ਆ ਰਹੇ ਕੀ ਕਰਦੇ ਪਏ, ਪਿੱਛੇ ਆਪਸ ਗੱਪਾਂ ਮਾਰ ਰਹੇ ਹੋ ਸਕਦੇ ਨੇ। ਹਾਂਜੀ, ਕੋਈ ਆਪਣਾ ਆਈਫੋਨ ਤੇ ਮੈਸੇਜ ਚੈੱਕ ਕਰ ਰਿਹਾ ਹੋ, ਕੋਈ ਫੇਸਬੁੱਕ ਤੇ ਗਿਆ ਹੋਵੇ ਸ਼ਾਇਦ ਇਸ ਵੇਲੇ ਜਦੋਂ ਗੁਰਬਾਣੀ ਡਿਸਕਸ਼ਨ ਦੇ ਟਾਈਮ, ਤੁਸੀਂ ਕੋਈ ਮਰਜ਼ੀ ਕਰ ਸਕਦੇ ਹੋ ਕਿਉਂਕਿ ਉੱਥੇ ਛੂਟ ਹੈ ਪੂਰੀ। ਹਾਂਜੀ, ਕਿਉਂਕਿ nobody is watching, you think nobody is watching you। ਉਸੇ ਤਰ੍ਹਾਂ ਕਲਾਸਰੂਮ ਹੋਵੇ, ਟੀਚਰ ਪੜ੍ਹਾ ਰਹੀ ਹੋਵੇ ਤੇ ਉੱਥੇ ਡਿਸਪਲਿਨ ਹੁੰਦਾ, ਬਿਕਾਜ਼ ਉਹ ਮਜਾਲ ਹੈ ਕੁਝ ਖੁਜਬਾਜ਼ ਹੋ ਜੇ, ਉੱਥੇ ਟੀਚਰ ਦੇਖਣ ਵਾਲੀ ਹੁੰਦੀ, ਫਟੋਫਟ ਬਣੇ ਕਰ ਦਿੰਦੀ ਹੈ। ਇਹ ਨਹੀਂ ਕਰ ਸਕਦੇ ਤੁਸੀਂ, you can't talk to each other। ਹਾਂਜੀ, you cannot be going on Facebook, you cannot turn on your iPhone। ਤੇ ਆਫਿਸ ਵਿੱਚ ਹੀ ਸੇਮ ਹੁੰਦਾ ਹੈ, ਜੇ ਬਾਸ ਸਾਹਮਣੇ ਬੈਠਾ ਹੋਵੇ ਦੂਸਰੇ ਕਮਰੇ 'ਚ ਤੇ ਨਜ਼ਰ ਤੁਹਾਡੀ ਹੋਵੇ ਉਹਦੇ ਤੇ ਟਸ ਤੋਂ ਮਸ ਨਹੀਂ ਹੁੰਦਾ ਬੰਦਾ। ਫਿਰ ਉਹ ਟਾਈਮ ਸਿਰ ਆਉਂਦਾ, ਟਾਈਮ ਸਿਰ ਜਾਂਦਾ ਹੈ। ਬੰਦੇ ਨੂੰ ਡਰ ਹੁੰਦਾ ਯਾਰ ਕਿਧਰੇ ਪਕੜਿਆ ਨਾ ਜਾਵਾਂ ਜਾਂ ਕੋਈ ਦੇਖ ਨਾ ਲਵੇ ਕੋਈ ਚੀਜ਼ ਮੈਨੂੰ। ਹਾਂਜੀ, ਤੇ ਉਸੇ ਤਰ੍ਹਾਂ ਇਹ ਜਿਹੜਾ ਭਾਵ ਜਿਹੜਾ ਹੈ, ਜਿਹੜਾ ਸਪਿਰਿਚੁਅਲ ਰਸਤੇ ਵਿੱਚ ਉਸ ਭਾਵ ਨੂੰ ਨਿਰਮਲ ਭਾਵ ਕਹਿੰਦੇ ਆ। ਉਹ ਨਿਰਮਲ ਭਾਵ ਦਾ ਪਿੱਛੇ ਪਿਛੋਕੜ ਇਹ ਹੈ ਕਿ ਯੂ ਆਰ ਬੀਇੰਗ ਵਾਚਡ ਕਨਸਟੈਂਟਲੀ। ਹੁਣ ਕੌਣ ਤੁਹਾਨੂੰ ਵਾਚ ਕਰ ਰਿਹਾ ਹੈ? ਤੁਹਾਡਾ ਕ੍ਰੀਏਟਰ ਤੁਹਾਨੂੰ ਵਾਚ ਕਰਦਾ ਪਿਆ ਹਮੇਸ਼ਾ। ਉਹ ਅੰਦਰ ਬਾਹਰ ਤੁਹਾਡੇ ਬੈਠ ਕੇ ਉੱਤੋਂ ਵੀ ਦੇਖ ਰਿਹਾ, ਥੱਲੋਂ ਵੀ ਦੇਖ ਰਿਹਾ, ਤੁਹਾਡੇ ਅੰਦਰ ਦੀ ਵੀ ਪਤਾ ਹੈ, ਤੁਹਾਡੇ ਅੰਦਰ ਦੇ ਜਿਹੜੇ ਫੀਲਿੰਗ ਜਿਹੜੇ ਤੁਹਾਨੂੰ ਆ ਰਹੇ ਨੇ ਉਹ ਵੀ ਦੇਖਦਾ ਪਿਆ ਤੁਹਾਡੇ। ਤੇ ਇਸ ਭਾਵ ਨੂੰ, ਇਹ ਜਿਹੜਾ ਅੰਦਰਲਾ ਸਪਿਰਿਚੁਅਲ ਡਿਸਪਲਿਨ ਹੈ ਜਿਹੜਾ, ਇਸ ਨੂੰ ਬਾਣੀ ਵਿੱਚ ਨਿਰਮਲ ਭਾਵ ਕਿਹਾ ਗਿਆ ਹੈ। ਇਹ ਨਿਰਮਲ ਭਾਵ ਇਸ ਤਰ੍ਹਾਂ ਦਾ ਹੈ ਕਿ ਮੈਂ ਹੁਣ ਬੈਠਾ ਹਾਂ ਘਰ ਵਿੱਚ ਤੇ ਮੈਂ ਕੁਝ ਕਰਾਂ ਘਰ, ਇਹੋ ਜਿਹੀ ਗੱਲ ਕਰਾਂ ਜਿਹੜੇ ਸਭ ਦੇ ਸਾਹਮਣੇ ਨਾ ਕਰ ਸਕਾਂ ਮੈਂ, ਜਾਂ ਸਮਝ ਲਓ ਕਿਸੇ ਦੀ ਨਿੰਦਿਆ ਕਰਨੀ ਹੋਵੇ ਜਾਂ ਕਿਸੇ ਦੇ ਬਾਰੇ ਬੁਰਾ ਚਿਤਰਨਾ ਹੋਵੇ, ਜਾਂ ਕੋਈ ਇੱਕ ਛੜਯੰਤਰ ਬਣਾ ਰਿਹਾ ਹੋਵਾਂ, ਕੋਈ ਸਕੀਮ ਬਣਾ ਰਿਹਾ ਹੋਵਾਂ ਕਿਸੇ ਨੂੰ ਮਾਰਨ ਦੀ ਜਾਂ ਕਿਸੇ ਨੂੰ ਬੁਰਾ ਨੁਕਸਾਨ ਪਹੁੰਚਾਉਣ ਦੀ। ਹਾਂਜੀ, ਤੇ ਉਹ ਮੈਂ ਸਕੀਮ ਬਣਾਵਾਂ ਆਪਣੇ ਅੰਦਰ, ਤੇ ਮੈਂ ਸੋਚਿਆ ਯਾਰ ਕੌਣ ਦੇਖਦਾ ਪਿਆ ਮੈਨੂੰ ਇੱਥੇ, ਮੈਨੂੰ ਆਈ ਐਮ ਦੀ ਓਨਲੀ ਵਨ ਹੇਅਰ। ਗੁਰਮਤ ਅਨੁਸਾਰ ਜਿਹੜੇ ਗੁਰਮੁਖ ਜਿਹੜੇ ਹਨ ਉਹ ਨਹੀਂ ਕਰ ਸਕਣਗੇ। ਉਹ ਇਸ ਵਾਸਤੇ ਨਹੀਂ ਕਰ ਸਕਣਗੇ ਕਿ ਸਾਡੇ ਵਿੱਚ ਇਹ ਵਿਸ਼ਵਾਸ ਹੈ ਕਿ ਪ੍ਰਮਾਤਮਾ ਹਰ ਇੱਕ ਨੂੰ ਦੇਖ ਰਿਹਾ ਹੈ, ਹਮੇਸ਼ਾ ਦੇਖਦਾ ਹੈ, ਹਰ ਇੱਕ ਨੂੰ ਦੇਖਦਾ ਹੈ, ਅੰਦਰ ਦੀਆਂ ਜਾਣਦਾ ਹੈ, ਬਾਹਰ ਉਹ ਕੱਟ ਕੇ ਪਟ ਕੀ ਜਾਣੇ। ਤੇ ਇਸ ਵਾਸਤੇ ਸਿੱਖੀ ਵਿੱਚ ਇੱਕ ਅਸੂਲ ਬਣਾਇਆ ਗਿਆ ਕਿ ਨਿਰਮਲ ਭਾਵ ਵਿੱਚ ਰਵੋ, ਇਸ ਤਰ੍ਹਾਂ ਆਪਣਾ ਜੀਵਨ ਬਤੀਤ ਕਰੋ ਜਿਸ ਤਰ੍ਹਾਂ ਤੁਸੀਂ ਇਹ ਸਮਝੋ ਹਮੇਸ਼ਾ ਕੋਈ ਤੁਹਾਨੂੰ ਦੇਖ ਰਿਹਾ ਹੈ। ਤੁਹਾਨੂੰ ਸਿਰਫ ਬਾਹਰਲਾ ਚਿਹਰਾ ਤੁਹਾਡਾ ਨਹੀਂ ਦੇਖ ਰਿਹਾ, ਬਾਹਰਲੇ ਚਿਹਰੇ ਤੋਂ ਤੇ ਦੇਖੋ ਉਹ ਤੇ ਆਸਾਨ ਹੈ ਕੰਮ ਬੜਾ, ਅੰਦਰ ਜੋ ਤੁਹਾਡੇ ਹੋ ਰਿਹਾ, ਜੋ ਤੁਹਾਨੂੰ ਕਿਸੇ ਨਾਲ ਤੁਸੀਂ ਸ਼ੇਅਰ ਨਹੀਂ ਕਰਦੇ ਹੋ ਗੱਲ, ਵੈਸੇ ਆਪਣੀ ਵਾਈਫ ਔਰ ਹਸਬੈਂਡ ਨਾਲ ਵੀ ਨਹੀਂ ਸ਼ੇਅਰ ਕਰਦੇ ਹਾਂ ਜੀ, ਅੰਦਰ ਤੁਹਾਡੇ ਕੁਝ ਮਨ 'ਚ ਵਿਚਾਰ ਚੱਲਦੇ ਪਏ ਨੇ, ਲੇਕਿਨ ਉਹ ਦੇਖਦਾ ਪਿਆ ਹੈ, ਉਹ ਕਰ ਰਿਹਾ ਹੈ। ਤੇ ਜੇ ਬੁਰਾ ਖਿਆਲ ਤੁਹਾਡੇ ਵਿੱਚ ਆਇਆ ਤਾਂ ਉਹਨੂੰ ਪਤਾ ਹੈ ਤੁਹਾਡੇ ਮਨ ਵਿੱਚ ਕੋਈ ਕਿਸੇ ਦੇ ਬਾਰੇ ਬੁਰਾ ਖਿਆਲ ਆਇਆ ਹੈ। ਤੇ ਇਸ ਨੂੰ ਓਵਰਕਮ ਕਰਨ ਵਾਸਤੇ, ਇਸ ਚੀਜ਼ ਨੂੰ ਓਵਰਕਮ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਪਹਿਲੇ, ਇਹ ਤੇ ਖੈਰ ਸਿੱਖੀ ਦੀ ਬੁਨਿਆਦੀ ਅਸੂਲ ਬਣਾਇਆ ਗਿਆ ਕਿ ਸਿੱਖ ਦਾ ਜੀਵਨ ਹਜ਼ੂਰੀ ਵਾਲਾ ਹੋਵੇ। ਹਜ਼ੂਰੀ ਵਾਲਾ ਜੀਵਨ ਵਿੱਚ ਨਿਰਮਲ ਭਾਵ ਆਪਣੇ ਆਪ ਆ ਜਾਂਦਾ ਹੈ। ਹਜ਼ੂਰੀ ਵਾਲੇ ਜੀਵਨ ਦੀ ਕਹਾਣੀ ਇਹ ਹੈ ਕਿ ਹਜ਼ੂਰੀ ਵਾਲੇ ਜੀਵਨ ਅਸਿਊਮ ਕਰ ਲੈਂਦਾ ਹੈ ਕਿ ਗੁਰੂ ਮੇਰੇ ਹਮੇਸ਼ਾ ਨਾਲ, ਗੁਰੂ ਨਾਨਕ ਮੇਰੇ ਨਾਲ ਚੱਲਦੇ ਹਨ। ਜਿੱਥੇ ਜਾਂਦਾ ਹਾਂ, ਚਾਹੇ ਉਹ ਘਰ ਦੇ ਕਿਸੇ ਕੋਨੇ ਵਿੱਚ ਹੀ ਜਾਵਾਂ, ਕਿਚਨ ਵਿੱਚ ਜਾਵਾਂ, ਬੈਡਰੂਮ ਜਾਵਾਂ, ਜਿੱਥੇ ਵੀ ਜਾਵਾਂ, ਲਿਵਿੰਗ ਰੂਮ ਵਿੱਚ ਜਾਵਾਂ, ਬਾਹਰ ਸੈਰ ਕਰਨ ਵਾਸਤੇ ਜਾਵਾਂ, ਖਾਣਾ ਖਾ ਰਿਹਾ ਹੋਵਾਂ, ਨਹਾ ਰਿਹਾ ਹੋਵਾਂ, ਆਫਿਸ ਜਾਵਾਂ, ਗੁਰਦੁਆਰੇ ਜਾਵਾਂ, ਜਿਹੜੀ ਮਰਜ਼ੀ ਪਾਰਟੀ ਵਿੱਚ ਜਾਵਾਂ, ਵੈਕੇਸ਼ਨ ਤੇ ਜਾਵਾਂ, ਘੁੰਮਣ ਜਾਵਾਂ, ਜਿੱਥੇ ਵੀ ਜਾਵਾਂ, ਗੁਰੂ ਮੇਰੇ ਨਾਲ ਹੈ ਹਮੇਸ਼ਾ। ਉਹ ਦੇਖ ਰਿਹਾ ਹੈ, ਉਹ ਮੇਰੇ ਨਾਲ ਚੱਲਦੇ ਹਨ। ਹਰ ਚੀਜ਼ ਜੋ ਮੈਂ ਕਰਦਾ ਹਾਂ ਮੈਨੂੰ ਦੇਖਦੇ ਪਏ ਹਨ।
ਜੋ ਮੇਰੇ ਅੰਦਰ ਵਿਚਾਰ ਚੱਲ ਰਹੇ ਉਹ ਵੀ ਜਾਣੂ ਉਹਨਾਂ ਹਾਂਜੀ। ਇਹ ਭਾਵਨਾ ਰੱਖੇ ਸਿੱਖ ਹਮੇਸ਼ਾ। ਬਹੁਤ ਮੁਸ਼ਕਿਲ ਹੈ ਕਰਨਾ ਇਹੋ ਜਿਹਾ ਹਜ਼ੂਰੀ ਵਾਲਾ ਜੀਵਨ ਜੀਣਾ। ਔਰ ਜਿਹੜਾ ਹਜ਼ੂਰੀ ਵਿੱਚ ਜੀਂਦਾ ਹੈ ਜਿਹੜਾ ਉਹ ਪੂਰਨ ਗੁਰਸਿੱਖ ਹੈ। ਸਭ ਤੋਂ ਉੱਤਮ ਅਵਸਥਾ ਪ੍ਰਾਪਤ ਹੁੰਦੀ ਹੈ ਉਸ ਗੁਰਸਿੱਖ ਨੂੰ ਹਜ਼ੂਰੇ ਵਾਲੇ ਜੀਵਨ ਨੂੰ। ਮਹਾਰਾਜ ਦੀਆਂ ਸਾਖੀਆਂ 'ਚ ਬੜੀ ਵਾਰੀ ਇਹ ਗੱਲ ਆਈ ਹੈ ਕਿ ਹਜ਼ੂਰੀ ਵਾਲਾ ਜੀਵਨ। ਔਰ ਤਾਂ ਹੀ ਦੇਖੋ ਪੁਰਾਣੇ ਸਿੱਖ ਇਤਿਹਾਸਿਕ ਸਿੱਖ ਤੁਸੀਂ ਦੇਖੇ ਹੋਣੇ ਹਨ, ਬੜੇ ਪੁਰਾਤਨ ਜਿਹੜੇ ਗੁਰਸਿੱਖ ਸਨ। ਮੇਰੀ ਆਪਣੀ ਗ੍ਰੈਂਡ ਮਦਰ ਉਹ ਹਮੇਸ਼ਾ ਅਸੀਸ ਦਿਆ ਕਰਦੇ ਸਨ, ਗੁਰੂ ਅੰਗ ਸੰਗ ਰਵੇ ਤੁਹਾਡੇ। ਜਦੋਂ ਮੱਥਾ ਟੇਕਣਾ ਤੇ ਅਸੀਸ ਮਿਲਦੀ ਸੀ, ਗੁਰੂ ਅੰਗ ਸੰਗ ਰਹੇ, ਗੁਰੂ ਅੰਗ ਸੰਗ ਰਹੇ ਤੁਹਾਡੇ। ਕਿਉਂ? ਇਹ ਅਸੀਸ ਹੁੰਦੀ ਸੀ ਕਿ ਜੇ ਹੁਣ ਹਜ਼ੂਰੀ ਵਿੱਚ ਨਹੀਂ ਹੋ ਤੇ ਹਜ਼ੂਰੀ ਵਾਲਾ ਜੀਵਨ ਅਪਣਾਓ, ਆਪਣੇ ਗੁਰੂ ਨੂੰ ਹਮੇਸ਼ਾ ਨਾਲ ਸਮਝੋ ਹੈ ਜੀ। ਇਹੋ ਜਿਹੇ ਜੀਵਨ ਵਿੱਚ ਇਹੋ ਜਿਹੀਆਂ ਕਰਨ ਵਾਲੀਆਂ ਚੀਜ਼ਾਂ ਜਿਹੜਾ ਕਰਦਾ ਹੈ ਜਿਹੜਾ, ਉਹਦੇ ਵਿੱਚ ਉਸ ਬੰਦੇ ਨੂੰ ਪਾਪ ਕਮਾਉਣਾ ਬੜਾ ਮੁਸ਼ਕਿਲ ਹੋ ਜਾਂਦਾ। ਫਿਰ ਦੇਖੋ ਨਾ, ਜੇ ਤੁਸੀਂ ਹੁਣ ਦੇਖੋ, if somebody follows you everywhere, how would you cheat? It's very hard. If somebody follows you everywhere, ਉਹ ਬੰਦਾ ਕੋਈ ਜਾਣ ਪਛਾਣ ਦਾ ਤੁਹਾਡਾ ਨਾ ਹੋਵੇ, ਦੂਸਰਾ ਓਪਰਾ ਬੰਦਾ ਹੋਵੇ ਤੁਹਾਡੇ ਨਾਲ, ਫਿਰ ਨਿੰਦਿਆ ਕਰਨੀ ਕਿੰਨੀ ਮੁਸ਼ਕਿਲ ਹੋ ਜਾਏਗੀ ਤੁਹਾਡੇ ਵਾਸਤੇ। ਉਹ ਬੰਦਾ ਯਾਰ ਸੁਣ ਰਿਹਾ ਇਹ ਗੱਲ ਮੇਰੀ, ਇਹ ਕਿਸੇ ਨੂੰ ਦੱਸ ਨਾ ਦੇਵੇ ਜਾ ਕੇ ਕਿਧਰੇ। ਸੋ ਉਸ ਡਰ ਮਾਰੂ ਨਾ ਕਰੇ ਫਿਰ ਉਹ ਹਾਂਜੀ, ਉਹ ਡਰ ਮਾਰੂ ਨਾ ਕਰੇ। ਇਹੀ ਨਿਰਮਲ ਭਾਵ ਹੈ। ਕੋਈ ਡਰ ਪੈ ਗਿਆ ਯਾਰ ਇਹ ਜੇ ਇਹਨੇ ਸੁਣ ਲੀਤੀ ਗੱਲ ਤੇ ਫਿਰ ਤੇ ਅੱਗੇ ਜਾ ਕੇ ਕਿਸੇ ਨੂੰ ਦੱਸ ਨਾ ਦੇਵੇ, ਕਿਸੇ ਨੂੰ ਅੱਗੇ ਜਾ ਕੇ, ਤੇ ਇਸ ਡਰ ਮਾਰੂ ਨਾ ਕਰੇ ਗੱਲ, ਉਹ ਇਹ ਨਿਰਮਲ ਭਾਵ ਹੈ। ਹੁਣ ਇਹ ਹਜ਼ੂਰੀ ਵਾਲਾ ਜੀਵਨ ਜਿਹੜਾ ਮਿਲਣਾ ਇੰਨਾ ਈਜ਼ੀ ਨਹੀਂ ਹੈ। ਬਹੁਤ ਅਰਦਾਸਾਂ ਕਰਨੀਆਂ ਪੈਂਦੀਆਂ ਇਸ ਹਜ਼ੂਰੀ ਵਾਲੇ ਜੀਵਨ ਦੀ ਪ੍ਰਾਪਤੀ ਵਾਸਤੇ। ਬਾਣੀ ਵਿੱਚ ਬੜੀ ਜਗ੍ਹਾ ਇਸ ਜਗ੍ਹਾ ਦਾ ਜ਼ਿਕਰ ਆਇਆ ਹੈ। ਮਹਾਰਾਜ ਨੇ ਬੜੀ ਜਗ੍ਹਾ ਅਰਦਾਸਾਂ ਸਾਡੇ ਵਾਸਤੇ ਕੀਤੀਆਂ ਹਨ ਕਿ ਗੁਰਸਿੱਖ ਨੂੰ ਜੀਵਨ, ਗੁਰਸਿੱਖ ਦਾ ਜੀਵਨ ਵਰਗਾ ਹੋਵੇ। ਤੇ ਆਸਾ ਕੀ ਵਾਰ ਵਿੱਚ ਤੇ ਇੱਥੇ ਤੱਕ ਲਿਖ ਦਿੱਤਾ ਨੇ, ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ। ਜਿਨ੍ਹਾਂ ਦੇ ਅੰਦਰ ਉਸ ਪ੍ਰਮਾਤਮਾ ਦਾ ਡਰ ਨਹੀਂ ਹੈ, ਉਸ ਪ੍ਰਮਾਤਮਾ ਦਾ ਡਿਸਪਲਿਨ ਨਹੀਂ ਹੈ, ਉਹਦੇ ਅੰਦਰ ਪ੍ਰਮਾਤਮਾ ਦਾ ਪਿਆਰ ਨਹੀਂ ਪੈਦਾ ਹੋ ਸਕਦਾ। ਇਹ ਹਜ਼ੂਰੀ ਵਾਲੇ ਜੀਵਨ ਦੀਆਂ ਨਿਸ਼ਾਨੀਆਂ ਹਨ। ਪੁਰਾਤਨ ਗੁਰਸਿੱਖ ਇਹੋ ਜਿਹਾ ਜੀਵਨ ਜੀਉਂਦੇ ਸਨ ਤੇ ਇਹੋ ਜਿਹਾ ਜੀਵਨ ਜਾਚ ਦੂਸਰਾ ਸਿੱਖਣ ਦੀ ਸਿਖਾਈ। ਦੂਸਰੀ ਲਾਮ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਇਹ ਨਿਰਮਲ ਭਾਵ ਦਾ ਕਨਸੈਪਟ ਨਵੇਂ ਦੰਪਤੀ ਨੂੰ ਬਖਸ਼ਦੇ ਹਨ। ਤੇ ਜਿਹੜੇ ਪ੍ਰਮਾਤਮਾ ਦੇ ਰਸਤੇ ਤੇ ਚੱਲਣ ਵਾਲੇ ਹਨ ਉਹਨਾਂ ਨੂੰ ਵੀ ਇਹ ਜਾਚ ਸਿਖਾਉਂਦੇ ਹਨ ਕਿ ਆਪਣੇ ਜੀਵਨ ਵਿੱਚ ਸਤਿਗੁਰ ਦਾ ਮੇਲ ਰੱਖੋ, ਸਤਿਗੁਰ ਪੁਰਖ ਨੂੰ ਮਿਲਾ ਲਵੋ ਆਪਣੇ ਨਾਲ। ਬਾਣੀ ਦਾ ਘੇਰਾ ਇਸ ਤਰ੍ਹਾਂ ਤੁਹਾਡੇ ਜੀਵਨ ਵਿੱਚ ਹੋਵੇ, ਬਾਣੀ ਦਾ ਪਕੜ ਤੁਹਾਡੇ ਜੀਵਨ ਵਿੱਚ ਇਹੋ ਜਿਹਾ ਹੋਵੇ ਕਿ ਤੁਹਾਨੂੰ ਹਮੇਸ਼ਾ ਲੱਗੇ ਕਿ ਬਾਣੀ ਜਾਂ ਗੁਰੂ ਤੁਹਾਡੇ ਨਾਲ ਹੈ ਔਰ ਤੁਹਾਨੂੰ ਦੇਖਦੀ ਪਈ ਹੈ ਔਰ ਤੁਹਾਡੇ ਹਰ ਕੰਮ ਦੇਖੇ ਜਾ ਰਹੇ ਹਨ। ਹੁਣ ਤੁਸੀਂ ਇੱਕ ਪ੍ਰੈਕਟੀਕਲ ਤੁਸੀਂ ਦੇਖੋ ਗੱਲ, ਹਸਬੈਂਡ ਐਂਡ ਵਾਈਫ, ਐਂਡ ਲੈਟਸ ਸੇ ਮੈਂ ਨਾਂ ਨਹੀਂ ਲੈਣੇ, A ਐਂਡ B ਹੈ ਜੀ। A ਹਸਬੈਂਡ ਹੈ, B ਵਾਈਫ ਹੈ, ਜਾਂ B husband है, A wife है, doesn't matter whichever way you want to take it, you know. A और B हैं, ਹੁਣ A और B आपस ਰਹਿੰਦੇ ਹਨ, ਬੜੇ ਖੁਸ਼ ਹਨ ਜੀ। ਲੇਕਿਨ A ਹੁਣ ਮਨ 'ਚ ਕੋਈ ਬੁਰਾ ਖਿਆਲ ਆਇਆ ਹੈ ਜੀ, ਕਿਸੇ ਨੂੰ ਦੇਖਿਆ, ਕਿਸੇ ਹੋਰ ਸੁੰਦਰ ਕਿਸੇ ਇਸਤਰੀ ਨੂੰ ਮਿਲਿਆ ਜਿਹਨੂੰ ਉਹ ਖਿਆਲ ਆ ਕਿ ਯਾਰ ਇਹ ਜ਼ਿਆਦਾ ਅਟਰੈਕਟਿਵ ਹੈ ਮੇਰੀ ਵਾਈਫ ਨਾਲੋਂ, ਜਾਂ ਕੋਈ ਚੱਕਰ ਨਵਾਂ ਚਲਾਵਾਂ ਇਹਦੇ ਨਾਲ, ਜਾਂ ਕੋਈ ਐਕਸਟਰਾ ਮੈਰਿਟਲ ਅਫੇਅਰ ਕਰਨ ਦੀ ਕੋਸ਼ਿਸ਼ ਕਰਾਂ। ਹੁਣ A B ਦੇ ਸਾਹਮਣੇ ਕਦੀ ਨਹੀਂ ਕਰ ਸਕੇਗਾ ਹਾਂਜੀ। A ਹੁਣ ਜਗ੍ਹਾ ਢੂੰਡੇਗਾ ਇਹੋ ਜੀ ਕੋਈ ਅਲੱਗ ਹੋਵੇ ਜਗ੍ਹਾ ਜਿੱਥੇ B ਦੇਖਦੀ ਨਾ ਹੋਵੇ, ਜਾਂ B ਕਰੇ ਤੇ A ਦੇਖਦਾ ਨਾ ਹੋਵੇ ਹਾਂਜੀ। ਫਿਰ ਮੈਂ ਅਲੱਗ ਜਾ ਕੇ ਛੁਪ ਕੇ ਕਿਧਰੇ ਕਰਾਂ ਕੰਮ ਇਹੋ ਜਿਹੇ ਭੈੜੇ, ਜਾਂ ਕੁਝ, ਜਾਂ ਕੋਈ ਇਹੋ ਜਿਹਾ ਤੂੰ ਕੰਮ ਕਰਦਾ ਹੋਵੇ, ਜਾਂ ਇਹੋ ਜਿਹੀ ਜਗ੍ਹਾ ਤੇ ਜਾਂਦਾ ਹੋਵੇ ਜਿਹੜਾ ਆਪਣੀ ਵਾਈਫ ਨੂੰ ਨਾ ਦੱਸਦਾ ਹੋਵੇ, ਜਾਂ ਵਾਈਫ ਆਪਣੇ ਹਸਬੈਂਡ ਨੂੰ ਨਾ ਦੱਸਦੀ ਹੋਵੇ। ਉਹ ਕੰਮ ਤੇ ਜਾਏ, ਇਹ ਘਰ ਹੋਵੇ ਜਾਂ ਕਿਧਰੇ ਬਾਹਰ ਹੋਵੇ, ਕੁਝ ਇਹੋ ਜਿਹਾ ਕਰੇ ਗੱਲ ਉਸਦੇ ਗੱਲ ਨਾਲ ਛੁਪਾਏ ਉਹਨੂੰ। ਤੇ ਜੇ ਹਜ਼ੂਰੀ ਵਾਲੇ ਹੋਣ ਦੋਨੋਂ, ਜੇ A ਦੀ ਹਜ਼ੂਰੀ ਵਿੱਚ B ਹੋਵੇ ਤੇ B ਦੀ ਹਜ਼ੂਰੀ ਵਿੱਚ A ਹੋਵੇ, ਤੇ A ਹਮੇਸ਼ਾ ਸੋਚੇ B ਮੇਰੇ ਨਾਲ ਹੈ, ਜਿੱਥੇ ਜਾਵਾਂ B ਮੇਰੇ ਨਾਲ ਹੈ। ਹਸਬੈਂਡ ਗਿਆ ਹੋਇਆ ਬਾਹਰ ਕਿਧਰੇ ਆਫਿਸ ਤੇ ਵਾਈਫ ਘਰ ਹੈ, ਜਾਂ ਵਾਈਫ ਕਿਧਰੇ ਬਾਹਰ ਗਈ ਹੋਈ ਹੈ, ਨਿਊਯਾਰਕ ਗਈ ਹੋਈ ਹੈ, ਕਿਧਰੇ ਹੋਰ ਗਈ ਹੋਈ ਹੈ ਹਲੇ ਛੋੜ ਕੇ 4 ਦਿਨਾਂ ਵਾਸਤੇ, ਤੇ ਹਸਬੈਂਡ ਪਿੱਛੇ ਇਕੱਲਾ, ਜਾਂ ਆਪੋਜ਼ਿਟ ਹੈ, ਡਜ਼ਨਟ ਮੈਟਰ। ਤੇ ਦੋਨੋਂ ਇਸ ਗੱਲ ਨੂੰ ਮਹਿਸੂਸ ਕਰਨ ਚ ਉਹ ਨਾ ਵੀ ਹੈ ਨਾਲ, ਤੇ ਉਹ ਸਮਝ ਲਓ ਦੇਖਦੀ ਪਈ ਹੈ ਸਾਰਾ ਕੁਝ ਜੋ ਮੈਂ ਕਰ ਰਿਹਾ, ਉਹ ਹਰ ਕੰਮ ਮੇਰੇ ਦੇਖਦੀ ਪਈ ਹੈ। ਜਾਂ ਹਸਬੈਂਡ ਹੋਵੇ ਤੇ ਦੇਖ ਰਿਹਾ ਹੈ, ਯੂ ਨੋ, ਜੋ ਮੈਂ ਕਰਾਂ, ਜੇ ਜੋ ਮੈਂ ਕਰ ਰਿਹਾ, ਜੋ ਮੈਂ ਸੋਚ ਰਿਹਾ, ਮੇਰੀ ਸਪਾਊਸ ਮੇਰੇ ਤੇ ਦੇਖ ਰਹੀ ਹੈ, ਮੈਨੂੰ ਵਾਚ ਕਰਦੀ ਪਈ ਹੈ। ਤੇ ਇਹ ਸੋਚ ਕੇ ਦੇਖੋ ਵੀ A ਔਰ B ਤੇ ਫਿਰ ਬੁਰਾ ਕੰਮ ਕਰ ਹੀ ਨਹੀਂ ਸਕਣਗੇ ਇੱਕ ਦੂਸਰੇ ਨਾਲ। ਕੰਮ ਤੇ ਤਾਂ ਹੀ ਬੁਰਾ ਕੰਮ ਸ਼ੁਰੂ ਹੁੰਦਾ ਜਦੋਂ ਸੀਕ੍ਰੇਸੀ ਆਵੇ ਉਹਦੇ ਵਿੱਚ, ਜਾਂ ਇਹ ਸੋਚੇ ਬੰਦਾ ਕਿ ਇਹ ਜੋ ਮੈਂ ਕਰ ਰਿਹਾ ਇਹ ਅਗਲੇ ਨੂੰ ਪਤਾ ਨਹੀਂ ਹੈ ਜੀ ਇਹ ਜੋ ਕੀ ਕਰ ਰਿਹਾ ਮੈਂ ਕਰਾਂਗਾ, ਇਹ ਮੈਂ ਕਰ ਸਕਦੀ ਹਾਂ ਜਾਂ ਕਰ ਸਕਦਾ,
ਤੇ ਜੇ ਕਰਾਂਗਾ ਤੇ ਅਗਲੇ ਨੂੰ ਤਾਂ ਪਤਾ ਲੱਗਣਾ ਹੀ ਨਹੀਂ ਹੈ ਜੋ ਮੈਂ ਮਰਜ਼ੀ ਕਰਾਂ। ਇਹ ਜੀਵਨ, ਇਹ ਹਜ਼ੂਰੀ ਵਾਲਾ ਜੀਵਨ ਨਹੀਂ। ਇੱਕ ਪ੍ਰਮਾਤਮਾ ਦੀ ਹਜ਼ੂਰੀ ਵਾਲਾ ਜੀਵਨ ਹੈ। ਤਾਂ ਇੱਕ ਨਵੇਂ ਦੰਪਤੀ ਨੂੰ ਉਪਦੇਸ਼ ਦਿੰਦੇ ਹਨ ਕਿ ਤੁਸੀਂ ਵੀ ਹਜ਼ੂਰੀ ਵਾਲਾ ਜੀਵਨ ਜੀਓ, ਨਿਰਮਲ ਭਾਵ ਵਾਲਾ ਜੀਵਨ ਜੀਓ। ਆਪਣੇ ਵਿੱਚ ਇੱਕ ਦੂਸਰੇ ਤੋਂ ਦੋਏ ਮੂਰਤ ਇੱਕ ਜੋਤ ਵਾਲੀ ਅਵਸਥਾ ਪ੍ਰਾਪਤ ਕਰੋ। ਤੁਸੀਂ ਇੱਕ ਨੂੰ ਮਹਿਸੂਸ ਹੀ ਨਾ ਹੋਵੇ ਦੂਸਰਾ ਦੂਰ ਹੈ, ਇੱਕ ਦੂਰ ਵੀ ਹੋਵੇ ਤੇ ਦੂਸਰਾ ਸਮਝੇ ਉਹ ਨੇੜੇ ਹੈ ਮੇਰੇ ਨਾਲ। ਤੇ ਜੇ ਇਹੋ ਜਿਹੀ ਜੀਵਨ ਅਵਸਥਾ ਬਣਾਓਗੇ ਫਿਰ ਦੂਸਰੇ ਦੇ ਪ੍ਰਥਾਈ ਤੁਹਾਡੀ ਇੱਕ ਸਤਕਾਰ ਦੀ ਦੀਵਾਰ। ਪ੍ਰਿੰਸੀਪਲ ਸਤਬੀਰ ਸਿੰਘ ਹੋਰੀ 100 ਸਵਾਲ ਇੱਕ ਕਿਤਾਬ ਹੈ, ਉਹਦੇ ਵਿੱਚ ਬੜਾ ਸੋਹਣਾ ਲਿਖਿਆ ਲੇਖ ਉਹਨਾਂ ਨੇ। ਇਹ ਸਤਕਾਰ ਦੀ ਦੀਵਾਰ, ਇੱਕ ਟਰਸਟ ਦੀ ਦੀਵਾਰ ਖੜੀ ਕਰੋ ਨਿਰਮਲ ਭਾਵ ਵਾਲੀ, ਹਾਂਜੀ, ਰੈਵਰੈਂਸ ਦੀ। ਤੇ ਸਤਕਾਰ ਦੀ ਰੈਵਰੈਂਸ ਦੀ ਦੀਵਾਰ ਇਹੋ ਜਿਹੀ ਹੋਵੇ, ਇਤਨੀ ਸਟਰੋਂਗ ਹੋਵੇ ਕਿ ਬੰਦਾ 6-6 ਮਹੀਨਾ ਮਿਲੇ A ਔਰ B ਇੱਕ ਦੂਸਰੇ ਨਾਲ, ਪਰ ਮਹਿਸੂਸ ਇਸ ਤਰ੍ਹਾਂ ਹੋਵੇ ਕਿ A ਔਰ B ਹਮੇਸ਼ਾ ਇਕੱਠੇ ਹੈ। A ਔਰ B ਬਿਨਾਂ ਨਹੀਂ ਰਹਿ ਸਕਦਾ, B A ਬਿਨਾਂ ਨਹੀਂ ਰਹਿ ਸਕਦਾ। ਤੇ ਭਗਤ ਜਨ ਤੇ ਪ੍ਰਮਾਤਮਾ ਦਾ ਰਿਸ਼ਤਾ ਵੀ ਇਹੋ ਜਿਹਾ ਹੈ। ਹਜ਼ੂਰੀ ਵਾਲੇ ਜਿਹੜੇ ਹੁੰਦੇ ਹਨ, ਉਹ ਜਦੋਂ ਜਪਜੀ ਸਵੇਰੇ ਪੜ੍ਹਦੇ ਹਨ ਤੇ ਗੁਰੂ ਨਾਨਕ ਨਾਲ ਬਿਠਾਉਂਦੇ ਹਨ, ਉਹ ਕੀਰਤਨ ਕਰਦੇ ਹਨ ਤੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਨਾਲ ਬਿਠਾਉਂਦੇ ਹਨ। ਇਹ ਹਜ਼ੂਰੀ ਵਾਲੇ ਜੀਵਨ ਦੀਆਂ ਨਿਸ਼ਾਨੀਆਂ ਹਨ। ਤੇ ਇਹ ਹਜ਼ੂਰੀ ਵਾਲੇ ਨਵੇਂ ਦੰਪਤੀ ਨੂੰ ਵਿਆਹਣ ਵਾਲੇ ਜਿਹੜੇ ਹਨ, ਉਹਨਾਂ ਨੂੰ ਵੀ ਹਜ਼ੂਰੀ ਦਾ ਉਪਦੇਸ਼ ਦਿੰਦੇ ਹਨ ਕਿ ਤੁਸੀਂ ਵੀ ਹਜ਼ੂਰੀ ਵਾਲੇ ਜੀਵਨ ਨੂੰ ਅਪਣਾਓ। ਤੇ ਇਹ ਹਜ਼ੂਰੀ ਵਾਲੇ ਜੀਵਨ ਨੂੰ ਜਿਹੜਾ ਅਪਣਾਏਗਾ, ਦੇਖੋ ਕਿਤਨੀ ਪ੍ਰੈਕਟੀਕਲ ਐਡਵਾਈਸ ਹੈ। ਜੇ ਇਹੋ ਜਿਹੇ ਹਜ਼ੂਰੀ ਵਾਲਾ ਜੀਵਨ ਜਿਹੜਾ ਅਪਣਾਏਗਾ, ਉਹ ਤੇ ਫਿਰ ਐਕਸਟਰਾ ਮੈਰਿਟਲ ਅਫੇਅਰ ਤੇ ਉਹਦੇ ਤੇ ਹੋ ਸਕਦਾ ਹੀ ਨਹੀਂ ਨਾ ਕਦੀ। ਉਹ ਛੁਪਾ ਸਕਦਾ ਹੀ ਨਹੀਂ ਗੱਲ। ਉਹ ਕੁਝ ਇਹੋ ਜਿਹੀ ਗੱਲ ਕਰ ਹੀ ਨਹੀਂ ਸਕਦਾ ਜਿਹੜੀ ਵਾਈਫ ਔਰ ਹਸਬੈਂਡ ਦੇ ਸਾਹਮਣੇ ਨਾ ਕਰ ਸਕੇ। Let me read the second law. And now that you know the background, this law, the meaning ਆਪਣੇ ਆਪ ਹੀ clear ਹੋ ਜਾਣਗੇ ਤੁਹਾਨੂੰ without me explaining it to you. ਹਰ ਦੂਜੜੀ ਲਾਮ ਸਤਗੁਰ ਪੁਰਖ ਮਿਲਾਇਆ ਬਲਰਾਮ ਜੀਓ। ਦੂਜੜੀ ਲਾਮ ਵਿੱਚ ਪੁਰਖ ਦੇ ਖੱਖੇ ਨੂੰ ਔਂਕੜ ਹੈ। ਉਹ ਪ੍ਰਮਾਤਮਾ ਸਤਗੁਰੂ, ਉਹ ਜਿਹੜਾ ਗੁਰੂ ਰੂਪ ਪ੍ਰਮਾਤਮਾ ਹੈ, ਉਸ ਨੂੰ ਮਿਲ ਜਾਓ ਤੁਸੀਂ ਹੁਣ। ਤੇ ਉਸ ਨੂੰ ਮਿਲ ਕੇ ਆਪਣੇ ਅੰਦਰ ਨਿਰਮਲ ਭਾਵ ਦੀ ਅਵਸਥਾ ਪੈਦਾ ਕਰੋ। ਅੱਗੇ ਹੀ ਵਰਡ ਆਏ ਹਨ, ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ। ਇਹ ਹੋਏਗਾ ਤਾਂ, ਇਹ ਨਿਰਮਲ ਭਾਵ ਦੀ ਅਵਸਥਾ ਤਾਂ ਪ੍ਰਾਪਤ ਹੋਏਗੀ ਜੇ ਅੰਦਰੋਂ ਅੰਦਰ ਆਪਣਾ ਈਗੋਇਸਟਿਕ ਜਿਹੜਾ ਬਿਹੇਵੀਅਰ ਹੈ ਹਉਮੈ ਵਾਲਾ, ਇਸ ਨੂੰ ਅਲੱਗ ਰੱਖ ਦਿਓ। ਹਉਮੈ ਵਾਲੇ ਬੰਦਾ ਕਦੀ ਵੀ ਹਜ਼ੂਰੀ ਵਾਲਾ ਜੀਵਨ ਨਹੀਂ ਜੀ ਸਕਦਾ। ਹਉਮੈ ਵਾਲੇ ਬੰਦਾ ਥੋੜਾ ਪ੍ਰਵਾਹ ਕਰਦਾ ਹੈ ਕੋਈ ਮੈਨੂੰ ਦੇਖ ਰਿਹਾ ਹੈ। ਹਉਮੈ ਵਾਲਾ ਕਹਿੰਦਾ ਮੈਂ ਇਕੱਲਾ ਬੈਠਾ ਹੋਇਆ ਇੱਥੇ, ਮੇਰੇ ਨਾਲ ਕੌਣ ਹੈ ਹੋਰ। ਉਹ ਥੋੜਾ ਪ੍ਰਮਾਤਮਾ ਦੀ ਹੋਂਦ ਨੂੰ ਸਮਝਦਾ ਹੈ। ਉਹ ਥੋੜਾ ਸੋਚਦਾ ਕਿ ਮੇਰੇ ਅੰਦਰ ਵੀ ਨਾਮ ਹੈ, ਮੇਰੇ ਅੰਦਰ ਵੀ ਕੋਈ ਬੈਠਾ ਹੋਇਆ ਹੈ, ਮੇਰੇ ਅੰਦਰ ਕੁਝ ਸੋਚਦਾ ਪਿਆ। ਉਹ ਸਮਝਦਾ ਮੈਂ ਕਰਾਉਣ ਵਾਲਾ ਹਾਂ। ਜੇ ਮੈਂ ਕੁਝ ਸੋਚ ਰਿਹਾ ਕਰ ਰਿਹਾ ਤੇ ਮੈਂ ਕਰ ਰਿਹਾ। ਮੇਰੇ ਅੰਦਰ ਕੌਣ ਬੈਠਾ ਹੈ? ਮੇਰੇ ਅੰਦਰ ਮੈਂ ਹੀ ਹਾਂ। ਬਾਹਰ ਕੌਣ ਦੇਖਣ ਵਾਲਾ ਹੈ? ਕੋਈ ਨਹੀਂ ਹੈ ਦੇਖਣ ਵਾਲਾ ਬਾਹਰ। ਇਸੀ ਵਾਸਤੇ ਉਪਦੇਸ਼ ਹੈ, ਨਿਰਭਉ ਭੈ ਮਨ ਹੋਏ ਹਉਮੈ ਮੈਲ। ਹਉਮੈ ਦੀ ਮੈਲ ਨੂੰ ਗਵਾ ਕੇ ਮੇਰੇ ਬਲਰਾਮ ਜੀਓ। ਤੇ ਅਗਲੀ ਵਿੱਚ ਕਹਿੰਦੇ ਹਨ, ਨਿਰਮਲ ਭਉ ਪਾਇਆ ਹਰ ਗੁਣ ਗਾਇਆ ਤੇ ਹਰ ਵੇਖੇ ਰਾਮ ਹਦੂਰੇ। ਇੱਥੇ ਗੱਲ ਕਲੈਰਿਟੀ ਹੋ ਗਈ ਬਿਲਕੁਲ ਥਾਟ ਪ੍ਰੋਸੈਸ ਦੀ ਇਸ ਲਾਈਨ ਵਿੱਚ। ਉਸ ਨਿਰਮਲ ਭਉ ਨੂੰ ਪ੍ਰਾਪਤ ਕਰੋ, ਹਜ਼ੂਰੀ ਵਾਲਾ ਜੀਵਨ ਅਪਣਾ ਲਓ। ਨਵੇਂ ਦੰਪਤੀ ਵੀ ਤੇ ਪ੍ਰਮਾਤਮਾ ਨੂੰ ਖੋਜਣ ਵਾਲੇ ਵੀ, ਦੋਨਾਂ ਤੇ ਇਕੁਅਲੀ ਲਾਗੂ ਹੁੰਦੀ ਹੈ ਗੱਲ ਹੈ। ਦੋਨੋਂ ਜੇ ਨਿਰਮਲ ਭਉ ਵਾਲਾ ਜੀਵਨ ਅਪਣਾਓਗੇ ਤੇ ਹਰ ਨਿਰਮਲ ਭਉ ਪਾਇਆ ਕਿਸ ਤਰ੍ਹਾਂ? ਹਰ ਗੁਣ ਗਾਇਆ, ਹਰੀ ਪ੍ਰਮਾਤਮਾ ਦੇ ਗੁਣ ਗਾ ਕੇ, ਪਾਣੀ ਦੇ ਕਲੋਜ਼ ਆ ਕੇ, ਉਹਨਾਂ ਗੁਣਾਂ ਨੂੰ ਅਪਣਾ ਕੇ ਜੇ ਕਰੋਗੇ ਤੇ ਫਿਰ ਦੇਖੋਗੇ ਕਿ ਹਰ ਵੇਖੇ ਰਾਮ ਹਦੂਰੇ। ਉਸ ਪ੍ਰਮਾਤਮਾ ਨੂੰ ਹਜ਼ੂਰੀ ਵਿੱਚ ਜਾਣੋਗੇ। ਫਿਰ ਉਹ ਹਮੇਸ਼ਾ ਹਜ਼ੂਰੀ ਵਿੱਚ ਰਹੇਗਾ, ਹਮੇਸ਼ਾ ਤੁਹਾਡੇ ਨਾਲ ਰਹੇਗਾ। ਉਹ ਬਾਣੀ ਵਿੱਚ ਬਾਰ-ਬਾਰ ਇਸ ਗੱਲ ਨੂੰ ਦੁਹਰਾਇਆ ਨੇ ਕਿ ਉਹ ਨੇੜੇ ਹੈ ਤੁਹਾਡੇ, ਦੂਰ ਨਹੀਂ। ਤੁਸੀਂ ਦੂਰ ਜਾਣਿਆ ਹੈ ਉਸਨੂੰ, ਉਹ ਦੂਰ ਨਹੀਂ ਤੁਹਾਡੇ ਤੋਂ, ਉਹ ਬਹੁਤ ਨੇੜੇ ਹੈ, ਤੁਹਾਡੇ ਅੰਦਰ ਹੈ, ਬਾਹਰ ਹੈ। ਤੁਸੀਂ ਉਹਨੂੰ ਬੁਲਾ ਕੇ ਦੇਖੋ ਤੇ ਸਹੀ, ਤੁਸੀਂ ਉਹ ਵਾਲਾ ਜੀਵਨ ਜੀ ਕੇ ਦੇਖੋ ਤੇ ਸਹੀ। ਤੁਹਾਨੂੰ ਇਸ ਗੱਲ ਦੀ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ ਕਿ ਉਹ ਪ੍ਰਮਾਤਮਾ ਹਰ ਜਗ੍ਹਾ ਹਜ਼ੂਰ ਹੈ। ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਿਆ ਭਰਪੂਰੇ। ਇੱਥੇ ਵੀ ਕਲੈਰਿਟੀ ਹੋ ਗਈ ਇਸ ਲਾਈਨ ਦੀ। ਉਹ ਹਰ ਜਗ੍ਹਾ ਓਮਨੀ ਪ੍ਰੈਜ਼ੈਂਟ ਹੈ, ਉਹ ਪ੍ਰਮਾਤਮਾ ਹਰ ਜਗ੍ਹਾ ਹੈ। ਤੇ ਦੰਪਤੀ ਨੂੰ ਵੀ ਮਹਿਸੂਸ ਹੋਵੇ ਇੱਕ ਦੂਸਰੇ ਦੇ ਨਾਲ ਕਿ ਉਹ ਮੇਰੇ ਅੰਦਰ ਹੈ, ਉਹ ਮੇਰੇ ਬਾਹਰ ਹੈ, ਉਹ ਮੇਰੇ ਹਰ ਜਗ੍ਹਾ ਮੇਰੇ ਨਾਲ ਹੈ, ਮੇਰਾ ਸਪਾਊਸ ਨਹੀਂ ਹਾਂ ਤਾਂ ਵੀ ਮੈਨੂੰ ਦੇਖ ਰਿਹਾ ਹੈ। ਉਹ ਇਹ ਜਿਹੜਾ ਨਿਰਮਲ ਭਉ ਵਾਲਾ ਪ੍ਰਮਾਤਮਾ ਵਾਲਾ ਕਨਸੈਪਟ ਆਪਸ ਵਿੱਚ ਲੈ ਕੇ ਆਓ। ਇਹ ਨਿਰਮਲ ਭਉ ਵਾਲੇ ਕਨਸੈਪਟ ਨੂੰ ਆਪਣੇ ਉੱਤੇ ਅਪਲਾਈ ਕਰੋ। ਤੇ ਜਦੋਂ ਅਪਲਾਈ ਕਰੋਗੇ ਤੇ ਇੱਕ ਦੂਸਰੇ ਦੀ ਹਜ਼ੂਰੀ ਵਿੱਚ ਰਹੋਗੇ।
ਇੱਕ ਦੂਸਰੇ ਦੀ ਹਜ਼ੂਰੀ ਵਿੱਚ ਜਦੋਂ ਰਵੋਗੇ ਤੇ ਇਸ ਗੱਲ ਨੂੰ ਮਹਿਸੂਸ ਕਰੋਗੇ ਕਿ ਫਿਰ ਇੱਕ ਦੂਸਰੇ ਤੋਂ ਗੱਲ ਛੁਪਾਣੀ, ਇਸ ਦੂਸਰੇ ਬਾਰੇ ਨੈਗੇਟਿਵਿਟੀ ਸੋਚਣਾ ਜਾਂ ਕਿਸੇ ਦੂਸਰੇ ਬਾਰੇ ਨੈਗੇਟਿਵਿਟੀ ਸੋਚਣਾ ਮੁਸ਼ਕਿਲ ਹੋ ਜਾਏਗਾ ਤੁਹਾਡੇ ਵਾਸਤੇ। ਆਤਮ ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਫਿਰ ਅੰਦਰ ਬਾਹਰ ਉਹ ਪ੍ਰਮਾਤਮਾ ਫਿਰ ਇੱਕੋ ਜਿਹਾ ਨਜ਼ਰ ਆਉਂਦਾ ਹੈ ਹਰ ਜਗ੍ਹਾ। ਉਹ ਪ੍ਰਮਾਤਮਾ ਅੰਦਰ ਬੈਠਿਆ ਹੋਇਆ ਬਾਹਰ ਬੈਠਿਆ ਹੋਇਆ ਇੱਕੋ ਜਿਹਾ ਨਜ਼ਰ ਆਉਂਦਾ ਹੈ, ਕਿਉਂਕਿ ਹਜ਼ੂਰੀ ਵਾਲਾ ਜੀਵਨ ਜੇ ਹੋਇਆ ਤੇ ਹਜ਼ੂਰੀ ਵਾਲਾ ਜੀਵਨ ਜਨ ਨਾਨਕ ਦੂਜੀ ਲਾਮ ਚਲਾਈ, ਫਿਰ ਅਨਹਦ ਸ਼ਬਦ ਵਜਾਏ। ਫਿਰ ਉਹ ਜੀਆਂ ਚੀਜ਼ਾਂ ਸੁਣਾਈ ਅੰਦਰ ਦਿੰਦੀਆਂ ਹਨ, ਅਨਹਦ ਨਾਦ, ਜਿਹੜੇ ਪਹਿਲੇ ਕਦੀ ਸੁਣੇ ਨਹੀਂ ਹੁੰਦੇ, ਕਿਉਂਕਿ ਉਹ ਫਿਰ ਇਹੋ ਜਿਹਾ ਜੀਵਨ ਜਿਹੜਾ ਹਜ਼ੂਰੀ ਵਾਲਾ ਜੀਵਨ ਜਿਹੜਾ ਹੈ, ਨਿਰਮਲ ਭਾਵ ਵਾਲਾ ਜੀਵਨ ਜਿਹੜਾ ਹੈ, ਇਹ ਬਹੁਤ ਉੱਚ ਕੋਟੀ ਦੇ ਜਿਗਿਆਸੂ ਵਾਸਤੇ ਜੀਵਨ ਹੈ। ਤੇ ਅਸੀਂ ਪ੍ਰੈਕਟੀਕਲੀ ਕੀ ਕਰਨਾ ਹੈ ਐਜ਼ ਇੰਡੀਵਿਜੂਅਲ, ਅਸੀਂ ਬੇਬੀ ਸਟੈਪਸ ਲੈਣੇ ਹਨ। ਜੇ 24 ਘੰਟੇ ਹਜ਼ੂਰੀ ਵਾਲਾ ਜੀਵਨ ਨਹੀਂ ਹੈ ਤੇ 24 ਘੰਟਿਆਂ ਵਿੱਚੋਂ 1 ਘੰਟਾ ਤੇ ਹਜ਼ੂਰੀ ਵਾਲਾ ਜੀਵਨ ਬਿਤਾਓ, 2 ਘੰਟੇ ਜੀਵਨ ਬਿਤਾਓ, ਅੱਧਾ ਘੰਟਾ ਕਰੋ ਕਿ ਅੱਧਾ ਘੰਟਾ ਰੋਜ਼ ਮੈਂ ਹਜ਼ੂਰੀ ਵਿੱਚ ਰਹਿਣਾ ਹੈ। But that 1 hour from 9 AM to 10 AM or whatever time it is, you know, ਇਹ ਮਹਿਸੂਸ ਕਰੇ ਬੰਦਾ ਯਾਰ ਮੈਂ ਅੱਜ ਇਹ 1 ਘੰਟਾ ਹਜ਼ੂਰੀ ਵਿੱਚ ਆਵਾਂ। ਹੁਣ ਜਿੱਥੇ ਜਾਵਾਂਗਾ ਨਾ ਨਾਨਕ ਮੇਰੇ ਨਾਲ ਚੱਲਣਗੇ, ਜਿੱਥੇ ਜਾਵਾਂਗਾ ਨਾ ਨਾਨਕ ਮੇਰੇ ਨਾਲ ਬੈਠਣਗੇ। ਹੁਣ ਕੀਰਤਨ ਕਰਨ ਜਾਵਾਂਗਾ ਪ੍ਰੈਕਟਿਸ ਤਾਂ ਵੀ, ਤੇ ਜੇ ਗੱਪਾਂ ਮਾਰਾਂਗਾ ਦੋਸਤਾਂ ਨਾਲ ਤਾਂ ਵੀ, ਤੇ ਗੱਪਾਂ ਮਾਰਦੀਆਂ ਵੀ ਮਰਿਆਦਾ 'ਚ ਰਵਾਂਗਾ, ਫਿਰ ਮੈਂ ਮਰਿਆਦਾ ਨਹੀਂ ਭੰਗ ਹੋਣ ਦਿਆਂਗਾ। ਜੇ ਕੀਰਤਨ ਸੁਣਾਂਗਾ ਤਾਂ ਵੀ, ਜੇ ਕੰਮ ਕਰਾਂਗਾ, ਜੇ ਮੀਟਿੰਗ ਵਿੱਚ ਜਾਵਾਂਗਾ ਤਾਂ ਵੀ, ਤੇ ਜੇ ਨਵੇਂ ਦੰਪਤੀ ਤੇ ਅਪਲਾਈ ਕਰੋ ਤੇ ਉਹ ਜੇ ਨੇੜੇ ਹੋਣ ਤਾਂ ਵੀ ਤਾਂ ਤੇ ਹਜ਼ੂਰੀ ਵਿੱਚ ਹੈ ਹੀ ਹੈ, ਤੇ ਜੇ ਨਾ ਵੀ ਨੇੜੇ ਹੋਣ ਤੇ ਆਪਣੇ ਜੀਵਨ ਜਿਹੜਾ ਹੈ ਹਜ਼ੂਰੀ ਵਾਲਾ ਸਮਝਣ, ਔਰ ਇੱਕ ਦੂਸਰੇ ਤੋਂ ਇੱਕ ਜੋਤ ਸੁਣ ਹੋਣ। ਤੇ ਤੀਸਰੀ ਲਾਮ ਤੇ ਚੌਥੀ ਲਾਮ ਵਿੱਚ ਗੱਲ ਦੀ ਕਲੈਰਿਟੀ ਹੋ ਜਾਏਗੀ ਬੜੀ। ਤੇ ਇਹ ਲਾਵਾਂ ਤੱਕ ਹੁਣ ਤੱਕ ਪ੍ਰੈਕਟੀਕਲ ਉਪਦੇਸ਼ ਸੀ। ਇੱਕ ਪ੍ਰਵਿਰਤੀ ਮਾਰਗ ਵਾਲਾ ਜਿਹੜੇ ਪਹਿਲੇ ਦੱਸ ਆਏ ਹਨ, ਉਹ ਮਿਲਦਾ ਹੈ ਬਾਣੀ ਨੂੰ ਆਪਣੇ ਜੀਵਨ 'ਚ ਉੱਚੀ ਸਥਾਨ ਦੇਣ ਨਾਲ, ਬ੍ਰਹਮਾ ਵੇਦ ਧਰਮ ਦ੍ਰਿੜੋ, ਉਹ ਵਾਲੀ ਅਵਸਥਾ, ਪਾਪ ਤੇ ਜਾਣ ਵਾਲੀ ਅਵਸਥਾ ਨਾਲ। ਤੇ ਦੂਸਰੀ ਹੈ ਸਤਿਗੁਰੂ ਪੁਰਖ ਨੂੰ ਮਿਲੋ, ਗੁਰੂ ਨੂੰ ਆਪਣੀ ਉੱਚਾ ਸਥਾਨ ਦਿਓ, ਤੇ ਗੁਰੂ ਨੂੰ ਇਸ ਤਰ੍ਹਾਂ ਸਤਿਗੁਰੂ ਪੁਰਖ ਮਿਲਾਓ ਕਿ ਆਪਣੇ ਅੰਦਰ ਤੁਹਾਡੇ ਹਜ਼ੂਰੀ ਵਾਲਾ ਜੀਵਨ ਬਣੇ, ਨਵੇਂ ਦੰਪਤੀ ਵਿੱਚ ਵੀ ਬਣੇ, ਪਰਮਾਤਮਾ ਦੇ ਪਿਆਰ ਵਾਲਾ ਵੀ ਜੀਵਨ ਵਾਲਾ ਹਜ਼ੂਰੀ ਵਾਲਾ ਹੋਵੇ। ਇਹ 2-3 ਇੰਪੋਰਟੈਂਟ ਪ੍ਰੈਕਟੀਕਲ ਐਡਵਾਈਸ ਦੇ ਕੇ ਅਗਲੀਆਂ ਜਿਹੜੀਆਂ ਲਾਵਾਂ ਹਨ ਨੰਬਰ 3 ਤੇ 4, ਉਹ ਇੱਕ ਸਕਸੈਸਫੁਲ ਮੈਰਿਜ ਦੀਆਂ ਲਾਵਾਂ ਨਹੀਂ ਹਨ, ਉਹ ਇੱਕ ਸਕਸੈਸਫੁਲ ਲਾਈਫ ਦੀ ਰੈਸਿਪੀ ਦੱਸਣ ਜਾਣਗੇ। ਹੁਣ ਕਿ ਜੇ ਵਿਆਹ ਤੇਰਾ ਹੋ ਵੀ ਗਿਆ ਠੀਕ, ਬੱਚੇ ਵੀ ਤੂੰ ਪੈਦਾ ਕਰ ਲਿੱਤੇ, ਵਿਆਹ ਵਿੱਚ ਤੂੰ ਖੁਸ਼ ਵੀ ਹੋ ਗਿਆ, ਤੇਰਾ ਜੀਵਨ ਸੁਖੀ ਹੋ ਗਿਆ, ਤੂੰ ਪ੍ਰਵਿਰਤੀ ਮਾਰਗ ਨੂੰ ਅਪਲਾਈ ਕਰ ਲਿੱਤਾ, ਨਿਰਮਲ ਭਾਵ ਵਿੱਚ ਆਪਣੀ ਜੀਵਨ ਦੰਪਤੀ ਨਾਲ ਗੁਜ਼ਾਰ ਵੀ ਲਿੱਤਾ, ਨਿੰਦਿਆ ਤੋਂ ਅਲੱਗ ਹੋ ਗਿਆ, ਤੂੰ ਕੋਈ ਐਕਸਟਰਾ ਮੈਰਿਟਲ ਅਫੇਅਰ ਨਹੀਂ ਰੱਖਿਆ, ਆਪਣੇ ਜੀਵਨ ਤੇਰਾ ਸੁਖੀ ਹੋ ਗਿਆ, ਤਾਂ ਕੀ ਹੋ ਗਿਆ? ਸੋ ਵਾਟ? ਇਹੋ ਜਿਹਾ ਜੀਵਨ ਤੇ ਕਬੂਲ ਨਹੀਂ ਹੈ ਨਾ ਸਿੱਖੀ ਵਿੱਚ। ਇਹ ਤੇ ਸਟਾਰਟਿੰਗ ਪੁਆਇੰਟ ਹੈ ਇੱਕ ਅੱਛੇ ਜੀਵਨ ਦੀ, ਪਰ ਇਹੋ ਜਿਹਾ ਜੀਵਨ ਦੇ ਐਂਡ ਨਹੀਂ ਹੈ ਉਸ ਜੀਵਨ ਦਾ। ਤੇ ਹੁਣ ਅਗਲੇ ਤੀਸਰੀ ਲਾਮ ਵਿੱਚ ਉਹ ਚੈਪਟਰ ਖੋਲਣਗੇ ਹੁਣ ਕਿ ਪੁਰਖਾ ਹੁਣ ਤੂੰ ਇਹ 2 ਚੀਜ਼ਾਂ ਲੈ ਲਿੱਤੀਆਂ ਨਾ, ਹੁਣ ਤੀਸਰੀ ਲਾਮ ਦਾ ਪ੍ਰੋਮਿਸ ਜਿਹੜਾ ਬੜਾ ਵੱਡਾ ਪ੍ਰੋਮਿਸ ਹੈ। ਅਸੀਂ ਸਾਰੇ ਕਰ ਜਾਂਦੇ ਹਾਂ ਪਰ ਕਰਦਾ ਕੋਈ ਹੈ। I will stop for a few minutes and let's think about it. There's a lot of information thrown to people, I realize that, but I will stop for, maybe we'll not do anymore. Let me see what the time is. It's 11:10. Maybe we'll stop here, or maybe we'll do a little bit of the next round. So I'll stop here and wait for people's questions or answers. Yeah. Wow, quick question. ਸੁਰਿੰਦਰ ਜੀ, ਇੱਕ ਸਵਾਲ, ਨਿਰਮਲ ਭਾਵ ਲਫ਼ਜ਼ ਜਿਹੜਾ ਹੈ ਗੁਰਬਾਣੀ ਚ ਬੜੀ ਵਾਰੀ ਆਉਂਦਾ ਰੱਬ ਲਈ ਵੀ, ਕੀ ਉੱਥੇ ਹਰ ਵੇਲੇ ਨਿਰਮਲ ਭਾਵ ਹੁੰਦਾ ਹੈ? ਭਾਵ ਮਤਲਬ ਭਾਵ ਵਰਡ ਗੁਰਬਾਣੀ ਵਿੱਚ ਰੱਬ ਵਾਸਤੇ ਨਹੀਂ ਆਉਂਦਾ। ਭਾਵ ਵਰਡ ਦਾ ਮਤਲਬ ਹੈ ਭੈ ਜਾਂ ਡਰ ਜਾਂ ਡਿਸਪਲਿਨ। ਨਿਰਮਲ ਭਾਵ ਮਤਲਬ ਉਸ ਪਵਿੱਤਰ ਡਿਸਪਲਿਨ ਵਿੱਚ ਰਹਿਣਾ, ਉਸ ਪਵਿੱਤਰ ਡਿਸਪਲਿਨ ਉਹ ਵਾਲਾ ਜਿਹਦੇ ਮੂੰਹੋਂ ਸੱਚ ਨਿਕਲੇ, ਜਿਹਦੇ ਕੰਨ ਗੁਰਬਾਣੀ ਸੁਣਨ, ਇਹੋ ਜਿਹਾ ਜਿਹੜਾ ਡਿਸਪਲਿਨ ਜਿਹੜਾ ਹੈ ਆਪਣੇ ਅੰਦਰ ਪੈਦਾ ਕਰਨਾ ਨਿਰਮਲ ਭਾਵ ਹੈ ਜੀ। ਭਾਵ ਵਰਡ
ਭਉ ਵਰਡ ਜਿਹੜਾ ਹੈ ਪਰਮਾਤਮਾ ਵਾਸਤੇ ਨਹੀਂ ਆਇਆ, ਭਉ ਵਰਡ ਆਇਆ ਹੈ ਡਰ ਵਾਸਤੇ, ਜਾਂ ਉਸ ਪਰਮਾਤਮਕ ਜਿਹੜੀ ਸ੍ਰਿਸ਼ਟੀ ਦੀ ਜਿਹੜੀ ਕਰਨ ਕਰਾਉਣ ਵਾਲਾ ਜਿਹੜਾ ਹੈ ਉਹਦੇ ਨਿਯਮਾਂ ਦੇ ਅਨੁਸਾਰ ਨਾਲ ਜੀਵਨ ਨੂੰ ਗੁਜ਼ਾਰਨਾ ਦੇ ਵਾਸਤੇ ਨਿਰਮਲ ਭਉ ਵਰਡ ਆਇਆ ਹੈ। ਤੁਸੀਂ ਉਸ ਸਟਰਕਚਰਡ ਡਿਸਪਲਿਨ ਦੇ ਅੰਦਰ ਆਪਣੀ ਲਾਈਫ ਗੁਜ਼ਾਰਨੀ ਨੂੰ ਨਿਰਮਲ ਭਉ ਵਰਡ ਆਇਆ ਹੈ। ਭਾਉ ਬਿਨ ਭਗਤ ਨਾ ਹੋਵਈ, ਭਉ ਬਿਨ ਭਗਤ ਨਾ ਹੋਵਈ, ਉਸ ਨਿਰਮਲ ਭਉ ਬਿਨਾ, ਉਸ ਡਿਸਪਲਿਨ ਬਿਨਾ, ਉਸ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਜੀਵਨ ਗੁਜ਼ਾਰੇ ਬਿਨਾ ਪ੍ਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਮੁਸ਼ਕਿਲ ਹੈ ਹੋਣੀ ਬਹੁਤ। ਥੈਂਕ ਯੂ ਜੀ। ਵੀਰ ਜੀ ਭਾਉ ਆਪਣਾ ਪਿਆਰ ਵਾਸਤੇ ਵੀ ਆਇਆ ਹੋਇਆ ਹੈ ਨਾ? ਭਾਉ ਪਿਆਰ ਵਾਸਤੇ ਆਇਆ ਹੈ। ਭਾਉ ਉਹ ਭਾਉ ਵਰਡ ਹੈ, ਇਹ ਭਾਉ ਵਰਡ ਹੈ। ਭਾਉ ਤੇ ਭਾਉ, ਹਾਂਜੀ। ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ। ਸੋ ਭਾਉ ਤੇ ਭਾਉ, ਪਿਆਰ ਤੇ ਡਿਸਪਲਿਨ। ਉਹ ਰਾਮਕਲੀ ਕੀ ਵਾਰ ਵਿੱਚ ਉਹ ਜਿਹੜਾ ਭਾਉ ਆਂਦਾ ਹੈ ਉਹ ਪਿਆਰ ਹੈ। ਹਾਂਜੀ, ਜਿਹੜੇ ਜਿੱਥੇ ਕੰਟੈਕਸਚੁਅਲ ਹੈ, ਹੁਣ ਪੂਰੀ ਲਾਈਨ ਆਵੇ ਤੇ ਪਤਾ ਲੱਗੇ ਵੀ ਕਿਸ ਲਾਈਨ ਨੂੰ ਤੁਸੀਂ ਕੋਟ ਕਰਦੇ ਪਏ ਹੋ, ਬਟ ਜਨਰਲੀ ਸਪੀਕਿੰਗ ਭਾਉ ਜਿਹੜਾ ਵਰਡ ਆਇਆ ਹੈ ਉਹ ਪਿਆਰ ਵਾਸਤੇ ਆਇਆ ਹੈ ਵਰਡ, ਤੇ ਭਾਉ ਜਿਹੜਾ ਵਰਡ ਆਇਆ ਹੈ ਉਹ ਜਨਰਲੀ ਸਪੀਕਿੰਗ ਉਸ ਰੱਬੀ ਡਿਸਪਲਿਨ ਜਿਹੜਾ ਹੈ, ਉਹ ਰੱਬੀ ਜਿਹੜਾ ਰੂਲ ਜਿਹੜੇ ਹਨ, ਉਸ ਰੱਬੀ ਰੂਲ ਦੇ ਵਿੱਚ ਰਹਿਣ ਵਾਲਾ ਬੰਦਾ ਜਿਹੜਾ ਹੱਥ ਜੋੜ ਕੇ ਉਸ ਰੱਬੀ ਅਸੂਲ ਨੂੰ, ਉਸ ਰੱਬੀ ਰੂਲਾਂ ਨੂੰ ਕਬੂਲ ਕਰਦਾ ਹੈ ਆਪਣੀ ਲਾਈਫ ਵਿੱਚ, ਤੇ ਆਪਣੀ ਲਾਈਫ ਵਿੱਚ ਉਸ ਰੱਬੀ ਰੂਲ ਦੇ ਥੱਲੇ ਜਿਹੜਾ ਹਮੇਸ਼ਾ ਰਹਿੰਦਾ ਹੈ, ਉਸ ਨੂੰ ਨਿਰਮਲ ਭਾਵ ਦੀ ਪ੍ਰਾਪਤੀ ਹੈ, ਜਿਹੜਾ ਹਜ਼ੂਰੀ ਵਾਲਾ ਜੀਵਨ ਜੀਂਦਾ ਹੈ। ਜਿਹੜਾ ਫਿਰ ਉਹਨੂੰ ਜਿਹੜਾ ਅੰਦਰ, I'm sorry, ਆਸਾ ਦੀ ਵਾਰ ਦੇ ਇੱਕ ਵਾਰੀ ਆਉਂਦਾ, ਜਿਨ ਮਨ ਭਾਉ ਤਿਨਾ ਮਨ ਭਾਉ। ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਡਰ ਹੈ। ਇੱਕ ਹੋਰ ਲਾਈਨ ਆਉਂਦੀ ਹੈ ਜਿੱਥੇ ਕਿਹਾ ਹੈ, ਇੱਕ ਨਹੀਂ ਚਾਕਰੀ ਜਿਤ ਭਾਉ ਖਸਮ ਨਾ ਜਾਏ। ਉਹ ਹੁਣ ਅਗਲੀ ਸਟੇਜ ਹੈ, ਉਹ ਅਗਲੀ ਸਟੇਜ ਹੈ ਕਿ ਉਹ ਫਿਰ ਜਿਹੜਾ ਜਿਗਿਆਸੂ ਜਦੋਂ ਉਸ ਉੱਚ ਕੋਟੀ ਤੋਂ, ਦੇਖੋ ਦੋ ਗੱਲਾਂ ਹਨ, ਇੱਕ ਤੇ ਨਿਰਮਲ ਭਾਵ ਵਿੱਚ ਰਹਿਣਾ, ਕੋਸ਼ਿਸ਼ ਕਰਨੀ ਰਹਿਣ ਦੀ, ਤੇ ਇੱਕ ਸਟੇਜ ਆਂਦੀ ਹੈ ਸਰਮਖੰਡ ਵਾਲੀ, ਕਰਮਖੰਡ ਵਾਲੀ, ਕਿ ਬੰਦਾ ਸਹਿਜ ਅਵਸਥਾ ਵਿੱਚ ਨਿਰਮਲ ਭਾਵ ਵਿੱਚ ਹੈ, ਉਹ ਰਿਮਾਈਂਡ ਨਹੀਂ ਕੀਤਾ ਜਾ ਸਕਦਾ, ਉਹਨੂੰ ਕਿਸੇ ਡਿਸਪਲਿਨ ਦਾ ਡਰ ਨਹੀਂ ਰਿਹਾ। ਇਹ ਜਿਹੜੀ ਕੋਟ, ਜਿਹੜੀ ਪੰਕਤੀ ਜਿਹੜੀ ਕੀਤੀ ਹੈ ਹੁਣੇ ਵੀਰ ਜੀ ਨੇ, ਹੁਣੇ ਜਿਹੜੀ 1 ਸੈਕਿੰਡ ਪਹਿਲੇ ਜੋ ਆਸਾ ਦੀ ਵਾਰ ਚ ਜਿਹੜੀ ਸੈਕਿੰਡ ਲਾਈਨ ਜਿਹੜੀ ਕੋਟ ਕੀਤੀ ਹੈ, ਇਹ ਉਸ ਉੱਚ ਕੋਟੀ ਦੇ ਜਿਗਿਆਸੂ ਵਾਸਤੇ ਹੈ ਵੀ ਹੁਣ ਕਿਸ ਗੱਲ ਦਾ ਡਰ। ਹੁਣ ਉਹ ਅਵਸਥਾ ਚੱਲੀ ਗਈ ਹੈ ਜਦੋਂ ਮੈਂ ਕੋਸ਼ਿਸ਼ ਕਰਦਾ ਸੀ ਨਿਰਮਲ ਭਾਵ ਵਿੱਚ ਰਹਿਣ ਦੀ, ਹੁਣ ਮੈਨੂੰ ਹੁਣ ਪ੍ਰਮਾਤਮਾ ਦਾ ਡਰ, ਹੁਣ ਕਿਸੇ ਗੱਲ ਦਾ, ਹੁਣ ਕੋਈ ਉਹ ਮਨੇ ਕਿ ਮੇਰਾ ਡਿਸਪਲਿਨ ਹੀ ਉਹ ਡਿਸਪਲਿਨ ਹੈ, ਮੇਰੀ ਲਾਈਫ ਹੀ ਉਹ ਲਾਈਫ, ਮੇਰੀ ਲਾਈਫ ਹੀ ਪ੍ਰਮਾਤਮਾ ਦਾ ਡਿਸਪਲਿਨ ਹੈ। ਅਵਸਥਾ ਬਦਲ ਗਈ ਹੈ। ਔਰ ਇਹ ਦੋ ਸ਼ਲੋਕ ਨਾਲ ਨਾਲ ਆਏ ਨਾ ਸਕੀ ਵਾਰ ਵਿੱਚ ਇਹ ਸਮਝਾਉਣ ਵਾਸਤੇ। ਉਹ ਅਲੱਗ ਟੌਪਿਕ ਹੈ, ਕਦੀ ਛੇੜਾਂਗੇ ਕਦੀ, ਬਟ ਯਾ ਦੈਟਸ ਟਰੂ। ਉੱਥੇ ਗੱਲ ਜਿਹੜੀ ਅਲੱਗ ਆਈ ਹੈ, ਮੈਂਟਲ ਲੈਵਲ ਡਿਫਰੈਂਟ ਹੈ ਇੱਥੇ ਨਾਲ। ਹਾਂਜੀ ਵੀਰ ਜੀ, ਜਿਹੜੀ ਸੈਕੰਡ ਲਾਈਨ ਹੈਗੀ ਹੈ ਉਹਦੇ ਚ ਹੈਗਾ, ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ। ਸੋ ਇਹਦੇ ਵਿੱਚ ਨਿਰਭਉ ਭੈ, ਜਦੋਂ ਹਜ਼ੂਰੀ ਵਾਲਾ ਹੁੰਦਾ ਹੈ ਵੀਰ ਜੀ, ਫਿਰ ਨਿਰਭਉ ਹੋ ਜਾਂਦਾ ਨਾ, ਫਿਰ ਡਰ ਕਿਸ ਦਾ ਹੋਇਆ ਨਾ। ਜਦੋਂ ਮੇਰੇ ਨਾਲ ਨਾਨਕ ਹਨ ਹਮੇਸ਼ਾ, ਜਦੋਂ ਮੇਰੇ ਗੁਰੂ ਮੇਰੇ ਹਮੇਸ਼ਾ ਨਾਲ ਮੇਰੇ ਜਦੋਂ ਚੱਲੇ, ਤੇ ਫਿਰ ਕੌਣ ਆਣ ਵਾਲਾ ਡਰਾਉਣ ਵਾਲਾ ਮੈਨੂੰ, ਫਿਰ ਕਿਸ ਗੱਲ ਦਾ ਡਰ ਰਿਹਾ। ਤੇ ਵਰਡ ਹੈ ਨਿਰਭਉ ਭੈ ਮਨ ਹੋਏ, ਨਿਰਭਉ ਹੋ ਜਾਂਦਾ ਹੈ ਤੁਹਾਡਾ ਮਨ, ਫਿਰ ਕੌਣ ਡਰਾਉਣ ਵਾਲਾ ਹੈ। ਜਦੋਂ ਦਸਮ ਪਿਤਾ ਤੁਹਾਡੇ ਨਾਲ ਹੋਣ, ਜਦੋਂ ਕਲਗੀਆਂ ਵਾਲਾ ਤੁਹਾਡੇ ਨਾਲ ਚੱਲੇ ਹਮੇਸ਼ਾ, ਉੱਠਦਿਆਂ ਬੈਠਦਿਆਂ ਤੁਹਾਡੇ ਨਾਲ ਬੈਠਦਾ ਹੋਵੇ, ਫਿਰ ਤੁਹਾਨੂੰ ਕਿਸ ਗੱਲ ਦਾ ਡਰ ਵੀਰ ਜੀ, ਕਿਸ ਗੱਲ ਦਾ ਬਹੁਤ, ਤੁਹਾਨੂੰ ਕਿਸ ਗੱਲ ਦੀ ਫਿਕਰ ਤੁਹਾਨੂੰ। ਉਹ ਨਾਲ ਚੱਲਦਾ ਹੈ ਨਾ, ਉਹ ਜਿਹੜਾ ਰੱਖਣ ਵਾਲਾ ਖਿਆਲ ਉਹ ਰੱਖੇਗਾ ਨਾਲ ਖਿਆਲ, ਫਿਰ ਕਿਸ ਗੱਲ ਦਾ ਡਰ। ਸੋ ਇਹ ਡਰ ਤਦ ਤੱਕ ਹੈ ਸਾਰੇ ਜਦ ਤੱਕ ਇਹ ਹਜ਼ੂਰੀ ਵਾਲਾ ਜੀਵਨ ਨਹੀਂ ਹੈ ਸਾਡੇ ਜੀਵਨ ਵਾਲਾ। ਪਰ ਇਹ ਬਹੁਤ ਕੋਈ ਮਾਣ ਵਾਲਾ ਹੋਵੇ, ਕੋਈ ਬ੍ਰਹਮ ਗਿਆਨੀ ਜਿਹੜੇ ਹਨ, ਇਹ ਜਿਨ੍ਹਾਂ ਨੇ ਐਕਸਪੀਰੀਅੰਸ ਕੀਤਾ ਹੈ ਇਹ ਵਾਲਾ ਜੀਵਨ, ਉਹਨਾਂ ਨੂੰ ਪਤਾ ਨਾ ਨਿਰਭਉ ਬਨ ਕਿਸ ਤਰ੍ਹਾਂ ਹੋਵੇਂ ਗਵਾ ਕੇ ਮਿਲਦਾ ਹੈ। ਜਦੋਂ ਤੁਹਾਡੇ ਨਾਲ ਚੱਲਦੇ ਹੋਣ ਤੇ ਫਿਰ ਕਿਸ ਗੱਲ ਦਾ ਡਰ, ਫਿਰ ਕਿਹੜਾ ਬਹੁਤ ਤੁਹਾਨੂੰ ਬਾਦਰ ਕਰੇਗਾ ਜੀ, ਫਿਰ ਕੌਣ ਤੁਹਾਨੂੰ ਬਾਦਰ ਕਰੇਗਾ।
ਕਿਸ ਗੱਲ ਦਾ ਕਿਹੜਾ ਡਰ ਤੁਹਾਨੂੰ ਜ਼ਿੰਦਗੀ ਬਾਦ ਵੱਡੇ ਤੋਂ ਵੱਡਾ ਦੁੱਖ ਸਹਿ ਜਾਓਗੇ ਤੁਸੀਂ, ਕੋਈ ਪ੍ਰੋਬਲਮ ਹੀ ਨਹੀਂ ਆਣੀ ਤੁਹਾਨੂੰ। ਬੜੀ ਉੱਚੀ ਅਵਸਥਾ ਦੀ ਉਡਾਰੀਆਂ ਲਗਾਈਆਂ ਹਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇੱਥੇ, ਸਾਨੂੰ ਮਨ ਨੂੰ ਹੋੜਿਆ ਹੈ ਇੱਥੇ ਉਸ ਇਸ ਲਾਵਾਂ ਦੀਆਂ ਇਹਨਾਂ ਡੂੰਘੇ ਮਤਲਬਾਂ ਦੀਆਂ। ਆਈ ਹੋਪ ਤੁਸੀਂ ਅੱਜ ਜਦੋਂ when we go back all after the class ਤੁਸੀਂ ਇਸ ਬਾਰੇ ਸੋਚਣਾ ਜ਼ਰੂਰ ਕਿ ਕਿਤਨੀ ਡੀਪ thought process ਹੈ ਇਹਨਾਂ ਲਾਵਾਂ ਦੀ ਔਰ ਇਸ thought process ਦੀ। ਹਾਂਜੀ I find it very interesting ਜੀ, ਕਈ ਜਗ੍ਹਾ ਤੇ ਜਿਵੇਂ ਇਸ ਲਾਈਨ ਵਿੱਚ ਵੀ ਹੈ, ਹਉਮੈ ਮੈਲ ਗਵਾਇਆ। ਕਈ ਜਗ੍ਹਾ ਤੇ ਬਾਬਾ ਜੀ ਕਹਿੰਦੇ ਨੇ ਜਿਵੇਂ ਮੂਤ ਪਲੀਤੀ ਕੱਪੜ ਹੋਏ, ਇਟਸ ਲਾਈਕ ਜਿਵੇਂ ਮੈਲ ਜਿਹੜੀ ਹੈਗੀ ਹੈ, it's a patina that covers your soul. That's right. And then you have to clean it off with brushing it off or singing it off, or it's a very interesting concept ਕਿ ਜਿਹੜੇ ਸਾਡੇ ਕੱਪੜੇ ਗੰਦੇ ਹੋ ਜਾਂਦੇ ਆ, ਸੋ ਇੱਥੇ ਵੀ ਮੈਲ ਜਿਹੜੀ ਹਉਮੈ ਦੀ ਮੈਲ ਹੈ ਜਿਹੜੀ ਜਿਹੜਾ ਮੈਂ ਸੋਚਦਾ ਕਿ ਮੈਂ ਹੀ ਹਾਂ, ਉਹ ਵੀ ਇੱਕ ਤਰ੍ਹਾਂ ਦੀ it's a dust that settles as you allow it to settle. ਹਉਮੈ ਦੀ ਡਸਟ ਜਦੋਂ ਹਟਦੀ ਹੈ ਤੇ ਫਿਰ ਹਜ਼ੂਰੀ ਵਾਲਾ ਜੀਵਨ ਸਾਹਮਣੇ ਨਜ਼ਰ ਆਉਂਦਾ ਹੈ, ਫਿਰ ਇਹ ਮਹਿਸੂਸ ਕਰਦਾ ਹੈ ਕਿ ਮੈਂ ਨਹੀਂ ਆ ਕਰਨ ਕਰਾਉਣ ਵਾਲਾ, ਫਿਰ ਮਹਿਸੂਸ ਹੁੰਦਾ ਦੂਸਰਾ ਕੋਈ ਰੀਜ਼ਨ ਹੈ ਪਿੱਛੇ ਕਰਨ ਕਰਾਉਣ ਵਾਲਾ। ਹਾਂਜੀ, ਤਾਂ ਉਹ ਐਬਸੋਲੂਟਲੀ ਦੋਨਾਂ ਦਾ ਆਪਸ ਬੜਾ ਵੱਡਾ ਕਨੈਕਸ਼ਨ ਹੈ। ਬਿਲਕੁਲ ਬਿਲਕੁਲ। ਹਾਂਜੀ, ਇੱਕ ਕਮੈਂਟ ਵੀਰ ਜੀ, ਬਈ ਜਦੋਂ ਦੋਨੋਂ ਜਣੇ ਜਿਹੜੇ ਸ਼ਾਦੀ ਕਰਵਾ ਰਹੇ ਨੇ ਇਹਨਾਂ ਕਾਰਜ ਦੇ ਵਿੱਚ, ਉਹ ਅਗਰ ਉਸ ਨੂੰ ਮੰਨਣ ਵਾਲੇ ਹੋਣ ਤੇ ਦੋ ਲਾਵਾਂ ਜਿਹੜੀਆਂ ਪਹਿਲੀਆਂ ਦ੍ਰਿੜ ਕਰਵਾ ਰਹੀਆਂ ਨੇ ਉਸ ਨਾਲ ਨੂੰ ਦ੍ਰਿੜ ਹੋ ਜਾਣ, ਤੇ ਜਿਵੇਂ ਕਹਿੰਦੇ ਨੇ ਗੁਰੂ ਸਾਹਿਬ ਨੇ ਕਿਹਾ ਕਿ ਇੱਕ ਸਿੱਖ ਦੋਏ ਸਾਧ ਸੰਗਤ, ਉਹ ਜੋ ਗੁਰੂ ਜੀ ਨੇ ਤੁਹਾਨੂੰ ਦੇਣੀ ਆ ਉਹ ਤੁਹਾਨੂੰ ਸਾਧ ਸੰਗਤ ਉਹਦੇ ਵਿੱਚ ਹੀ ਮਿਲ ਸਕਦੀ ਹੈ। ਔਰ ਬਿਲਕੁਲ ਠੀਕ 100%। ਔਰ ਇਹ ਲਾਵਾਂ ਦਾ ਮੈਂ ਹੁਣ ਪੜ੍ਹਨਾ ਸੀ ਲਾਈਨਾਂ, ਮੈਂ ਦੀਦੀ ਨੇ ਆਲਰੇਡੀ ਕਹਿਤਾ, ਮੈਂ ਇਸ ਬਾਰੇ ਗੱਲ ਕਰਾਂਗਾ। ਭਾਈ ਸਾਹਿਬ ਬਹੁਤ ਸੋਹਣਾ ਲਿਖਦੇ ਹਨ ਕਿ ਹੈ ਹੀ ਸਤਸੰਗਤ ਹੈ, ਵਿਆਹ ਹੈ ਹੀ ਸਤਸੰਗਤ ਹੈ, ਦੋ ਜਨਾਂ ਦਾ ਮੇਲ ਹੈ, ਕਿਉਂਕਿ ਇਹਨਾਂ ਦੋਨਾਂ ਜਨਾਂ ਨੇ ਮਿਲ ਕੇ, ਮੈਂ ਤੁਹਾਨੂੰ let everybody ask the question, ਮੈਂ ਦੀ ਐਂਡ ਵਿੱਚ ਇਹ ਗੱਲ ਕਹਿ ਕੇ ਫਿਰ ਮੈਂ I would end it here, let me answer all the questions. ਕੋਈ ਸ਼ੰਕਾ ਨਾ ਰੱਖਿਓ ਆਪਣੇ ਅੰਦਰ, ਹਾਂਜੀ, ਕੋਈ ਡਾਊਟ ਨਾ ਲੈ ਕੇ ਜਾਇਓ ਨਾਲ ਆਪਣੇ ਘਰ, ਹਾਂਜੀ, ਸਭ ਜੋ ਕੁਐਸਚਨ ਹਨ ਸਾਰੇ ਪੁੱਛ ਲਓ ਜੀ। ਵੀਰ ਜੀ, ਇੱਕ practically how does one stay in Hajuri, meaning what are the exercises that I can do to keep that presence around us all the time? I mean, we sort of conceptualize it, but in reality it's not there. It's not there, and it's not there because जितने गुरबाणी दे नेड़े जाओगे ना ਵੀਰ ਜੀ, ਇਹ ਰੈਸਿਪੀ ਉਹਨਾਂ ਵਾਸਤੇ ਹੈ ਜਿਹੜੇ ਗੁਰਬਾਣੀ ਦੇ ਬਹੁਤ ਨੇੜੇ ਰਹਿੰਦੇ ਹਨ। ਜਿਤਨੇ ਬਾਣੀ ਨੂੰ ਨੇੜੇ ਜਾਓਗੇ, ਜਿਤਨਾ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਵੱਡਾ ਸਥਾਨ ਦਿਓਗੇ, ਜਿਤਨਾ ਕੀਰਤਨ ਕਰੋਗੇ, ਜਿਤਨਾ ਕੀਰਤਨ ਸੁਣੋਗੇ, ਬਾਰ-ਬਾਰ ਕੀਰਤਨ ਕਰਨ ਨਾਲ, ਬਾਰ-ਬਾਰ ਗੁਰਬਾਣੀ ਪੜ੍ਹਨ ਨਾਲ, ਗੁਰਬਾਣੀ ਦੇ ਨਾਲ ਨੇੜੇ ਉਹਦੀ ਵਾਰਮਥ ਜਿਤਨੀ ਤੁਹਾਡੇ ਅੰਦਰ ਜਾਏਗੀ, ਤੁਹਾਡੇ ਅੰਦਰ ਇਹ ਮਹਿਸੂਸ ਹੋਏਗੀ ਜਗ੍ਹਾ ਕਿ ਤੁਹਾਡੇ ਨਾਲ ਔਰ ਤੁਹਾਡੇ ਨਾਲ ਹਮੇਸ਼ਾ ਕੋਈ ਹੈ। ਤੇ ਵੀਰ ਜੀ ਆਪਣੇ ਆਪ ਨੂੰ ਹੋੜਿਆ ਕਰੋ। ਫੋਰ ਐਗਜ਼ਾਮਪਲ ਜਦੋਂ ਪਾਠ ਕਰਨ ਦੇ ਟਾਈਮ ਐਟਲੀਸਟ ਹੋੜਿਆ ਕਰੋ ਆਪਣੇ ਆਪ ਨੂੰ ਕਿ ਮੈਂ ਹੁਣ ਜਪਜੀ ਪੜਨ ਜਾ ਰਿਹਾ ਤੇ ਇਸ ਤਰ੍ਹਾਂ ਪੜਾਂਗਾ ਕਿ ਕੋਈ ਸੁਣ ਰਿਹਾ ਹੈ ਮੇਰੀ, ਹੈ ਨਾ। ਮੈਂ ਹੁਣ ਕੀਰਤਨ ਕਰਾਂਗਾ ਬਿਲਾਵਲ ਰਾਗ ਵਿੱਚ, ਆਸਾ ਵਿੱਚ ਜਾਂ ਕਲਿਆਣ ਵਿੱਚ, ਤੇ ਇਸ ਤਰ੍ਹਾਂ ਕੀਰਤਨ ਕਰਾਂਗਾ ਕਿ ਗੁਰੂ ਗੋਬਿੰਦ ਮਹਾਰਾਜ ਆਪ ਮੇਰੇ ਨਾਲ ਬੈਠ ਕੇ ਸੁਣਦੇ ਪਏ ਮੇਰਾ ਕੀਰਤਨ। ਹਾਂਜੀ, ਮੈਂ ਇਹ ਮਹਿਸੂਸ ਕਰਾਂ ਜਾਂ ਮੈਂ ਅਸਿਊਮ ਕਰ ਲਾਂ ਕਿ ਨਾਲ ਬੈਠੇ ਹੋ। ਇਹ ਛੋਟੇ ਛੋਟੇ ਸਟੈਪਸ ਨਾਲ ਵੀਰ ਜੀ ਇਹ ਹੁੰਦਾ ਹੈ, ਪਰ ਜਨਰਲੀ ਗਲੋਬਲ ਲੈਵਲ ਤੇ ਵੀਰ ਜੀ ਇਹ ਵਾਲਾ ਜੀਵਨ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਵਿੱਚ ਗੁਰਬਾਣੀ ਨੂੰ ਜਿਹੜਾ ਆਪਣੇ ਜੀਵਨ ਵਿੱਚ ਬਹੁਤ ਵੱਡਾ ਸਥਾਨ ਦਿੰਦੇ ਹਨ, ਜਿਹੜੇ ਬਾਣੀ ਦੇ ਬਹੁਤ ਨੇੜੇ ਰਹਿੰਦੇ ਹਨ, ਬਾਣੀ ਨੂੰ ਉਹਦਾ ਜਾਪ, ਉਹਦਾ ਕੀਰਤਨ ਔਰ ਬਾਣੀ ਦੀ ਸਮਝ ਔਰ ਬਾਣੀ ਦੀ ਜਿਹੜੀ ਨੇੜਾਪਨ, ਜਿਹੜਾ ਉਹਦੀ ਵਾਰਮਥ ਹੈ ਗੁਰਬਾਣੀ ਦੀ, ਉਹ ਆਪਣੇ ਅੰਦਰ ਜਿਨ੍ਹਾਂ ਦੀ ਅੰਦਰ ਜ਼ਿਆਦਾ ਹੁੰਦੀ ਹੈ ਐਜ਼ ਅ ਜਨਰਲ ਰੂਲ ਮੈਂ ਦੇਖਿਆ ਹੈ, ਉਹਨਾਂ ਦੇ ਅੰਦਰ ਹਜ਼ੂਰੀ ਵਾਲੇ ਜੀਵਨ ਆਉਣ ਦੀ ਜ਼ਿਆਦਾ ਪ੍ਰੋਬੇਬਿਲਿਟੀ ਹੋ ਜਾਂਦੀ ਹੈ। ਤੇ ਗਾਰੰਟੀ ਤੇ ਕਿਸੇ ਗੱਲ, ਸਭ ਤੋਂ ਵੱਡਾ ਵੈਪਨ ਤੁਹਾਡੇ ਕੋਲ ਹੈ ਵੀਰ ਜੀ, ਉਹਨੂੰ ਇਸਤੇਮਾਲ ਕਰਿਆ ਕਰੋ ਰੋਜ਼, ਉਹ ਹੈ ਅਰਦਾਸ। ਮੈਂ ਤੁਹਾਨੂੰ ਵਾਸ਼ਿੰਗ ਨੇ ਵੀ ਕਿਹਾ ਸੀ ਇਹ ਗੱਲ, ਇਹ ਨੱਕ ਰਗੜਨ ਵਾਲੀ ਜਗ੍ਹਾ ਹੈ
ਕਿਤਨੀ ਵਾਰੀ ਨੱਕ ਰਗੜਿਆ ਹੈ ਉਹਦੇ ਉੱਤੇ ਡਿਪੈਂਡ ਕਰਦਾ ਹੈ ਤੁਹਾਨੂੰ ਕੀ ਮਿਲਿਆ ਹੈ। ਇਹੋ ਜੀ ਚੀਜ਼ ਨਹੀਂ ਹੈ ਬਾਜ਼ਾਰੋਂ ਖਰੀਦ ਕੇ ਲੈ ਆਓਗੇ, ਇਹੋ ਜੀ ਚੀਜ਼ ਨਹੀਂ ਹੈ ਕਿ ਮੈਂ ਦੇ ਸਕਦਾ ਜਾਂ ਕੋਈ ਹੋਰ ਤੁਹਾਨੂੰ ਦੇ ਸਕਦਾ। ਹਾਂਜੀ, ਇਹ ਚੀਜ਼ ਇਹ ਦਾਨ ਹੈ, ਜਿਹਨੂੰ ਉਹ ਦਵੇ ਜਿਹੜਾ ਭਿਖਾਰੀ ਠੀਕ ਤਰ੍ਹਾਂ ਭੀਖ ਮੰਗਣਾ ਜਾਣਦਾ ਹੈ, ਫਿਰ ਅਗਲਾ ਤੰਗ ਆ ਕੇ ਕਈ ਵਾਰੀ ਉਹ ਇੰਡੀਆ ਜਾਓ ਤੇ ਕਿਤੇ ਜਾਓ ਤੇ ਉਹ ਪਿੱਛੇ ਪੈ ਜਾਂਦੇ ਨੇ ਕਈ ਬੰਦੇ, ਤੇ ਕਈ ਤੁਹਾਨੂੰ ਅਸੀਸਾਂ ਮਿਲਦੀਆਂ, ਤੁਹਾਡੇ ਬੱਚੇ ਠੀਕ ਰਹਿਣਗੇ, ਤੁਹਾਡਾ ਕੋਈ ਠੀਕ ਰਹੇਗਾ, ਤੁਸੀਂ ਕਹਿੰਦੇ ਨਹੀਂ ਮੈਂ ਡੀਲ ਨਹੀਂ ਕਰਨਾ, ਉਹਨੇ ਤੁਹਾਡੇ ਪਿੱਛੇ ਪੈ ਤੁਸੀਂ ਜਾਨ ਛੋੜਾਉਣ ਲਈ ਕਹਿੰਦੇ ਤਿਆਰ ਹੈ, ਲੈ ਤੂੰ ਮੇਰੀ ਜਾਨ ਛੋੜ ਮੇਰੀ, ਇਟਸ ਨਾਟ ਵਰਥ ਇਟ, ਯੂ ਨੋ। ਫਿਰ ਤੁਸੀਂ ਕਿਉਂ ਜੀ ਭੀਖ ਮੰਗੀ ਉਹਦੇ ਉੱਤੇ ਡਿਪੈਂਡ ਕਰਦਾ ਨਾ ਵੀਰ ਜੀ। ਹਾਊ ਬੈਡਲੀ ਡੂ ਯੂ ਵਾਂਟ दैट, ਕਿਤਨੀ ਵਾਰੀ ਅਰਜ਼ੋਈ ਕੀਤੀ ਹੈ, ਕਿਤਨੀ ਵਾਰੀ ਰੋਏ ਹੋ ਹੈ, ਕਿਤਨੀ ਵਾਰੀ ਤੁਸੀਂ ਆਪਣੇ ਅੰਦਰੋਂ ਅਰਦਾਸ ਕਰਕੇ ਪ੍ਰਮਾਤਮਾ ਤੋਂ ਹਜ਼ੂਰੀ ਵਾਲਾ ਜੀਵਨ ਮੰਗਿਆ ਉਹਨਾਂ ਕੋਲ, ਕਿਤਨੀ ਵਾਰੀ ਨੱਕ ਰਗੜਿਆ ਹੈ ਅੰਦਰ। ਉਹ ਸੁਣਦਾ ਹੈ ਵੀਰ ਜੀ ਜੇ ਕੋਈ ਬੁਲਾਏ ਤੇ, ਲੇਕਿਨ ਬੇਬੀ ਸਟੈਪਸ ਲਵੋ, ਛੋਟੇ ਸਟੈਪਸ ਲਵੋ। ਪਰ ਗਲੋਬਲੀ I have seen ਕਿ ਬਿਗੇਸਟ ਕਨੈਕਸ਼ਨ ਤੁਹਾਡਾ ਗੁਰਬਾਣੀ ਦਾ ਜਿਤਨਾ ਨੇੜੇਪਨ ਹੋਏਗਾ ਉਤਨੀ ਜਲਦੀ ਤੁਹਾਡੇ ਅੰਦਰ ਹਜ਼ੂਰੀ ਵਾਲਾ ਜੀਵਨ ਆਏਗਾ। ਇਹ ਐਜ਼ ਅ ਜਨਰਲ ਰੂਲ ਦੈਟਸ ਟਰੂ। ਵੀਰ ਜੀ ਇੱਕ ਹੋਰ ਦੱਸੋ, ਜਿਹੜੀ ਲਾਸਟ ਲਾਈਨ ਹੈ, ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਏ। ਸੋ ਅਨਹਦ ਦੀ ਹੁਣ ਅਨਹਦ ਸ਼ਬਦ ਜਿਹੜੇ ਹਨ, ਜਿਹੜੇ ਮੈਂ I didn't want to go too much deeper into that part, but anahad ਦਾ word ਹੈ, ਵੈਸੇ ਜਦੋਂ ਚੀਜ਼ਾਂ ਦੇ ਟਕਰਾਵ ਨਾਲ noise ਪੈਦਾ ਹੁੰਦੀ ਹੈ। I think somebody's phone is not on mute. If everybody can put themselves on mute, the background noise ਬੜੀ ਆ ਰਹੀ ਹੈ। ਤੇ ਇਹੋ ਜਿਹੀ ਹੋਵੇ ਕਿ ਦੋ ਚੀਜ਼ਾਂ ਦੇ ਟਕਰਾਏ ਬਿਨਾਂ noise ਨਿਕਲ ਜਾਏ, ਉਹਨੂੰ ਅਨਹਦ ਕਹਿੰਦੇ ਹਨ। ਤੇ ਸ਼ੋਕ ਸਸਕੀ ਕਈ ਸ਼ਲੋਕਾਂ ਵਿੱਚ ਅਨਹਦ ਬਾਰੇ ਡਿਸਕਸ਼ਨ ਆਈ ਹੈ। ਗੁਰਬਾਣੀ ਚ ਡਿਸਕਸ਼ਨ ਬੜੀ ਰਾਮਕਲੀ ਰਾਗ ਵਿੱਚ ਬੜੀ ਬਾਣੀਆਂ ਵਿੱਚ ਇਸ ਬਾਰੇ ਅਨਹਦ ਬਾਰੇ ਡਿਸਕਸ਼ਨ ਆਈ ਹੈ ਕਿ ਉਹ ਆਵਾਜ਼ ਜਿਹੜੀ ਸ਼ਬਦ ਦੀ ਆਵਾਜ਼ ਜਿਹੜੇ ਤੁਹਾਡੇ ਅੰਦਰ ਹੈ, ਜਿਹੜੇ ਨਿਰਮਲ ਭਾਵ ਵਿੱਚ ਜੀਂਦੇ ਹਨ ਵੀਰ ਜੀ, ਜਿਹੜੇ ਪ੍ਰਮਾਤਮਾ ਨੂੰ ਅੰਗ ਸੰਗ ਸਮਝਦੇ ਹਨ ਹਮੇਸ਼ਾ, ਔਰ ਇਹ ਹੀ ਸਮਝਦੇ ਹਨ ਜਿਨ੍ਹਾਂ ਦੇ ਅੰਦਰ ਹਮੇਸ਼ਾ ਮੇਰੇ ਬੈਠਾ ਹੋਇਆ ਹੈ, ਹਰ ਚੀਜ਼ ਨੂੰ ਦੇਖ ਰਿਹਾ ਹੈ। ਤੇ ਉਹਨਾਂ ਦੇ ਵਿੱਚ ਫਿਰ ਉਹ ਚੀਜ਼ਾਂ ਸੁਣਾਈ ਦਿੰਦੀਆਂ, ਉਹ ਐਕਸਪੀਰੀਐਂਸਸ, ਉਹ ਮਿਸਟੀਕਲ ਐਕਸਪੀਰੀਐਂਸਸ ਉਹਨਾਂ ਨੂੰ ਹੁੰਦੇ ਹਨ ਅਨਹਦ ਵਾਲੇ, ਜਿਹੜੇ ਆਮ ਬੰਦੇ ਨਹੀਂ ਕਰ ਸਕਦੇ। ਜਿਹੜੇ ਪੰਡਤਾਂ ਨੇ ਵੀ ਸੇਮ ਕੁਐਸਚਨ ਪੁੱਛਿਆ ਸੀ ਸ਼ਲੋਕ ਸੰਸਕ੍ਰਿਤੀ ਚ, ਉਹਨਾਂ ਦਾ ਇੱਕ ਜਵਾਬ ਇੱਕ ਜਗ੍ਹਾ ਸ਼ਲੋਕ ਮੈਨੂੰ ਯਾਦ ਆ ਗਿਆ। ਉਸ ਸ਼ਲੋਕ ਚ ਕਹਿੰਦੇ ਨੇ ਕਿ ਵਾਜੰਤ ਨਾਨਕ ਸ਼ਬਦ ਵੀਣਾ। ਵੀਣਾ ਕਹਿੰਦੇ ਹਨ ਮਿਊਜ਼ੀਕਲ ਇੰਸਟਰੂਮੈਂਟ ਨੂੰ, ਜਿਹੜੇ ਐਂਸ਼ੀਐਂਟ ਹਿੰਦੂਇਜ਼ਮ ਵਿੱਚ ਵੀਣਾ ਸਰਸਵਤੀ ਵਜਾਉਂਦੀ ਸੀ ਜਿਹੜੀ, ਤੇ ਉਹਨਾਂ ਦੇ ਅੰਦਰ ਫਿਰ ਅੰਦਰ ਹੀ ਸ਼ਬਦ ਦੀ ਵੀਣਾ ਵੱਜਦੀ ਹੈ। ਇਹ ਵੀ ਅਵਸਥਾ ਹੁੰਦੀ ਹੈ ਵੀਰ ਜੀ। ਕਈ ਵਾਰੀ ਮਹਿਸੂਸ ਕਰਦਾ ਇਨਸਾਨ, ਕੀਰਤਨ ਸਿੱਖਣ ਤੋਂ ਬਾਅਦ ਮੈਨੂੰ ਮਹਿਸੂਸ ਹੁੰਦਾ ਕਈ ਵਾਰੀ ਪਰਸਨਲੀ ਕਿ ਇੱਕ ਸ਼ਬਦ ਅਗਰ ਮੈਂ ਬੜੀ ਵਾਰੀ ਗਾਇਆ ਹੋਵੇ, ਬਹੁਤ ਵਾਰੀ ਕਲਾਸ ਕਰਾਇਆ ਹੋਵੇ, ਤਾਂ ਉਹ ਸ਼ਬਦ ਤੁਹਾਡੇ ਅੰਦਰ ਫਿਰ ਉਹ ਕਈ ਵਾਰੀ ਸੁੱਤੇ ਹੁੰਦੇ ਹੋ ਤਾਂ ਮੈਂ ਸੁਪਨੇ 'ਚ ਉਹ ਸ਼ਬਦ ਤੁਹਾਡੇ ਅੰਦਰ ਚੱਲਦਾ ਪੂਰਾ, ਉਹ ਵਾਜੇ ਅੰਦਰ ਵੱਜਦੇ ਆ। ਤੁਸੀਂ ਕੰਮ ਕਰ ਰਹੇ ਹੋ ਤਾਂ ਵੀ ਤੁਹਾਨੂੰ ਲੱਗੇ ਕਿ ਮੈਂ ਸ਼ਬਦ ਸੁਣਨਾ ਪਿਆ ਕੋਈ ਅੰਦਰ। ਤੇ ਜਿਨ੍ਹਾਂ ਦੇ ਅੰਦਰ ਹਜ਼ੂਰੀ ਵਾਲਾ ਜੀਵਨ ਬਹੁਤਾ ਸਟਰੋਂਗ ਹੋਵੇ, ਜਿਨ੍ਹਾਂ ਦਾ ਇਹ ਵਿੱਚ ਹੁਣ ਕਰਨ ਦੀਆਂ ਗੱਲਾਂ ਨੇ, ਸਮਝਣ ਦੀਆਂ ਗੱਲਾਂ ਘੱਟ ਹਨ। ਇਟ ਇਜ਼ ਡੂਅਰਸ, ਇਹ ਡੂਅਰ ਵਾਲੀ ਕੈਟੇਗਰੀ ਵਿੱਚ ਹੈ ਸਾਰਾ, ਸਮਝਣ ਵਾਲੀ ਕੈਟੇਗਰੀ 'ਚ ਘੱਟ ਹੈ। ਜਿਹੜੇ ਕਰਦੇ ਹਨ ਉਹਨਾਂ ਦੇ ਅੰਦਰ ਅਨਹਦ ਵਰਡ ਚਲਦੇ ਹਨ, ਜਿਹੜੇ ਹਜ਼ੂਰੀ ਵਾਲਾ ਜੀਵਨ ਜੀਂਦੇ ਹਨ। ਜਿਹੜੇ ਵੀਰ ਜੀ ਇੱਕ ਦੁਨਿਆਵੀ ਕੁਐਸਚਨ ਪੁੱਛ ਸਕਦਾ ਜੀ? ਜੇ ਲਾਵਾਂ ਨਾਲ ਰਿਲੇਟਡ ਹੈ ਤਾਂ ਜਰੂਰ ਪੁੱਛੋ, ਤੇ ਬਿਲਕੁਲ ਰਿਲੇਟਡ ਨਹੀਂ ਹੈ ਤੇ ਫਿਰ I will either answer or I will not answer, ਹਾਂਜੀ, depending on what। ਵੀਰ ਜੀ ਜਦੋਂ ਦੁਬਾਰਾ ਕਿਸੇ ਦੀ ਮੈਰਿਜ ਹੁੰਦੀ ਹੈ ਤਾਂ ਉਹਦੇ ਵਿੱਚ ਲਾਵਾਂ ਦੁਬਾਰਾ ਪੜ ਸਕਣੀ ਅਲਾਉਡ ਹੁੰਦੀਆਂ? ਕਈ ਕਹਿੰਦੇ ਵੀ ਇੱਕੋ ਵਾਰੀ ਲਾਵਾਂ ਪੜੀਆਂ ਗਈਆਂ ਦੁਬਾਰਾ ਨਹੀਂ ਪੜੀ ਦੀਆਂ ਜੇ ਸੈਕੰਡ ਮੈਰਿਜ ਕੋਈ ਹੋਵੇ। ਅੱਛਾ, ਮੈਂ ਨਹੀਂ ਇਸ ਬਾਰੇ ਕਦੀ ਸੁਣਿਆ ਇਸ ਬਾਰੇ, ਸੋ ਮੇਰੇ ਹਿਸਾਬ ਨਾਲ there is nothing wrong with ਲਾਵਾਂ again, you know, but ਜੇ ਪਹਿਲੀ ਵਾਰੀ ਸਮਝ ਨਹੀਂ ਆਈਆਂ ਤੇ ਦੂਸਰੀ ਵਾਰੀ ਨਾ ਸਮਝ ਆਈਆਂ ਤੇ ਮੇਰੇ ਹਿਸਾਬ ਨਾਲ ਤੇ ਪ੍ਰੈਕਟੀਕਲੀ ਤੇ ਕੋਈ ਫਰਕ ਨਾ ਪਿਆ। ਜੋ ਦੁਬਾਰਾ ਪੜ੍ਹ ਵੀ ਲਿੱਤੀਆਂ ਉਸਨੇ ਲਾਵਾਂ, ਤੇ ਜੇ ਉਸਨੇ ਗੱਲ ਇੱਕ ਵੀ ਗੱਲ ਗੁਰੂ ਦੀ ਮੰਨੀ ਨਹੀਂ, ਉਸਨੇ ਨਾ ਪਿਛਲੀ ਵਾਰੀ ਮੰਨੀ ਨਾ ਹੁਣ ਮੰਨੇਗਾ, ਤੇ ਨਾ ਪਿਛਲੀ ਵਾਰੀ ਸਮਝ ਆਈ ਤੇ ਨਾ ਹੁਣ ਸਮਝ ਆਏਗੀ, ਤੇ ਉਹ ਤੇ ਖਾਣਾ ਪੂਰਤੀ ਵੀਰ ਜੀ, ਫਿਰ ਤਾਂ ਜਿੰਨੀਆਂ ਮਰਜ਼ੀ ਕਰ ਲਓ ਫਿਰ ਬੈਠ ਕੇ। ਜੇ ਅਗਰ ਚੈੱਕ ਦਾ ਬਾਕਸ ਹੁੰਦਾ ਹੈ, ਇੱਕ ਸਾਡੇ ਉਹ ਟੈਕਸ ਅਸੀਂ ਪੜ੍ਹਾਉਂਦੇ ਹਾਂ, ਅਸੀਂ ਕਹਿੰਦੇ ਹਾਂ ਚੈੱਕ ਦਾ ਬਾਕਸ ਰੈਗੂਲੇਸ਼ਨ, ਮੈਨੇ ਬਾਕਸ ਚੈੱਕ ਕਰਨਾ ਹੈ। Lama has been read, yes. I did the Japji part in the morning, yes. I did Raras at night, yes.
I did Sohila at night, yes. And after 5 years, do I have love for God? No. ਤੇ ਤੁਸੀਂ ਦੇਖ ਲਓ ਫਿਰ ਉਹ ਕੀ ਕਰ ਰਹੇ ਹੋ ਤੁਸੀਂ, ਮੈਨੂੰ ਕਹਿਣ ਦੀ ਅੱਗੋਂ ਕੁਝ ਕਹਿਣ ਦੀ ਲੋੜ ਨਹੀਂ ਮੈਨੂੰ। ਥੈਂਕ ਯੂ ਵੀਰ ਜੀ। ਤੇ ਚੈੱਕ ਦਾ ਬਾਕਸ ਤੁਸੀਂ ਕਰਦੇ ਰਹੋ ਪੂਰੀ ਜ਼ਿੰਦਗੀ, ਜਨਮ ਜਨਮਾਂ ਤੋਂ ਬਾਕਸ ਚੈੱਕ ਕਰਦੇ ਰਹੋ ਆਪਣੇ ਕਿ ਹਾਂ ਜਿਹੜੇ ਬਾਕਸ ਚੈੱਕ ਹੋ ਗਏ, ਅੱਗੇ ਜਾ ਕੇ ਨਾਨਕ ਨੇ ਪੁੱਛਣਾ ਨਹੀਂ ਤੁਹਾਡੇ ਵੀ ਇੱਕ ਬਾਕਸ ਵੀ ਤੁਹਾਡਾ ਚੈੱਕ ਹੋਇਆ ਕਿ ਨਹੀਂ ਹੋਇਆ। ਉਹਨਾਂ ਨੇ ਕਹਿਣਾ ਪੁਰਖਾ ਕੀ ਕੀਤਾ ਤੂੰ ਉੱਥੇ ਜਾ ਕੇ, ਕੀ ਕਮਾਈ ਕੀ ਕੀਤੀ ਹੈ ਤੇਰੀ, ਕਮਾਈ ਤੇਰਾ ਕੀ ਕਮਾਈ ਤੇਰੀ ਕੀ ਹੈ ਤੇਰੀ, ਉਸ ਬਾਰੇ ਡਿਸਕਸ਼ਨ ਹੋਣੀ। ਸੋ ਯਾ ਮੇਰੇ ਹਿਸਾਬ ਨਾਲ ਕੋਈ ਆਬਜੈਕਸ਼ਨ ਨਹੀਂ ਹੈ, ਪਰ ਜੇ ਬਗੈਰ ਸਮਝੇ ਹੋਏ ਹਾਂ ਉਸ ਵੇਲੇ ਕੀਤੀ ਹੈ ਤੇ ਸੈਕੰਡ ਟਾਈਮ, ਥਰਡ ਟਾਈਮ, ਫੋਰਥ ਟਾਈਮ ਵੀ ਕਰੇਗਾ, doesn't make a difference to me at all। ਹਾਂਜੀ ਵੀਰ ਜੀ, ਅਨਹਦ ਜਿਹੜਾ ਹੈਗਾ, can we also assume it is a celestial music ਜਿਹੜਾ ਗੁਰੂ ਦੇ ਦਰਬਾਰ ਵਿੱਚ? ਯਾ celestial music ਵੀ ਹੈ ਅੰਦਰ, ਸਭ ਕੁਝ ਹੈ। ਇਹ ਹੁਣ ਇਹ ਮੀਨਾ ਜੀ ਇਹ ਵਰਡ ਉਹਨਾਂ ਵਾਸਤੇ ਹਨ ਜਿਹੜੇ ਸੱਚੀ ਇਸ ਰਸਤੇ ਤੇ ਚੱਲ ਕੇ ਜਿਨ੍ਹਾਂ ਨੂੰ ਕੁਝ ਮਿਲਿਆ। ਇਹ ਨਹੀਂ ਤੇ ਸਾਡੇ ਵਾਸਤੇ ਸਿਰਫ ਥਿਉਰੀ ਹੈ, ਸਹਿਜ ਵੀ ਥਿਉਰੀ ਹੈ ਖਾਲੀ, ਥਿਓਰੀਟਿਕਲ ਹੀ ਹੈ ਨਾ ਸਾਰਾ ਕੁਝ। ਉਹ ਕਰੇਗਾ ਤੇ ਗੱਲ ਬਣੇਗੀ ਨਾ ਕੋਈ। ਹੁਣ ਮੈਂ ਕੋਈ ਮਿਠਾਈ ਲੈ ਕੇ ਆਵਾਂ, ਕहीं ਜਾਵਾਂ ਜੀ ਇਹ ਮਿਠਾਈ ਬੜੀ ਜ਼ਬਰਦਸਤ ਹੈ ਹਾਂਜੀ, because I have a sweet tooth myself, so ਕਹਾਂ ਜੀ ਇਹਦੇ ਵਰਗੀ ਕੋਈ ਮਿਠਾਈ ਨਹੀਂ, ਇਹ ਹੈ ਹੀ ਨਹੀਂ। ਕਲਕੱਤੇ ਤੋਂ ਹਾਂਜੀ ਬੰਗਾਲ ਦੀ ਮਿਠਾਈ ਸਭ ਤੋਂ ਮਸ਼ਹੂਰ ਹੈ ਜੀ, ਇਹ ਉਹ ਮੈਂ ਕहीं ਜਾਵਾਂ ਤਾਰੀਫ ਕਰੀ ਜਾਵਾਂ ਤੇ ਉਹ ਕਹਾਂ ਕਿਉਂ ਜੀ ਯਾਰ ਕੋਈ ਸਵਾਦ ਤਾਂ ਦੱਸ ਉਹਦਾ। ਉਹ ਕਹਾਂ ਯਾਰ ਖਾਏਗਾ ਤੇ ਪਤਾ ਲੱਗੇਗਾ ਨਾ, ਇਹਨੂੰ ਥੋੜਾ ਨਾ ਪਤਾ ਲੱਗੇਗਾ ਕੀ ਹੈ ਕੀ ਨਹੀਂ। ਹੁਣ ਅਨਹਦ ਬਾਰੇ ਜਿੰਨੀ ਮਰਜ਼ੀ ਡਿਸਕਸ਼ਨ ਕਰ ਲਓ, ਨਾਦ ਬਾਰੇ ਜਿੰਨੀ ਮਰਜ਼ੀ ਡਿਸਕਸ਼ਨ ਕਰ ਲਓ, ਕਰਮਖੰਡ ਤੇ ਸਰਮਖੰਡ ਬਾਰੇ ਜਿੰਨੀ ਮਰਜ਼ੀ ਡਿਸਕਸ਼ਨ ਕਰ ਲਓ, ਸਵਾਦ ਤੇ ਭਾਈ ਸਾਹਿਬ ਭਾਈ ਵੀਰ ਸਿੰਘਾਂ ਵਰਗੇ ਬੰਦਿਆਂ ਨੂੰ ਹੀ ਆਣਾ ਜਿਨ੍ਹਾਂ ਨੇ ਚੱਖਿਆ ਸਵਾਦ। ਬਾਕੀ ਸਭ ਬਕਵਾਸ ਹੈ ਸਾਰਾ, ਕੋਈ ਮਤਲਬ ਨਹੀਂ, ਇਹ ਥਿਊਰੀ ਹੈ ਸਾਰੀ, ਇਟ ਮੀਨਸ ਨਥਿੰਗ। ਜਿਹੜੇ ਚੱਲਦੇ ਹਨ ਇਸ ਪਾਸੇ ਉਹਨਾਂ ਨੂੰ ਆਉਂਦਾ। ਜਾਂ ਸੈਲੈਸਟੀਅਲ ਮਿਊਜ਼ਿਕ ਵੀ ਹੋ ਸਕਦਾ ਹੈ, ਪਰ ਅਨਹਦ ਦੇ ਲਿਟਰਲ ਮੀਨਿੰਗ ਹਨ ਸਾਊਂਡ ਕ੍ਰੀਏਟਡ ਵਿਦਆਊਟ having two things touching each other. That is the literal meaning of the word anhad. Thank you. No problem. Virji, I'm going to ask one question. You don't have to answer it if you don't want to, but this actually happened around here, that there was a gay couple who wanted to get married in the Anand Karaj way. Hanji. They were not allowed. But I thought it was a very interesting sort of a proposition. I think we're going to probably see this more and more. Yes, I think ये issue कभी पहले address नहीं हो पाया because this thing was always there, but सता दे थले रहा हमेशा, society थले, it never came out. Now it's starting to come out, and the Panth has to address these issues in the times to come. Yeah, Panth has to address the issues. Ki is it right or is it wrong or whatever. People have different views on that. बाकी मैं गुरबाणी दे आसरे कर दिया कि आत्मा दी कोई जेंडर नहीं है वीर जी, ना पुरख है ते ना नार है जी। दसम बाणी विच भी गल आई है, अकाल दुस्तक विच इस बारे डिस्कशन आई है जी, ते गुरु ग्रंथ साहिब महाराज दी बाणी विच भी एक गल दी पुष्टि हुई है इस गल दी कि आत्मा दी सोल दी कोई जेंडर नहीं हुंदा, कोई ना पुरख है ते नार है। ते you're right, Panth one day has to address these issues, these issues have not been addressed, so I will leave it up to that, that's all. Virji, a little thing about Anhad Sabad Vijay. Again, it's the feeling between the two. It could be between the two partners, and it could be the feeling between you, I, and Vaheguru, that I don't have to say, which is like when तुसी कह रहे हो ना दो चीज़ां वजनगियां तां ही sound आएगी. So it's that feeling that comes between two who are married, that one doesn't have to say and the other understands. So वो भी एक अनहद दा एक state would that be something? अनहद word generally speaking सिर्फ spiritual रस्ते विच ही आया है, दुनियावी रस्ते वास्ते अनहद word नहीं आए किधरे. So I beg to differ there. I think अनहद इत्थे जड़े word आए हैं, जन नानक दूजी लाभ चलाई अनहद शब्द वजाए,
परमार्थ वाले रस्ते वास्ते आए हैं वर्ड अनहद वर्ड जड़ा है जड़ा गुरबाणी विच किसी लाइन विच भी होर किसी कॉन्टेक्स्ट विच ये वर्ड नहीं आया except for spiritual pursuit they was they other than that so I think ithe word lekin baki jade hai nirbhav bhay निर्मल भाव जड़ा है वर्ड आए हैं वो दोनों ते लागू होंदे हैं बिल्कुल बट अनहद दी जड़ी प्राप्ति जड़ी है वो परमार्थ दे रस्ते विच भी ज्यादा आई है मैं किसी दूसरे विच गुरबाणी दा कोई तुक नहीं है जिदे विच नॉन स्पिरिचुअल कॉनोटेशन च वर्ड अनहद आया होवे किसी जगह हैं जी so I think let me see if anybody else 11:32 ho gaye hain and one appeal I have though where is it? Yeah so one thing I wanted to tell everybody ki Angad you want to say something I know less about it. Why don't you share that Angad okay. You're going to share for like 2 minutes something and then I'll continue Hanji Angad go ahead okay Vaheguru Ji Ka Khalsa, Vaheguru Ji Ki Fateh. I wanted to make a quick announcement. So Khalsa Care Foundation, which is the Gurdwara that my dad and my family, we all teach at and attend every Sunday. Obviously now with the quarantine, we're not, but before we were. And we have a Khalsa food pantry that's been around since October 2013. And every week, 150 families from the surrounding neighborhood, the underprivileged communities are served. So during the pandemic, they've been continuing to do that seva, but we've been blessed, the Gurdwara has been blessed with additional seva that the local mayor's office, Eric Garcetti's office, has contacted the Gurdwara, and they've been serving thousands of hot meals. Starting May 18th, we're partnering more with the local government. We're going to be serving 1,000 hot meals daily. And then from June 1st, we're going to be serving 3,000 hot meals on a daily basis. This is in addition to the already food bagging seva that happens normally. And as a result, we'll be serving over 96,000 plus meals over the next month or so. And because of that, we are in need of donations. And the thing is, because people are going to the grocery store so much, there's not that much extra food. So the food that the pantry has to buy now to serve is actually more expensive than the food used to be before the pandemic. So not only are we increasing the amounts of food that we're serving, but the price for the food has increased too, which means the need for donations has increased as well. But it's still low. Our cost will be around $2.25 per meal, which includes the food itself plus a water bottle and a small snack. So in total, until July 3rd, the cost will be $225,000. And, the thousands of pounds of rice and paneer and pasta and water bottles, all of that, is included in that cost. So I'm going to post the GoFundMe link here in the chat group. So if anyone would like to make a donation, they can make it straight through the GoFundMe page. If they want to mail a check, they can do that. The Gurdwara's address is listed on the page as well. And also details for the breakdown of the cost and the food. I'm not part of the food pantry, but many of my very good friends are, and I can vouch for them. This is a very good organization. There's no inappropriate use of money or anything. This is a very, very great organization. Again, we're partnering with the mayor's office. The mayor has contacted our food pantry to work with us. So it's a very genuine organization. I can vouch for that. So I encourage everyone to donate if possible. Again, I put the link here. And if you have any questions, I can try to answer them, or there's contact information on the page itself. So thank you so much. Thank you, Angad. No problem. Virji? Hanji? Virji, Jyot bol rahe hain. Angad, you're spot on. And if somebody wants to get additional information to what you're saying, if you go to the Khalsa Care Foundation Facebook's pages, there's a lot of information how you can donate and even get involved. Thank you, Vijay. Thank you. So I'm after Angad's announcement, then
one should try to help as much as possible. But ਪਹਿਲੀਆਂ ਦੋ ਲਾਵਾਂ ਤੇ ਕੋਈ ਕਿਸੇ ਨੂੰ ਹੋਰ ਕੋਈ question ਹੋਵੇ ਅਗਰ ਤੇ I'll try to answer. I was going to read a few lines from there, but I think it might be appropriate to read them on Wednesday evening when I'll continue with the discussion though. But ਇਤਨਾ ਮੈਂ ਕਹਿ ਦਿਆਂ ਕਿ ਇਹ ਦੋ ਲਾਵਾਂ ਤੋਂ ਬਾਅਦ ਜਿਹੜੀ ਤੀਸਰੀ ਲਾਮ ਤੇ ਚੌਥੀ ਲਾਮ ਵਿੱਚ ਹੁਣ ਜੀਵਨ ਦੀ ਸਫਲ ਜੀਵਨ ਦੀ ਸਿੱਖ ਦੇ ਜੀਵਨ ਦੀ ਜਿਹੜੀ ਅਗਲਾ ਪੜਾਵ ਹੈ ਉਹ ਬਿਆਨ ਕਰਨਗੇ ਤੇ ਤੀਜੀ ਲਾਮ ਦੀ ਜਿਹੜੀ ਸ਼ੁਰੂਆਤ ਜਿਹੜੀ ਹੈ ਉਹ ਵੈਰਾਗ ਤੋਂ ਹੋਏਗੀ ਤੇ ਹੁਣ ਕਹਿਣਗੇ ਕਿ ਅਗਰ ਤੇਰੀ ਲਾਈਫ ਵਿੱਚ ਪ੍ਰਵਿਰਤੀ ਮਾਰਗ ਤੇ ਨਿਰਮਲ ਭਾਵ ਆ ਗਿਆ ਹੈ ਤੇਰੀ ਲਾਈਫ ਸਕਸੈਸਫੁਲ ਹੋ ਗਈ ਹੈ ਫਰਮ ਅ ਮੈਰਿਜ ਐਂਗਲ ਹੁਣ ਤੂੰ ਪ੍ਰਮਾਤਮਾ ਨੂੰ ਮਿਸ ਕਰਨਾ ਸ਼ੁਰੂ ਕਰ ਬੇਸਿਕਲੀ ਤੂੰ ਪ੍ਰਮਾਤਮਾ ਨੂੰ ਪਿਆਰ ਤੇ ਉਹਦੇ ਬਿਰਹ ਜਿਹੜਾ ਜੀਵਨ ਜਿਹੜਾ ਹੈ ਹਰ ਤੀਜੜੀ ਲਾਮ ਮਨ ਚਾਓ ਪਿਆ ਬੈਰਾਗੀਆ ਬਲਰਾਮ ਜੀ ਉਹਦੀ ਅਵਸਥਾ ਪੈਦਾ ਕਰਨ ਨੂੰ ਦੰਪਤੀ ਨੂੰ ਉਪਦੇਸ਼ ਹੈ ਹੁਣ ਇਹ ਉਪਦੇਸ਼ ਸ਼ੁਰੂ ਕਰਨਗੇ ਕਿ ਹੁਣ ਵੈਰਾਗ ਦੀ ਅਵਸਥਾ ਪੈਦਾ ਕਰ ਤੇ ਵੈਰਾਗ ਨੂੰ ਆਪਣੇ ਜੀਵਨ ਵਿੱਚ ਸਥਾਨ ਦੇ ਤੇ ਇਹਦੇ ਉੱਤੇ ਡਿਸਕਸ਼ਨ ਜਿਹੜੀ ਹੈ we will continue the same discussion on Wednesday at 5:30 p.m. PST, which is 8:30 on the East Coast, you know, Hanji. Surinder ji, I have I would suggest, you know, instead of Wednesday, let's do it on Sunday, because there are people who are in Denmark who cannot attend on Wednesday. There are people in India, utte Amrit Vela honda hai, they cannot attend. So I would prefer if we stick it on Sunday next week, please. ठीक है. That's fine. We can defer it until Sunday. That's not a problem for me. Is that true though? A lot of people are not able to attend on Wednesday though. I'm going to see though. Speak up please and say yes, I'm not able to attend. So if I'm the only one, then you don't need to. I mean, then don't need to change the. No. I'd rather ki more people can attend, you know, than not though. So you're right though. Yeah. Kamal is absolutely right ki a lot of people from India who join, especially una vaste fir jira una vaste late ho janda hai no kaiyan wari swere actually late nahi hunda but swere very early morning hunda hai, you know, so it's early morning. PG, Sunday is better than Wednesday. Yeah, if possible. Yes, please. Sunday is better if possible. Yeah, ठीक है. We'll do it on Sunday. It's not a problem. So Sunday better. और मैंने वही है कि वो भुलियो ना जो पहले हुन मैं जो आज सीखिया है जी ये ना कि अगले संडे आए तो भुल भुला गया हो सारा कोई दोबारा नहीं शुरू करना मैं सारा it takes a lot of effort to go through it again, you know. So ਜਿਹੜੀਆਂ important ਜਿਹੜੀਆਂ ਹੈ ਉਹਨੂੰ ਲਿਓ ਨਾ and then we will take the discussion further on the ਤੀਸਰੀ ਔਰ ਚੌਥੀ ਲਾਮ ਜਿਹੜੀ ਹੈ more geared towards a successful life according to ਨਾਨਕ ਦੇ ਘਰ ਵਿੱਚ सक्सेसफुल लाइफ की है, you know, ਉਹਦੇ ਉੱਤੇ ਸੋ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਪੈਰਾਗ੍ਰਾਫ ਸੁਣਾ ਹੀ ਦੇਣਾ ਕਿ ਇਹ ਜਿਹੜੀ ਲਾਈਫ ਦੀ ਜਿਹੜੀ ਅਸੀਂ ਜੋ ਵਿਆਹ ਸੋਚਦੇ ਹਾਂ ਕਿ ਦੋ ਸਰੀਰਾਂ ਦਾ ਮੇਲ ਹੈ ਫਿਜ਼ੀਕਲ ਜਾਂ ਬੱਚੇ ਪੈਦਾ ਕਰਨ ਵਾਸਤੇ ਜਾਂ ਫਿਜ਼ੀਕਲ ਪਲੇਜ਼ਰ ਵਾਸਤੇ ਸੰਸਾਰ ਅੱਗੇ ਤੋਰਨ ਇਹ ਨਹੀਂ ਹੈ ਪ੍ਰਯੋਜਨ ਵਿਆਹ ਦਾ ਗੁਰਸਿੱਖੀ ਦੇ ਹਿਸਾਬ ਦੇ ਨਾਲ ਇਹ ਮੈਂ ਬੁੱਕ ਮੈਂ ਦਿਖਾ ਦਿਆਂ ਕੋਲੋਂ ਨਹੀਂ ਪੜਦਾ ਪਿਆ ਲੇਕਿਨ ਬਟ ਰੀਡ ਦ ਬੁੱਕ ਭਾਈ ਸਾਹਿਬ ਭਾਈ ਵੀਰ ਸਿੰਘਾਂ ਦੀ ਸੰਥਿਆ ਦੀ ਜਿਹੜੀ ਟ੍ਰਾਂਸਲੇਸ਼ਨ ਜਿਹੜੀ ਉਹਨਾਂ ਨੇ ਜਿਹੜੀ ਵਿਆਖਿਆ ਕੀਤੀ ਅਲਾਵਾ ਬਾਰੇ ਰੀਡ ਇਟ ਦਿਸ ਇਜ਼ ਅੰਡਰ ਕੋਟੇਸ਼ਨ ਨਾਓ ਉਹਨਾਂ ਦੇ ਸੰਜੋਗ ਦਾ ਪ੍ਰਯੋਜਨ ਇਹ ਹੈ ਉਹਨਾਂ ਦੇ ਸੰਜੋਗ ਮਤਲਬ ਜਿਹੜੇ ਵਿਆਹਣ ਜਾ ਰਹੇ ਹਨ ਉਹਨਾਂ ਦੇ ਸੰਜੋਗ ਦਾ ਪ੍ਰਯੋਜਨ ਇਹ ਹੈ ਕਿ ਉਹ ਵਾਹਿਗੁਰੂ ਨੂੰ ਪ੍ਰਾਪਤ ਹੋਵਣ ਪਰਮਾਰਥ ਵਿੱਚ ਪਰਸਪਰ can you have everybody muted please Jasmine I think somebody is not muted in this company ਮੈਂ ਦੁਬਾਰਾ ਪੜਾਂਗਾ ਉਹਨਾਂ ਦੇ ਸੰਜੋਗ ਦਾ ਪ੍ਰਯੋਜਨ ਇਹ ਹੈ ਕਿ ਉਹ ਵਾਹਿਗੁਰੂ ਨੂੰ ਪ੍ਰਾਪਤ ਹੋਵਣ ਪਰਮਾਰਥ ਵਿੱਚ ਪਰਸਪਰ ਸਹਾਈ ਹੋਣ ਵਾਹਿਗੁਰੂ ਦੀ ਯਾਦ ਵਿੱਚ ਲੱਗਣ ਸਰਬੱਤ ਦੇ ਭਲੇ ਵਿੱਚ ਵਸਣ ਸੰਤਾਨ ਜੇ ਹੋਵੇ ਤਾਂ ਉਸ ਨੂੰ ਵਾਹਿਗੁਰੂ ਦੇ ਪਿਆਰੇ ਵਿੱਚ ਪਾਲਣ ਸੰਤਾਨ ਦੇ ਮੋਹ ਵਿੱਚ ਰੁੜ ਨਾ ਜਾਣ ਮਤਲਬ ਹੁਣ ਤੱਕ ਇਹ ਕਿਹਾ ਨਹੀਂ ਕਿ ਇਹ ਵਿਆਹ परमात्मा की प्राप्ति वास्ते तुहाडा विआह हो रहा है किसी कोई संसारिक रीजन वास्ते विआह नहीं करा रहे तुसी हां जी ते जे संतान होवे जे तुहाडे बच्चे होवन ते उन्हां नूं परमात्मा तरफ होड़न दी कोशिश करो उन्हां विच ना रुझ जाओ उन्हां विच ना लिखिया है संतान दे मोह विच रुड़ ना जाण ओदे विच उन्हां च रुड़न चाहे गुरसिख बनाओ उन्हां नूं
ਤੇ ਸੰਤਾਨ ਨੂੰ ਵਾਹਿਗੁਰੂ ਦੇ ਕੱਲੇ ਪ੍ਰਾਣੇ ਸਮਝ ਕੇ ਸੇਵਾ ਕਰਨ। ਜੇ ਸੰਤਾਨ ਨਾ ਹੋਵੇ ਤੇ ਜੇ ਪ੍ਰਮਾਤਮਾ ਤੁਹਾਡੇ ਮੱਥੇ ਤੇ ਭਾਗਾ ਨਾ ਹੋਣ ਸੰਤਾਨ ਦੇ ਤੇ ਤਾਂ ਵੀ ਕੋਈ ਐਸੀ ਕੋਈ ਬੁਰੀ ਗੱਲ ਨਹੀਂ ਇਹਦੇ ਵਿੱਚ। ਹਾਂਜੀ, ਜੇ ਨਾ ਹੋਵੇ ਤੇ ਫਿਰ ਜੇ ਵਾਹਿਗੁਰੂ ਦੇ ਵਿੱਚ ਪਿਆਰ ਹੋਏ ਪਾਲਣ ਦੀ ਸਹਾਇਤਾ ਕਰਨ, ਸੰਸਾਰ ਨੂੰ ਵਾਹਿਗੁਰੂ ਦੇ ਗੁਰਸਿੱਖ ਬਣਾਉਣ, ਸੰਤਾਨ ਨੂੰ ਵਾਹਿਗੁਰੂ ਦੇ ਕੱਲਣ ਪ੍ਰਾਣ ਸਮਝਣ ਸੇਵਾ ਕਰਨ। ਜੇ ਸੰਤਾਨ ਨਾ ਹੋਵੇ ਤੇ ਹੋਰਨਾਂ ਦੀ ਸੰਤਾਨ ਜੋ ਉਹਨਾਂ ਦੀ ਸੇਵਾ ਦੇ ਮੁਤਾਜ ਹੋਵੇ, ਸੇਵਾ ਕਰਕੇ ਉਹਨਾਂ ਨੂੰ ਵਾਹਿਗੁਰੂ ਦੇ ਪਿਆਰ ਵਿੱਚ ਪਾਲਣ ਤੇ ਸਹਾਇਤਾ ਕਰਨ। ਤੇ ਜੇ ਆਪਣੀ ਸੰਤਾਨ ਨਾ ਹੋਵੇ ਤੇ ਦੂਸਰਿਆਂ ਨੂੰ ਸੰਤਾਨ ਨੂੰ ਆਪਣੀ ਸੰਤਾਨ ਸਮਝਣਾ, ਉਹਨਾਂ ਨੂੰ ਆਪਣੇ ਬੱਚੇ ਸਮਝਣਾ ਤੇ ਆਪਣੇ ਬੱਚੇ ਸਮਝ ਕੇ ਉਹਨਾਂ ਨੂੰ ਪ੍ਰਮਾਤਮਾ ਦਾ ਹੋੜਨਾ। ਉਹਨਾਂ ਨੂੰ ਸੰਸਾਰ ਵਿੱਚ ਜਿਤਨਾ ਭਲਾ ਪੰਥਕਾਂ ਵੀਰਾਂ ਸੰਬੰਧੀਆਂ ਹਮਸਾਈਆਂ ਨਗਰ ਵਾਸੀਆਂ ਦੇਸ਼ ਭਾਈਆਂ ਤੇ ਸ੍ਰਿਸ਼ਟੀ ਮਾਤਰ ਦਾ ਹੋ ਸਕੇ ਕਰਨ ਤੇ ਸੁਰਤ ਨੂੰ ਵਾਹਿਗੁਰੂ ਦੇ ਪਿਆਰੇ ਵਿੱਚ ਲਗਾਉਣ। ਇਹ ਹੈ ਵਿਆਹ ਦਾ ਮਨੋਰਥ, ਇਹ ਹੈ ਇਸ ਆਨੰਦ ਕਾਰਜ ਦਾ ਮਨੋਰਥ ਜੀ। ਸੋ ਇਹ ਇੱਕ ਅਜੀਬ ਜਰਨੀ ਹੈ ਜਿਹੜੀ ਕਿਸੇ ਹੋਰ ਧਰਮ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਮਨੇ ਕਿਸ ਤਰ੍ਹਾਂ ਉਹਨਾਂ ਨੇ ਇੱਕ ਸ਼ਾਦੀ ਦੇ ਇੱਕ ਵਿਆਹ ਦੇ ਰਸਮ ਨੂੰ ਪ੍ਰਮਾਤਮਾ ਨੂੰ ਮਿਲਣ ਦੇ ਰਸਮ ਦੇ ਨਾਲ ਜੋੜ ਕੇ ਕਿਤਨੀ ਉੱਚੀ ਅਵਸਥਾ ਉਸ ਸਿੱਖ ਨੂੰ ਦਿੱਤੀ ਹੈ। ਅਨਇਮੈਜਿਨੇਬਲ ਹੈ ਉਹ ਜੀ ਡਿਸਕਸ਼ਨ ਕਿਸੇ ਹੋਰ ਧਰਮ ਵਿੱਚ, ਇਸਲਾਮ ਚ ਨਹੀਂ ਹੈ, ਕ੍ਰਿਸਚੈਨਿਟੀ ਚ ਨਹੀਂ ਹੈ, ਹਿੰਦੂਇਜ਼ਮ ਚ ਨਹੀਂ ਹੈ। ਪਰ ਇੱਥੇ ਗੁਰੂਆਂ ਦੀ ਸੋਚ ਤੇ ਮੈਂ ਦੰਗ ਰਹਿ ਜਾਣਾ ਤੋਂ ਪੜ੍ਹਦਾ ਇਹ ਲਾਈਨਾਂ। ਕਿਤਨੀ ਉੱਚੇ ਸੁਰਤ ਦੇ ਆਪ ਕਿੱਥੇ ਪਹੁੰਚੇ ਹੋਏ ਹਨ ਤੇ ਸਿੱਖ ਨੂੰ ਕਿੱਥੇ ਪਹੁੰਚਾਉਣਾ ਚਾਹੁੰਦੇ ਹਨ। ਹਾਂਜੀ, ਸਿਰਫ ਬੱਚੇ ਪੈਦਾ ਕਰਨੇ ਤੇ ਫਿਜ਼ੀਕਲ ਪਲੇਜ਼ਰ ਤੇ ਸੰਸਾਰ ਨੂੰ ਅੱਗੇ ਤੋਰਨਾ ਜਾਂ ਸੰਸਾਰਿਕ ਜੀਵਨ ਵਾਸਤੇ ਨਹੀਂ, ਉਸ ਤੋਂ ਅੱਗੇ ਹੈ। ਲੇਕਿਨ ਹੁੰਦਾ ਰਸਤਾ ਸੰਸਾਰ ਵਿੱਚੋਂ ਹੈ, ਇਸ ਵਾਸਤੇ ਪ੍ਰਵਿਰਤੀ ਮਾਰਗ ਨੂੰ ਵੀ ਦ੍ਰਿੜ ਕਰਾਉਣ ਦਾ ਉਪਦੇਸ਼ ਦਿੰਦੇ ਹਨ ਗੁਰੂ ਇੱਥੇ। ਹਾਂਜੀ, ਐਂਡ ਦੈਨ ਅਗਲੇ ਸੰਡੇ we will conclude this discussion. ਹਾਂਜੀ, I'm going to wait for a few seconds, otherwise I have a comment. I think this Sangat is super blessed. I've said that before, and it's not just a superficial thank you to you, but we're super blessed to have you, that you explain, you tell us, you encourage us, you inspire us, you motivate us, and we want to learn more. But my question is, all this is very, I mean, our existence is rooted in this. If we are born in a Sikh family, so our existence is rooted in this knowledge that you are, making us aware of. कि ਅਸੀਂ ਪਾਠ ਬਚਪਨ ਤੋਂ ਕਰਦੇ ਆਏ ਹਾਂ, ਗੁਰਦੁਆਰੇ ਵੀ ਗਏ ਹਾਂ, ਕੋਈ ਐਸੀ ਗੱਲ ਨਹੀਂ ਹੈ। But what we are learning now was nowhere to be seen or felt or, experienced at all. So I think it's a disservice that who is responsible for this? Who was supposed to teach us this? Society, and who is supposed to teach this to the future generations? I mean, is there anybody in Sikhism responsible for this? Or chalo ਹੋਰ ਕੁਛ ਵੀ ਨਹੀਂ ਤੇ ਕਮ ਸੇ ਕਮ ਲਾਵਾਂ ਵੇਲੇ ਤੇ ਸਾਰੇ ਪ੍ਰੈਜ਼ੈਂਟ ਹੁੰਦੇ ਨੇ, ਗੁਰਦੁਆਰੇ ਹੀ ਹੁੰਦੀਆਂ, ਉਸ ਵੇਲੇ ਕੁਛ ਦੱਸਣ। I mean, is anybody going to take responsibility going forward? We are blessed to have you, but we have a whole like society here that needs to be told this. I know it's Virji also raised this, Kwana Virji raised the same issue Wednesday, who is responsible for this deterioration? And mera answer hai ki everybody just, ਸੰਸਥਾਵਾਂ ਹਨ ਦੀਦੀ, ਧਰਮ ਪ੍ਰਚਾਰ ਕਮੇਟੀ ਬਣਾਈ ਗਈ, ਕਰੋੜਾਂ ਰੁਪਇਆ ਫੰਡ ਕਰਦੇ ਆ, ਬਟ ਪ੍ਰੋਬਲਮ ਇਹ ਆ ਜਾਂਦੀ ਹੈ ਦੀਦੀ ਕਿ ਸਵੀਟੀ ਦੀਦੀ ਪ੍ਰੋਬਲਮ ਸਭ ਤੋਂ ਵੱਡੀ ਹੈ ਕਿ ਧਰਮ ਦੇ ਜਿਹੜੇ ਆਗੂ ਹਨ, ਜਿਹੜੇ ਲੀਡਰਸ ਜਿਹੜੇ ਹਨ, ਉਹ ਆਪ ਸਪਿਰਿਚੁਅਲ ਨਹੀਂ ਹਨ। ਜਦ ਤੱਕ ਅੰਦਰੋਂ ਸਪਿਰਿਚੁਅਲ ਪਰਸੂਟ ਜਿਹੜੀ ਹੈ ਅੰਦਰਲੀ ਹੋਏਗੀ ਤੇ ਗੱਲ ਬਣੇਗੀ। ਨਿਯਮ ਬਣਾਏ ਨਹੀਂ ਅਸੀਂ ਲੋਕਾਂ ਨੇ। Somebody at the class on Wednesday said ਕਿ I don't know who that person was, but somebody did say ਕਿ Christianity ਵਿੱਚ ਇੱਕ ਰੂਲ ਹੈ ਕਿ ਵਿਆਹ ਤੋਂ ਪਹਿਲੇ ਉਹਨਾਂ ਨੂੰ ਚਰਚ ਵਿੱਚ ਬੁਲਾਇਆ ਜਾਂਦਾ ਤੇ ਸਾਰੀ ਗੱਲ ਸਮਝਾਈ ਜਾਂਦੀ ਹੈ। Yeah, I think that's the least we can do, because ਵਿਆਹ ਦੇ ਸਭ ਦਾ ਗੁਰਦੁਆਰਾ ਹੀ ਹੁੰਦਾ ਹੈ। Yeah, mostly ਹੁਣ ਪ੍ਰੋਬਲਮ ਇਹ ਹੈ ਕਿ ਸਾਡੇ ਆਪਣੇ ਜਿਹੜੇ ਪੇਡ EMPLOYEES ਹਨ, ਜਿਹੜੇ ਗ੍ਰੰਥੀ ਹਨ ਜਾਂ ਜਿਹੜੇ ਉਹਨਾਂ ਨੂੰ ਖੁਦ ਨਹੀਂ ਪੜੀਆਂ ਹੋਈਆਂ ਨਾ, ਇਹ ਬੜਾ ਵੱਡਾ ਇਸ਼ੂ ਹੈ ਨਾ। ਹੁਣ ਕਿੰਜ ਦੂਰ ਕਰੋਗੇ? ਇਹ ਤੇ ਹੋਏਗਾ ਕਿਸੇ ਵੱਡੇ ਸਤਰ ਦੇ ਉੱਤੇ ਕੋਈ ਇਹੋ ਜਿਹੇ ਰੂਲ ਬਣਾਏ ਜਾਣ ਕਿ ਦੇਖੋ ਜੀ ਇਹਨਾਂ ਨੂੰ
इस पदवी देण तो पहले मिनिमम नॉलेज चाहिए हुण फॉर एग्जांपल जुडाइज्म विच जदों बंदा बनदा है उन्हां दा ਜਦੋਂ ਰੈਬਾਈ ਬਣਦਾ ਹੈ ਤੇ ਉਹਦੀ ਇੱਕ ਮਿਨੀਮਮ ਐਜੂਕੇਸ਼ਨਲ ਰਿਕੁਆਇਰਮੈਂਟਸ ਹਨ ਜੀ ਯੂ ਹੈਵ ਟੂ ਮੀਟ ਦੋਸ ਪੀਐਚਡੀ ਹੋਣਾ ਚਾਹੀਦਾ ਹੈ ਜੀ ਫਲਾਣੀ ਜਗ੍ਹਾ ਤੋਂ ਮਾਸਟਰਸ ਡਿਗਰੀ ਹੋਵੇ ਡਿਵਿਨਿਟੀ ਵਿੱਚ ਜੀ ਪਰ ਉਹਨਾਂ ਦੀਆਂ ਤਨਖਾਹਾਂ ਵੀ ਜ਼ਿਆਦਾ ਹਨ ਸਾਡੇ ਵਿੱਚ ਉਹ ਸਟੈਂਡਰਡ ਨਹੀਂ ਹਲੇ ਡਿਵੈਲਪ ਹੋ ਸਕਿਆ ਆਈ ਐਮ ਸੌਰੀ I rather refer this question to people who have a say in running the gurdwaras or who are running the gurdwaras or who have a say in what goes on but you will be surprised sweetie didi people who are involved in running the gurdwara themselves are not very knowledgeable on these topics eh sab to bada issue but resolve hoega kei businesses loki karde ne jide cho knowledgeable nahi honde then they hire the right people they hire consultants and they get the job done right so the same way they can do it too you can be a consultant and you can teach a whole group of consultants and then they can hire them you have to start that movement also I think. Yeah, I'm not going to comment on that one. So, Viji, I would say one thing in here. Like, I think it starts from the home. It's sab to pehle parents the responsibility हैगी है कि अपने बच्चों ਨੂੰ थोड़ा बहुता सिक्खी वाल लाइए ਅਸੀਂ अपने बच्चों ਨੂੰ ਦਸੀ ਉਹਨਾਂ ਨੂੰ basics ਕੀ ਹੈਗੇ ਨੇ and then it goes from there. ਜੇ ਅਸੀਂ as a parent we are failing our kids then I mean we can blame anybody to do we can ask anybody else to do it but are we doing our job as a parent? I mean, it should start from. I think everything starts from home a little bit. But सोचियो सारे इस बार एक endless discussion है. So और मैं किसी को blame पाना छोड़ देता हूँ. You know, blame नहीं करना किसी को. अपने आप ते पढ़ो. If anybody wants to add a few more things to it, we can. Otherwise, I'll end the class. इस discussion दा कोई वो नहीं है कोई. I wish. You know, so मैं नहीं किसी को blame करना. सारे ऐसी हैं. And Narinder Vijay, ਤੁਸੀਂ ਕਹਿਣਾ ਚਾਹੁੰਦੇ ਹੋ? Vijay, ਤੁਸੀਂ you want to say something? ਮੈਂ ਨਰਿੰਦਰ ਡਾਕਟਰ ਬਤਰਾ ਨੂੰ ਗੱਲ ਕਰ ਰਿਹਾ। Vijay, I think the weddings in India, if you see them now, Anand Karaj ceremony is given maybe 40 minutes total, and that also not everybody goes. You know, the weddings take in a wedding palace, weddings are happening there, and then there's maybe 15 members of the family go to Anand Karaj. No, but not everybody even goes. So it's not, it is not, nobody's listening. That's the problem. And so I think like Manpreet said that we have to take the responsibility ourselves and teach our kids. But the problem is that nobody even taught us. That's the problem. Like a vicious cycle. Kisan tutte, you know. Sade maape ne saani sikhaya, si nahi sikhaya. So kyun ek vicious cycle. Kar lo, baaniyan de paath kar lo. Koi matlab kisi ne samjhaya nahi. I tell you, mool mantar da matlab bhi puri tarah. I did not know until I was 50, and I learned it from you. That's what I can tell you. I mean, I was 50 years old when I understood the meaning of mool mantar. And I have read Japji Sahib probably for, 35 years before that. Okay. That's what I meant, that we've Nobody cares to explain. We don't understand. Yeah, I don't know what to say. I don't know what to say. I mean, yeah, system is broken for sure. Can you fix karna hai hun, Virji, this is Jaspal. ਹਾਂਜੀ ਜਸਪਾਲ ਜੀ ਤੇ ਤੁਸੀਂ ਬੜੀ ਤੁਸੀਂ ਏਦਾਂ ਕਿਹਾ ਹੈ ਕਲਾਸ 'ਚ ਵੀ ਜਦੋਂ ਟਾਈਮ ਰਾਈਟ ਹੁੰਦਾ ਨਾ ਉਦੋਂ ਟੀਚਰ ਆ ਜਾਂਦਾ you can read and understand for 30 years until your heart is ready you will not receive anything and that's when you show up so all of these 90 people who sari life na ਉਹਨਾਂ ਨੂੰ ਕੁਝ ਮਿਸ ਹੋ ਰਿਹਾ ਸੀ and then something shows up to help connect it and that's what this is so I like everybody there's not enough appreciation but the idea is learn and then when we deal with people teach them right when you come across somebody teach them so I appreciate it I told you कि ਜਦੋਂ ਗੁਰਦੁਆਰੇ ਵਿਆਹ ਹੁੰਦਾ I always say that ਵੀ ਕਿਸੇ ਨੇ ਜੇ ਤੁਸੀਂ ਲਾਵਾਂ ਦਾ ਜੋ ਮੇਰੇ ਓਪਰਾ ਵੀ ਬੰਦਾ ਹੋਵੇ ਨਾ ਜਿਹਨੂੰ ਕੋਈ ਜਾਣ ਪਛਾਣ ਮੈਂ ਜਾ ਕੇ ਕਹਿ ਦਿੰਦਾ ਹੁੰਦਾ ਗੱਲ ਹੈ ਕਿ ਜੀ ਮੈਂ ਇਹ ਸੇਵਾ ਕਰਦਾ ਜੀ ਤੁਹਾਡਾ ਇੱਕ ਥੇਲਾ ਨਹੀਂ ਲੱਗੇਗਾ
ਸਿਰਫ ਤੁਹਾਨੂੰ ਸਿਰਫ ਅੱਧਾ ਪੌਣਾ ਘੰਟਾ ਮੈਨੂੰ ਦੇਣਾ ਪਏਗਾ ਤੇ ਮੈਂ ਤੁਹਾਨੂੰ ਲਾਵਾਂਗੇ and you'll be surprised ਜਸਪਾਲ ਵੀਰ ਜੀ ਕਿ ਮੇਰੇ success ratio is less than 30-40%. 7 out of every 10 person that I've approached, their answer is we are not interested. We are not interested. Yeah, they will say कि एक गल ते बड़ी सोहनी कही है तुसी पर मुंडे कुड़ियां को टाइम ही नहीं है जी वो इतने बिजी है नो उन्होंने डांस की प्रैक्टिस से जा रहा है वो फलाना कर रहे हैं सारा फोकस किसी होर चीज पे है यू नो सो ठीक है जो है सो है मैं एटलीस्ट ਤੁਹਾਨੂੰ ਸਗੋਂ ਨੂੰ ਸਮਝ ਆ ਰਹੀ ਹੈ ਸਾਰਿਆਂ ਨੂੰ I'm glad ਤੇ ਮੈਂ ਕੋਈ ਮੇਰੇ ਅੰਦਰ ਕੋਈ ਗਲਤ ਨਹੀਂ ਕੋਈ ਚੁੱਪਾ ਨਹੀਂ ਕੋਈ ਕੰਪਲੇਂਟ ਨਹੀਂ ਕੁਝ I'm going to end here now ਹਾਂਜੀ ਬੜਾ ਟਾਈਮ ਹੋ ਗਿਆ ਤੇ we will see everybody next Sunday ਮੈਂ Wednesday ਨੂੰ ਕਲਾਸ ਹੋਏਗੀ ਗੁਰਬਾਣੀ ਦੀ but we will not discuss ਲਾਵਾ ਮਤਲਬ ਚਾਹ we will discuss something else ਕੁਝ ਕਹਿ ਰਹੇ ਸੀ ਤੁਸੀਂ ਦੀਦੀ before I end ਅੱਜ ਕੀ ਖਬਰ ਆ ਹਾਂਜੀ ਸ਼ਹਿਰ ਨਾ ਮਿਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਨ ਜੀ keep up the hard work ਅੱਜ ਮੈਂ ਰਿਕਾਰਡਿੰਗ ਕਰਾਂਗੀ ਫਿਰ ਤੁਹਾਨੂੰ ਭੇਜਾਂਗੀ ਠੀਕ ਹੈ ਜੀ ਤੇ we will have our kirtan class in next 3-4 minutes or so you're more than welcome to attend whoever wants to other than that we'll see everybody on Wednesday and then we'll continue the Lavandi discussion on the next Sunday ਵਾਹਿਗੁਰੂ ਜੀ ਕਾ ਖਾਲਸਾ